नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम हमदर्द न्यूज़ एंड व्यूज़ विच। मैं हाँ तरनजीत कौर घुम्मण हाज़र हाँ जी लैके तुहाडा अपना प्रोग्राम हुण तक दीआं खास खबरां तुहाडे करांगे रूबरू। जेकर किसी खबर उत्ते तुसीं कोई विचार देना चाहुंदे हो, कोई अपनी जानकारी देना चाहुंदे हो, साडे दर्शकों नाल कोई जानकारी साझी करना चाहुंदे हो, सानूं अज दे लाइव प्रोग्राम विच कॉल कर सकते हो। तुहानूं दस्सी कि फोन जदों तुसीं करदे हो अपनी गल नूं थोड़ा जिहा शॉर्ट रखिओ ते नाल दी नाल सिर्फ एक वारी कॉल करके अपनी जिहड़ी गल जरूर तुसीं पूरी कर दिओ। कई वारी इदां हुंदा कि कॉल्स का वॉल्यूम बहुत हुंदा है ते बाकी कॉल्स मिस हो जांदियां ने। ਤੇ ਨਾਲ ਦੀ ਨਾਲ ਹਮਦਰਦ ਟੀਵੀ ਦੀ ਵੈਬਸਾਈਟ ਵੀ ਜ਼ਰੂਰ ਵਿਜ਼ਿਟ ਕਰੋ, ਜਿੱਥੇ ਸਾਰੀਆਂ ਲੇਟੈਸਟ ਨਿਊਜ਼ ਤੁਸੀਂ ਦੇਖ ਸਕਦੇ ਹੋ, ਜੋ ਲੇਟੈਸਟ ਇਨਸੀਡੈਂਟਸ ਨੇ, ਲੇਟੈਸਟ ਹੈਪਨਿੰਗਸ ਨੇ, ਪੂਰੀ ਦੁਨੀਆ ਦੀਆਂ ਖਬਰਾਂ ਉੱਥੇ ਤੁਸੀਂ ਦੇਖ ਸਕਦੇ ਹੋ। ਤੇ ਖਬਰਾਂ ਦੀ ਸ਼ੁਰੂਆਤ ਵਿੱਚ ਅੱਜ ਜਿਹੜੀਆਂ ਖਬਰਾਂ ਉੱਤੇ ਅਸੀਂ ਗੱਲਬਾਤ ਕਰਨੀ ਉਹਦੇ ਵਿੱਚੋਂ ਪ੍ਰਮੁੱਖ ਖਬਰਾਂ ਦੀ ਗੱਲ ਕਰੀਏ ਤਾਂ ਹੁਣ ਵੱਧ ਰਿਫਿਊਜੀਆਂ ਨੂੰ ਕਬੂਲ ਕਰੇਗਾ ਅਮਰੀਕਾ। ਬਾਈਡਨ ਸਰਕਾਰ ਦਾ ਨਵਾਂ ਫੈਸਲਾ। ਇੱਥੇ ਰਿਫਿਊਜੀਆਂ ਲਈ ਇੱਕ ਪੋਜ਼ਿਟਿਵ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ। ਇਹਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਨਾਲ ਹੀ ਕੈਲੀਫੋਰਨੀਆ ਵਿੱਚ ਕਿਸ਼ਤੀ ਡੁੱਬਣ ਨਾਲ 3 ਦੀ ਮੌਤ, 22 ਜ਼ਖਮੀ। ਦੱਸਿਆ ਜਾ ਰਿਹਾ ਕਿ ਮਨੁੱਖੀ ਤਸਕਰੀ ਦਾ ਇਹ ਮਾਮਲਾ ਹੋ ਸਕਦਾ, शक जताया जा रहा ऑफिशियल्स के वलों। तो ये बारे असीं गलबात करांगे। जो डोंकी सिस्टम अजकल चल रहा या गैर कानूनी तरीके नाल बॉर्डर क्रॉसिंग की जा रही है, ये बारे गलबात करांगे। नाल ही करोना के करके भारत में मची हाहाकार दा चीन की वैबसाइट उड़ा रही है मजाक। एक पासे लाशां दे ढेर लग रहे हैं भारत में, दूजे पासे चीन इसका मजाक उड़ा रहा है। ये बारे असीं गलबात करांगे, किस तरीके नाल मजाक उड़ाया गया ते की इहदा रिएक्शन देखने को मिलिया। इस तो इलावा भारत के सीरम इंस्टीट्यूट का CEO भज के गया यूके। मिल रही सी धमकियां। कौन दे रहा सी सीरम इंस्टीट्यूट के मालक नूं, CEO नूं धमकियां, क्योंकि दस दिए कि भारत का सीरम इंस्टीट्यूट सब तो वध वैक्सीन प्रोड्यूस कर रहा सी। सो ये बारे असीं गलबात करांगे। तो नाल ही दस दिए कैनेडा नूं हुण हर हफ्ते मिलेगी 2 मिलियन वैक्सीन डोज। कौन देण जा रहा इन्नी डोज ते की हुण कैनेडा विच वैक्सीन लगण दी जिहड़ी रफ्तार है वो तेज़ हो जाएगी। अजिहियां होर भी बहुत सारियां खबरां ने। शुरुआत विच जोड़ लैंदे जी मेरे सहयोगी मुरगिंद नाची नूं। स्वागत है सर। मेरे वालों तुहानूं सारे परिवार नूं सत्कार भरी सत श्री अकाल, आदाब, नमस्कार जी। कोस रहा ਇਹ ਲੋਹ ਪੁਰਸ਼ ਦਾ ਬੁੱਤ ਬਾਰੇ ਗੱਲ ਕਰ ਰਹੇ। ਰਾਤ ਨੂੰ ਚੰਦ ਸਿਤਾਰੇ ਰੋਂਦੇ, ਲਾਸ਼ਾਂ ਗਿਣ ਗਿਣ ਥੱਕਦੇ ਜਾਂਦੇ, ਲਾਸ਼ਾਂ ਦੇ ਢੇਰਾਂ ਨੂੰ ਤੱਕ ਕੇ ਨਿਤ ਚੰਦ ਨੂੰ ਦੰਦਲ ਪੈਂਦੀ, ਤਾਰੇ ਦਾਰੂ ਲੱਭਣ ਜਾਂਦੇ। ਦਿਨ ਚੜ੍ਹਨ ਤੇ ਸੂਰਜ ਰੋਂਦਾ, ਸਿਵਿਆਂ ਦੀ ਸੇਕ ਤੋਂ ਬਚਦਾ, ਬਦਲਾਂ ਉਹਦੇ ਲੁਕਦਾ ਫਿਰਦਾ। ਬ੍ਰਹਮੰਡ ਸਾਰਾ ਸੋਚ ਰਿਹਾ ਹੈ ਵਿਸ਼ਵ ਗੁਰੂ ਭਾਰਤ ਨੂੰ ਅੱਜ ਕੱਲ੍ਹ ਕੀ ਹੋਇਆ ਹੈ। ਇਸ ਤੋਂ ਪਹਿਲਾਂ ਕੋਈ ਹੋਰ ਬੋਲੇ, ਉੱਚੀ ਥਾਂ ਤੇ ਉੱਚਾ ਗੱਡਿਆ, ਮੁਲਕ ਗਵਾਂਢੀ ਦਾ ਉਹ ਘੜਿਆ। ਸਰਦਾਰ ਪਟੇਲ ਦਾ ਮਹਿੰਗਾ ਬੋਲ ਪਿਆ ਹੈ, ਆਪਣੀ ਇਸ ਭੈੜੀ ਜੂਨਾਂ ਨੂੰ ਕੋਸ ਰਿਹਾ ਹਾਂ, ਕਿਹੜੇ ਹੀਲੇ ਇਸ ਚੋਂ ਨਿਕਲਾਂ ਸੋਚ ਰਿਹਾ ਹਾਂ। ਲੋਹ ਪੁਰਸ਼ ਦਾ ਫਰਜ਼ ਨਿਭਾਵਾਂ ਆਪਣੇ ਮਨ ਦੇ ਲੋਕ। क्या बात है सर, बहुत वधिया। मतलब एक जो हर इंसान की भावना हो सकती है ਉਹਨੂੰ ਇਸ ਪੂਰੀ ਕਵਿਤਾ ਦੇ ਵਿੱਚ ਦਿਖਾਇਆ ਗਿਆ ਵਾ। ਤੇ ਇੱਕ ਲੋਹ ਪੁਰਸ਼ ਦੇ ਰੂਪ ਵਿੱਚ ਜੋ ਤੁਸੀਂ ਗੱਲ ਕੀਤੀ ਹੈ ਸਰਦਾਰ ਵੱਲਭ ਭਾਈ ਪਟੇਲ, ਜਿਨ੍ਹਾਂ ਦਾ ਸਟੈਚੂ ਲੱਗਿਆ। ਇੱਕ ਪਾਸੇ ਉੱਚੇ ਉੱਚੇ ਸਟੈਚੂ ਬਣਾ ਕੇ ਦੇਸ਼ ਦਾ ਮਾਣ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਵੀ ਉਸ ਵੇਲੇ ਜਦੋਂ ਤੁਹਾਡੇ ਮੁਲਕ ਦੇ ਵਿੱਚ ਬੁਨਿਆਦੀ ਸਹੂਲਤਾਂ ਤੱਕ ਨਹੀਂ ਹੈਗੀਆਂ। ਹਾਲਤ ਬਹੁਤ ਮਾੜੇ ਨੇ ਤਰਨ। ਇਸ ਵਿਸ਼ੇ ਤੇ ਗੱਲ ਕਰਨੀ ਸੀ ਪਰ ਸ਼ੁਰੂ ਕੀਤੀ ਆਪਾਂ ਵਾਈ ਨਾਟ। ਜਿਹੜਾ ਇੰਟਰਨੈਸ਼ਨਲ ਮੀਡੀਆ, ਮੈਂ ਤੁਹਾਨੂੰ ਸਭ ਨੂੰ ਕਹਾਂਗਾ ਜੀ, ਅੱਜ ਗਲੋਬ ਐਂਡ ਮੇਲ ਦੇ ਵਿੱਚ ਇੱਕ ਆਰਟੀਕਲ ਆਇਆ, ਪੜ੍ਹਨ ਵਾਲਾ ਆਰਟੀਕਲ ਹੈ ਕਿ ਕਿਵੇਂ ਉੱਥੇ ਮੀਡੀਆ ਨੂੰ ਚੁੱਪ ਕਰਾਇਆ ਜਾ ਰਿਹਾ। ਜਿਹੜਾ ਕੋਈ ਗੱਲ ਕਰਦਾ ਹੈ ਉਹਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹ ਗੱਲ ਨਹੀਂ ਕਰਨੀ। ਫੋਰਨ ਦੇ ਵਿੱਚ ਸਪੈਸ਼ਲੀ ਆਸਟ੍ਰੇਲੀਆ ਨੂੰ ਤਾਂ ਆਲਰੇਡੀ ਕੀਤੀ ਗਈ ਸੀਗੀ ਵੀ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ। ਬਾਕੀ ਦੇ ਵੀ ਜਿੱਥੇ ਵੀ ਮੀਡੀਆ ਆਊਟਲੈਟਸ ਹੈਗੇ ਨੇ ਜਿਹੜੇ ਲਿਖ ਰਹੇ ਨੇ ਇੰਡੀਆ ਬਾਰੇ ਸੱਚ ਲਿਖ ਰਹੇ, ਉਹਨਾਂ ਨੂੰ ਉੱਥੋਂ ਦੇ ਜਿਹੜੇ ਹਾਈ ਕਮਿਸ਼ਨਸ ਨੇ ਜਾਂ ਐਂਬੈਸਡਰਸ, ਉਹਨਾਂ ਰਾਹੀਂ ਸੁਨੇਹੇ ਜਾ ਰਹੇ ਨੇ ਵੀ ਇਹ ਤੁਸੀਂ ਸਾਡਾ ਇਹ ਖਬਰਾਂ ਨਾ ਦਿਓ। ਇਹ ਕੋਈ ਖਬਰਾਂ ਚੰਗੀਆਂ ਨਹੀਂ ਹੈ, ਇਹ ਠੀਕ ਹੈ ਕਿ ਖਬਰਾਂ ਨਹੀਂ ਦੇਣੀਆਂ ਚਾਹੀਦੀਆਂ, ਪਰ ਜਦੋਂ ਅਗਰ ਤੁਹਾਨੂੰ ਸ਼ੀਸ਼ਾ ਦਿਖਾਉਂਦਾ ਹੈ, ਦੇਖ ਲੈਣਾ ਚਾਹੀਦਾ, ਮੰਨ ਲੈਣਾ ਚਾਹੀਦਾ ਕਿ ਤੁਹਾਡੇ ਹਾਲਾਤ ਬਹੁਤ ਮਾੜੇ ਨੇ, ਹਾਲਾਤ ਨਿਕਲ ਗਏ ਨੇ। ਅਜੇ ਤਰਨ ਪਰਮਾਤਮਾ ਮਿਹਰ ਕਰੇ ਮੇਰੀ ਹਰ ਗੱਲ ਗਲਤ ਹੋਵੇ। ਅਜੇ ਮੁੱਕਿਆ ਕੁੰਭ ਦਾ ਅਸਰ ਅਗਲੇ 14 ਦਿਨਾਂ 'ਚ ਹੋਣਾ। ਰਮਜ਼ਾਨ ਚੱਲ ਰਹੀ ਹੈ, ਉਹਦੇ ਦੀ ਆਪਾਂ ਗੱਲ ਕਰ ਹਟੇ ਹਾਂ। ਵਿਸਾਖੀ ਲੰਘ ਕੇ ਹਟੀ ਹੈ। ਕੁਛ ਨਾ ਕੁਛ ਆਈ ਤੁਰਿਆ ਜਾ ਰਿਹਾ ਹੈ। ਅਸੀਂ ਵੋਟਾਂ ਦੇ ਮਾਰੇ, ਸਾਡੇ 'ਚ ਇਹ ਦਮ ਨਹੀਂ ਹੈ ਕਿ ਅਸੀਂ ਕੌਣ ਹੈ। ਅਸੀਂ ਵੋਟਾਂ ਵਾਸਤੇ ਬੰਗਾਲ ਦੇ ਵਿੱਚ ਖਬਰਾਂ ਕਿੰਨੀਆਂ ਰੈਲੀਜ਼ ਕੀਤੀਆਂ ਨੇ, ਸਾਡੇ 2 ਜਿਹੜੇ ਟੌਪ ਦੇ ਨੇ ਉਹਨਾਂ ਨੇ। ਤੁਹਾਨੂੰ ਤਾਂ ਨਹੀਂ ਸੀ ਕਰਨੀ ਚਾਹੀਦੀ, ਕੋਈ ਹੋਰ ਕਰ। ਵਾਟ ਇਜ਼ ਦ ਡਿਫਰੈਂਸ ਬਿਟਵੀਨ ਸਟੇਟਸਮੈਨ ਐਂਡ ਪੋਲੀਟੀਸ਼ੀਅਨ। ਹੁਣ ਸਮਾਂ ਸੀ ਸਟੇਟਸਮੈਨ ਬਣਨ ਦਾ, ਪਰ ਦੋਨਾਂ 'ਚ ਕੋਈ ਨਹੀਂ ਬਣਿਆ।
ਕੋਈ ਹੋਰ ਬੋਲਦਾ ਨਹੀਂ, ਬੋਲ ਸਕਦਾ ਨਹੀਂ ਹੈ, ਘੱਟੋ ਘੱਟ ਅਡਵਾਨੀ ਨੂੰ ਤਾਂ ਬੋਲਣਾ ਚਾਹੀਦਾ ਜੀ। ਤੇਰਾ ਫਿਊਚਰ ਤਾਂ ਗਿਆ ਹੋਇਆ, ਮੇਬੀ ਤੇਰਾ ਸ਼ਾਇਦ ਸਾਖ ਵੱਜ ਜਾਵੇ, ਕਿਤੇ ਆ ਕੇ ਤਾਂ ਬੋਲੋ। ਤੁਸੀਂ ਕਿਸੇ ਵੇਲੇ ਕਹਿੰਦੇ ਸੀਗੇ, ਪਰ ਨਹੀਂ, ਹਾਲਾਤ ਬਹੁਤ ਮਾੜੇ ਨੇ। ਆਪਾਂ ਅੱਗੇ ਗੱਲ ਸ਼ੁਰੂ ਕਰੀਏ। ਤੁਸੀਂ ਹਾਲਾਤਾਂ ਦੀ ਗੱਲ ਕੀਤੀ ਹੈ ਸਰ, ਤੁਸੀਂ ਕਿਹਾ ਇੰਟਰਨੈਸ਼ਨਲ ਮੀਡੀਆ ਦੀ, ਚੀਨ ਦੀ ਵੀ ਆਪਾਂ ਇੱਥੇ ਗੱਲ ਕਰ ਲੈਂਦੇ ਹਾਂ ਸਟਾਰਟਿੰਗ ਦੇ ਵਿੱਚ। ਜਿਵੇਂ ਤੁਸੀਂ ਕਿਹਾ ਕਿ ਮੀਡੀਆ ਨੂੰ ਇੱਥੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋ ਮੀਡੀਆ ਦੇ ਜ਼ਰੀਏ ਜਿਹੜਾ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਜਾ ਰਹੀ ਹੈ ਕਿ ਭਾਰਤ ਵਿੱਚ ਇਸ ਵਕਤ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ। ਤੁਸੀਂ ਦੱਸਣਾ ਹੈ, ਮੈਂ ਕਿਹਾ ਟੈਲੀਫੋਨ ਤੇ ਟੀਵੀ ਤੇ ਆਵਾਜ਼ ਨਹੀਂ ਆ ਰਹੀ। ਤੁਸੀਂ ਕਿਹੜੀ ਸਾਈਡ ਤੋਂ ਬੋਲ ਰਹੇ ਹੋ ਜੀ? ਮੌਂਟਰੀਅਲ ਤੋਂ ਦੇਖ ਰਹੇ ਹਾਂ। ਠੀਕ ਹੈ ਜੀ, ਤੁਹਾਡੀ ਲੋਕੇਸ਼ਨ ਅਸੀਂ ਨੋਟ ਕਰ ਲਈ ਹੈ। ਵੈਸੇ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਕਿ ਆਪਣੇ ਸੈਟ ਆਫ ਬਾਕਸ ਨੂੰ ਦੁਬਾਰਾ ਔਨ ਕਰਕੇ ਦੇਖੋ। ਜੇ ਨਹੀਂ ਪ੍ਰੋਬਲਮ ਸੋਲਵ ਹੁੰਦੀ, ਬਟ ਸਾਡੀ ਇੱਥੇ ਟੈਕਨੀਕਲ ਟੀਮ ਉਸ ਚੀਜ਼ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਸ਼ੁਕਰੀਆ ਜੀ ਕਾਲ ਕਰਨ ਲਈ, ਸ਼ੁਕਰੀਆ ਜੀ। ਸਰ, ਗੱਲ ਕਰ ਰਹੇ ਸੀ ਮੀਡੀਆ ਦੀ, ਗੱਲ ਕਰ ਰਹੇ ਸੀ। ਮੀਡੀਆ ਦੀ ਭੂਮਿਕਾ ਬਹੁਤ ਜ਼ਰੂਰੀ ਵੀ ਹੈ, ਕਿਉਂਕਿ ਇਸ ਵਕਤ ਭਾਰਤ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਦੇਖ ਕੇ ਵਿਦੇਸ਼ਾਂ ਤੋਂ ਇਸ ਵਕਤ ਲੋਕੀ ਮਦਦ ਲਈ ਹੱਥ ਅੱਗੇ ਵਧਾ ਰਹੇ ਨੇ। ਦੂਜੀ ਗੱਲ ਇਹ ਹੈ ਕਿ ਇੱਕ ਪਾਸੇ ਮੀਡੀਆ ਆਪਣੀ ਭੂਮਿਕਾ ਨਿਭਾ ਰਿਹਾ, ਜੇਕਰ ਵਿਦੇਸ਼ੀ ਮੀਡੀਆ ਦੀ ਗੱਲ ਕੀਤੀ ਜਾਵੇ, ਸਭ ਕੁਝ ਦੱਸ ਰਿਹਾ ਉੱਥੇ ਕੀ ਹੈ, ਹਾਲਾਤ ਹੈ, ਕੋਈ ਮਜ਼ਾਕ ਤਾਂ ਨਹੀਂ ਉਡਾ ਰਿਹਾ। ਚੀਨ ਦੀ ਗੱਲ ਕਰੀਏ, ਉੱਥੋਂ ਦੀ ਸਰਕਾਰੀ ਵੈਬਸਾਈਟ ਹੈ ਜਿਹੜੀ, ਜਿਸ ਤਰੀਕੇ ਨਾਲ ਉਹਨਾਂ ਨੇ ਭਾਰਤ ਵਿੱਚ ਮਚੀ ਹਾਹਾਕਾਰ ਦਾ ਮਜ਼ਾਕ ਉਡਾਇਆ, ਵਾਕਈ ਕਾਫੀ ਨਿੰਦਣਯੋਗ ਹੈ। ਹਾਂ ਤਰਨ, ਇਹ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਜੀ। ਚਾਈਨਾ ਦੀ ਵਾਈਬੋ ਹੈ ਜੀ, ਜੋ ਉਹਨਾਂ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈਗੀ ਆ, ਜਿਹੜੀ ਉਹਨਾਂ ਦੀ ਸਰਕਾਰੀ ਦੇ ਪੋਲੀਟੀਸ਼ੀਅਨਸ ਉਹਨੂੰ ਵਰਤਦੇ ਨੇ ਜੀ, ਉਸ ਵੈਬਸਾਈਟ ਦੇ ਉੱਤੇ ਇੱਕ ਫੋਟੋ ਹੈ, ਉਹ ਰਿਮੂਵ ਕਰ ਲਈ ਗਈ ਹੈ ਕਿਉਂਕਿ ਉੱਥੇ ਇਤਰਾਜ਼ ਬਹੁਤ ਹੋਇਆ। ਫੋਟੋ ਤਰਨ ਇਹ ਹੈ ਕਿ ਇੱਕ ਪਾਸੇ ਰਾਕਟ ਹੈ ਤੇ ਇੱਕ ਪਾਸੇ ਲਾਸ਼ਾਂ ਜਲਦੀਆਂ ਦਿਖਾਈਆਂ ਗਈਆਂ ਨੇ ਇੰਡੀਆ ਦੀਆਂ, ਤੇ ਉੱਤੇ ਲਿਖਿਆ, ਮੈਂ ਉਹ ਫਿਕਰਾ ਉਵੇਂ ਹੀ ਪੜ੍ਹਨਾ ਚਾਹੁੰਦਾ, ਲਾਈਟਨਿੰਗ ਅ ਫਾਇਰ ਇਨ ਚਾਈਨਾ ਵਰਸਸ ਲਾਈਟਨਿੰਗ ਅ ਫਾਇਰ ਇਨ ਇੰਡੀਆ। ਯਾਨੀ ਜੀ ਸਾਡੇ ਮੌਤਾਂ ਹੋ ਰਹੀਆਂ ਨੇ, ਸਾਡੇ ਲੱਖਾਂ 'ਚ ਮੌਤ ਹੈ, ਇੰਨੀ ਮੌਤ ਹੋ ਰਹੀ ਹੈ ਤੇ ਤੁਸੀਂ ਸਾਡਾ ਮਜ਼ਾਕ ਬਣਾ ਰਹੇ ਹੋ। ਇਹ ਸਮਾਂ ਮਦਦ ਕਰਨ ਦਾ, ਮਦਦ ਨਹੀਂ ਕਰਨੀ, ਘੱਟੋ ਘੱਟ ਅਜਿਹਾ ਮੁਖਾਲਫਤਾਂ ਨਾ ਡਾਓ। ਤੁਸੀਂ ਇੱਥੇ ਤੱਕ ਜਾਣਾ ਬਹੁਤ ਗਲਤ। ਦਿਸ ਇਜ਼ ਵਾਟ ਯੂ ਕਾਲ ਬਿਲੋ ਦਾ ਬੈਲਟ। ਇਹ ਸਾਡੀ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨੂੰ ਪਬਲਿਕਲੀ ਨਿੰਦਣਾ ਚਾਹੀਦਾ ਸੀਗਾ। ਅਜੇ ਤੱਕ ਵਰਲਡ ਲੈਵਲ ਉੱਤੇ ਇਹਦੀ ਕੋਈ ਨਹੀਂ ਆਈ ਹੈ, ਪਰ ਲੋਕਾਂ ਨੇ, ਬਹੁਤ ਲੋਕਾਂ ਨੇ ਇਹਦਾ ਇਤਰਾਜ਼ ਕੀਤਾ ਔਰ ਇਹਨੂੰ ਇੱਥੇ ਇਤਰਾਜ਼ ਜਤਾਇਆ ਗਿਆ ਔਰ ਬਹੁਤ ਨਿੰਦਣਯੋਗ ਗੱਲ ਕੀਤੀ ਚਾਈਨਾ ਨੇ। ਇਹਨਾਂ ਨੂੰ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ। ਜੀ ਬਿਲਕੁਲ ਸਰ। ਦੂਜੇ ਪਾਸੇ ਇਹ ਗੱਲ ਹੈ ਕਿ ਜਦੋਂ ਮਦਦ ਦੀ ਗੱਲ ਹੁੰਦੀ ਹੈ ਕਿ ਜੇਕਰ ਸਾਰੀ ਦੁਨੀਆ ਜਾਣਦੀ ਹੈ ਕਿ ਵਾਇਰਸ ਆਇਆ ਕਿੱਥੋਂ ਹੈ, ਸੋ ਜੇਕਰ ਇਸ ਵਕਤ ਕਿਸੇ ਪਾਸੇ ਜਾਂ ਤੁਹਾਡੇ ਗੁਆਂਢੀ ਮੁਲਕ ਦੇ ਵਿੱਚ ਜੇਕਰ ਹਾਲਾਤ ਬੇਕਾਬੂ ਹੋ ਰਹੇ ਨੇ, ਇਹਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਤੁਸੀਂ ਵੀ ਹੈਗੇ ਹੋ। ਬਿਲਕੁਲ ਤਰਨ, ਇੱਕ ਗੱਲ ਜ਼ਰੂਰ ਹੈ, ਟਰੰਪ ਨੇ ਕਿਹਾ ਸੀ ਚਾਈਨਾ ਵਾਇਰਸ, ਠੀਕ ਆ, ਜਿਹੜੀ ਟੋਨ 'ਚ ਕਿਹਾ ਜਾਂਦਾ ਸੀ ਦੈਟ ਵਾਸਨਟ ਸ਼ੁਡਨਟ ਜੀ, ਉਸ ਤੋਂ ਪਹਿਲਾਂ ਵਾਇਰਸ ਦਾ ਕੋਈ ਨਾ ਕੋਈ ਨਾਂ ਹੁੰਦਾ। ਨਾਂ ਇਸ ਤਰ੍ਹਾਂ ਸਪੈਨਿਸ਼ ਤੋਂ ਸੀਗਾ, ਇਹ ਵਾਇਰਸ ਚਾਈਨਾ ਤੋਂ ਸ਼ੁਰੂ ਹੋਇਆ ਸੀਗਾ, ਚਾਈਨਾ ਵਾਇਰਸ ਆ ਗਿਆ। ਇੱਕ ਮੁਰਗੀਆਂ ਦੀ ਗੱਲ ਦੱਸਦਾ ਮੈਂ, ਆਈ ਯੂਜ਼ਡ ਟੂ ਹੈਵ ਅ ਪੋਲਟਰੀ ਫਾਰਮ। ਇੱਕ ਨਾ ਮੁਰਗੀਆਂ ਨੂੰ ਬਿਮਾਰੀ ਪੈ ਜਾਂਦੀ, ਉਹਨੂੰ ਬਿਮਾਰੀ ਨੂੰ ਰਾਣੀ ਖੇਤ ਕਹਿੰਦੇ ਆ। ਐਕਚੁਅਲੀ ਉਹਦਾ ਇੰਗਲਿਸ਼ 'ਚ ਨਾਂ ਹੈਗਾ ਨਿਊਕਾਸਲ ਡਿਜ਼ੀਜ਼। ਉਹ ਜਦੋਂ ਬਿਮਾਰੀ ਪੈਂਦੀ ਹੈ ਤਾਂ ਤੁਹਾਡਾ ਸ਼ੈੱਡ ਖਾਲੀ ਹੁੰਦਾ, ਯਾਨੀ ਬਹੁਤ ਘੱਟ ਮੁਰਗੀ ਬਚਦੀ ਹੈ, ਬਹੁਤ ਤੇਜ਼ ਸਪੀਡ ਚ। ਨਿਊਕਾਸਲ ਡਿਜ਼ੀਜ਼ ਕਿਉਂ ਕਹਿੰਦੇ ਆ? ਤੁਸੀਂ ਪ੍ਰੋਬਲਮ ਸੁਣੀਆਂ, ਕੈਰਿੰਗ ਕੋਸਟ ਨਿਊਕਾਸਲ, ਉਲਟੇ ਬਾਂਸ ਬਰੇਲੀ ਕੋ, ਇਹ ਨਿਊਕਾਸਲ ਇੰਗਲੈਂਡ ਦੇ ਵਿੱਚ ਜਗ੍ਹਾ ਹੈਗੀ ਆ। ਸਭ ਤੋਂ ਪਹਿਲਾਂ ਬਿਮਾਰੀ ਉੱਥੇ ਪਈ ਸੀ, ਇਸ ਕਰਕੇ ਉਹਨੂੰ ਨਿਊਕਾਸਲ ਡਿਜ਼ੀਜ਼ ਕਹਿੰਦੇ ਆ। ਰਾਣੀ ਖੇਤ ਕਿਉਂ ਕਹਿੰਦੇ ਆ? ਇੰਡੀਆ 'ਚ ਯੂਪੀ ਦੇ ਵਿੱਚ, ਸ਼ਾਇਦ ਯੂਪੀ ਉਦੋਂ ਯੂਪੀ ਸੀ, ਹੁਣ ਪਤਾ ਨਹੀਂ ਕਿੱਥੇ ਹੈਗਾ, ਯੂਪੀ ਦੇ ਵਿੱਚ ਜਗ੍ਹਾ ਰਾਣੀ ਖੇਤ, ਸਭ ਤੋਂ ਪਹਿਲਾਂ ਬਿਮਾਰੀ ਉੱਥੇ ਪਈ ਸੀ, ਉਹਨੂੰ ਰਾਣੀ ਖੇਤ ਕਿਹਾ ਜਾਂਦਾ। ਸੋ ਉਹਦੇ ਨਾਂ ਦੇ ਨਾਲ ਤਾਂ ਨਾਂ ਤਾਂ ਲੱਗਣਾ ਹੀ ਲੱਗਣਾ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਣਵੰਤ ਤੋਂ ਬੋਲਦਾ। ਉਹ ਮੈਂ ਇਹ ਗੱਲ ਕਰਨੀ ਸੀ, ਬਾਕੀ ਤਾਂ ਮੈਂ ਤੁਹਾਡਾ ਪ੍ਰੋਗਰਾਮ ਦੇਖਦੀ ਰਹਿਣਾ ਹੈ। ਉਹ ਤਾਂ ਅੱਜ ਦੱਸਿਓ ਵੀ ਜਿਹੜਾ ਵੋਟਾਂ ਪਈਆਂ ਇੰਡੀਆ ਪੰਜੇ ਰਾਜਾਂ ਦੀਆਂ, ਉਹਨਾਂ ਦਾ ਕਿਆ ਕੁਝ ਹੋਇਆ, ਕਿੱਦਾਂ ਹੋਇਆ, ਉਹ ਮੈਨੂੰ ਉਸ ਦਿਨ ਮੈਂ ਕਿਹਾ ਨਹੀਂ ਸੀ, ਉਹ ਟੀਵੀ ਦੇਖ ਨਹੀਂ ਸਕਿਆ ਤੇ ਇਹਨੂੰ ਇਹ ਦੱਸਿਓ, ਕੱਢ ਕੇ ਦੇਖ ਨਹੀਂ ਪਾਇਆ ਕੋਈ। ਜ਼ਰੂਰ, ਜਾਣ ਤੋਂ ਪਹਿਲਾਂ ਜ਼ਰੂਰ ਕਰਕੇ ਜਾਵਾਂਗੇ। ਕਿਉਂਕਿ ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਦੇਖਦਾ, ਤੁਹਾਡਾ ਪ੍ਰੋਗਰਾਮ ਬਹੁਤ ਹੀ ਸੁਣਦਾ, ਤਾਂ ਹੀ ਫੋਨ ਕਰਦਾ। ਥੈਂਕ ਯੂ ਜੀ, ਕੋਈ ਗੱਲ ਨਹੀਂ, ਮੀਡੀਆ ਵਿੱਚ ਦੱਸਿਓ ਜੀ, ਕੋਈ ਗੱਲ ਨਹੀਂ। ਜਾਣ ਤੋਂ ਪਹਿਲਾਂ ਜੀ ਅਸੀਂ ਜ਼ਰੂਰ ਇਹ ਡਿਸਕਸ ਕਰਕੇ ਜਾਵਾਂਗੇ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੇ ਨਾਂ ਤਾਂ ਫਿਰ ਕਿਸੇ ਜਗ੍ਹਾ ਤਾਂ ਦੇਣਾ ਤਰਨ, ਤੇ ਹੁਣ ਚਾਈਨੀਜ਼ ਵਾਇਰਸ ਚ ਉਹਨੇ ਕਹਿ ਤਾਂ ਸੀਗਾ, ਦੈਟਸ ਨਥਿੰਗ ਰੋਂਗ ਵਿਦ ਦੈਟ, ਪਰ ਜਿਹੜੀ ਟੋਨ ਆ ਉਹ ਗਲਤ ਹੈਗੀ ਆ। ਹੁਣ ਬਾਕੀ ਜਿੱਥੇ ਕੋਈ ਇਹੋ ਜਿਹੀ ਗੱਲ ਸ਼ੁਰੂ ਹੋਏਗੀ ਉੱਥੋਂ ਦਾ ਨਾਂ ਤਾਂ ਲੱਗੇਗਾ ਹੀ ਲੱਗੇਗਾ ਜੀ। ਤੁਸੀਂ ਯੂਪੀ ਦੀ ਗੱਲ ਕੀਤੀ ਹੈ, ਯੂਪੀ ਤੋਂ ਹੀ ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਜੀ। ਤਾਂ ਯੂਪੀ ਦੀ ਇੱਕ ਖਬਰ ਸਾਹਮਣੇ ਆਈ ਹੈ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਮਿਸਮੈਚ ਦੀ ਜਦੋਂ ਗੱਲ ਹੁੰਦੀ ਹੈ, ਕਈ ਵਾਰੀ ਵਿਚੋਲੇ ਹੁੰਦੇ ਆ, ਵਿੱਚ ਕੋਈ ਨਾ ਕੋਈ ਓਲਾ ਰੱਖ ਜਾਂਦੇ ਨੇ, ਪਰ ਇਹ ਪੁਰਾਣੇ ਸਮਿਆਂ 'ਚ ਗੱਲ ਜ਼ਿਆਦਾ ਢੁਕਦੀ ਸੀ। ਅੱਜ ਕੱਲ੍ਹ ਹਰ ਕੋਈ ਹਾਈਟੈਕ ਹੋ ਚੁੱਕਿਆ ਹੈ,
ਜਦੋਂ ਕੋਈ ਅਰੇਂਜ ਮੈਰਿਜ ਵੀ ਹੋਣੀ ਹੁੰਦੀ ਹੈ, ਪੂਰੀ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਿ ਮੁੰਡਾ ਕਹੇ ਜਾਂ ਕੁੜੀ ਕਹੇ ਜੀ ਹੈ। ਪਰ ਯੂਪੀ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਲਾਵਾਂ ਦੇ ਦੌਰਾਨ ਜਦੋਂ ਲਾੜੇ ਨੂੰ ਕਿਹਾ ਗਿਆ ਕਿ ਉਹ 2 ਦਾ ਪਹਾੜਾ ਸੁਣਾਵੇ ਤਾਂ ਉਹ ਤੋਂ ਪਹਾੜਾ ਨਹੀਂ ਸੁਣਾਇਆ ਗਿਆ, ਜਿਸ ਤੋਂ ਬਾਅਦ ਲਾੜੀ ਨੇ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ। ਸਰ, ਕੀ ਹੈ ਪੂਰਾ ਮਾਮਲਾ? ਪਹਿਲਾਂ ਬਰਾੜ ਜੀ ਤੁਸੀਂ ਇੱਕ ਵਾਰੀ ਡਿਸਕਨੈਕਟ ਕਰਕੇ ਦੁਬਾਰਾ ਕਨੈਕਟ ਕਰ ਲਓ ਜੀ, ਕੰਮ ਚੱਲਣਾ ਚਾਹੀਦਾ ਜੀ। ਇਹ ਜਿਹੜੀ ਹੈਗੀ ਆ ਤਰਨ 2 ਦਾ ਪਹਾੜਾ ਨਹੀਂ ਆਉਂਦਾ, ਵਿਚੋਲੇ ਨੇ ਬਹੁਤ ਕੁਝ ਕਿਹਾ ਹੋਊਗਾ, ਅੱਗੇ ਤਾਂ ਕੰਮ ਚੱਲ ਜਾਂਦਾ ਸੀਗਾ। ਔਰ ਲੜਕੀ, ਮੈਂ ਕਹਿੰਦਾ ਮੈਂ ਸ਼ਾਬਾਸ਼ ਦਿੰਦਾ ਉਸ ਇਸ ਗੱਲ ਦੀ, ਜਦੋਂ ਉਹ ਵਰਮਾਲਾ ਪਾਉਣ ਲੱਗਿਆ ਤਾਂ ਉਹ ਕਹਿੰਦੀ ਪਹਿਲਾਂ 2 ਦਾ ਪਹਾੜਾ ਦੇਣਾ। ਜਸਟ ਇਮੇਜਿਨ 2 ਦਾ ਪਹਾੜਾ। ਕਹਿੰਦੇ ਉਹਨਾਂ ਨੂੰ ਸ਼ੱਕ ਹੋਇਆ ਕਿ ਜਿਹੜਾ ਉਹਦਾ ਵੁੱਡ ਬੀ ਹਸਬੈਂਡ ਸੀ ਵੀ ਉਹਦੇ ਜੋ ਗੱਲਬਾਤ ਕਰਨ ਦਾ ਵੇ ਸੀ, ਜਿਸ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਿ ਉਹ ਪੜ੍ਹੇ ਲਿਖਿਆ ਵਰਗੀ ਨਹੀਂ ਸੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਆਵਾਜ਼ ਨਹੀਂ ਆ ਰਹੀ ਜੀ ਟੀਵੀ ਦੇ ਉੱਤੇ। ਕਿਹੜੀ ਜਗ੍ਹਾ ਤੇ ਹੋ ਜੀ? ਮੈਂ ਇੱਥੇ ਬਰੰਪਟਨ ਆ ਜੀ। ਬਰੰਪਟਨ ਚ ਜੀ? ਓਕੇ ਸਰ, ਟੈਕਨੀਕਲ ਟੀਮ ਨੂੰ ਮੈਸੇਜ ਤੁਹਾਡਾ ਗਿਆ ਹੈ ਜੀ, ਤੇ ਥੈਂਕ ਯੂ ਜੀ। ਵੈਰੀ ਸੂਨ ਦੇ ਆਰ ਵਰਕਿੰਗ ਔਨ ਇਟ। ਥੈਂਕ ਯੂ ਜੀ। ਬਿਲਕੁਲ। ਸੋ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਕਾਲਸ ਇੱਕ ਕਰਕੇ ਅਟੈਂਡ ਕੀਤੀਆਂ ਜਾਣ ਸਾਰੀਆਂ, ਸੋ ਜਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਸੈੱਟ ਕੀਤਾ ਜਾਵੇ ਜੀ। ਰੀਸਟਾਰਟ ਜ਼ਰੂਰ ਕਰਕੇ ਦੇਖੋ ਜੀ ਇੱਕ ਵਾਰੀ। ਤੇ ਤਰਨ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਸ਼ੱਕ ਸੀਗਾ ਵੀ ਕੁਝ ਫਰਕ ਹੁੰਦਾ, ਐਟੀਕੇਟਸ ਦਾ ਫਰਕ ਹੁੰਦਾ। ਤੁਸੀਂ ਐਜੂਕੇਸ਼ਨ, ਮੈਂ ਉਹ ਨਹੀਂ ਕਹਿੰਦਾ ਵੀ ਐਜੂਕੇਸ਼ਨ ਵਾਲੇ ਸਾਰੇ ਸਿਆਣੇ ਹੁੰਦੇ ਆ ਜਾਂ ਜਿਹੜੇ ਅਨਪੜ੍ਹ ਹੋ ਗਏ ਬਿਲਕੁਲ ਸਿਆਣੇ ਨਹੀਂ ਹੁੰਦੇ। ਬਹੁਤ ਵੱਡੀਆਂ ਪੋਸਟਾਂ ਤੇ ਲੋਕਾਂ ਨੇ ਜਿਹੜੇ ਬਿਲਕੁਲ ਕੁਆਲੀਫਾਈਡ ਵੀ ਹੈ ਨਹੀਂ ਸੀਗੇ, ਉੱਥੇ ਤੱਕ ਪਹੁੰਚੇ ਵੀ ਹੈ ਨਹੀਂਗੇ, ਬੜੇ ਸਿਆਣੇ ਸਨ। ਪਰ ਇਹ ਭਾਈ ਸਾਹਿਬ ਦੇ ਬਾਰੇ, ਇਹਨਾਂ ਦੀ ਆਦਤਾਂ ਤੋਂ ਪਤਾ ਲੱਗਦਾ ਸੀਗਾ ਉਹਨਾਂ ਨੂੰ। ਤੇ ਲੜਕੀ ਨੇ ਹੌਸਲਾ ਕੀਤਾ, ਕਹਿੰਦੇ ਜੀ 2 ਦਾ ਪਹਾੜਾ ਸੁਣਾ ਦਿਓ। ਕਹਿੰਦੇ ਵਰਮਾਲਾ ਤੋਂ ਠੀਕ ਪਹਿਲਾਂ ਉਹਨਾਂ ਨੂੰ ਇਹ ਸ਼ਰਤ ਰੱਖੀ ਕਿ 2 ਦਾ ਪਹਾੜਾ ਸੁਣਾਇਆ ਜਾਵੇ ਤਾਂ ਵਰਮਾਲਾ ਪਾਈ ਜਾਏਗੀ। ਤੇ ਭਾਈ ਸਾਹਿਬ ਨੂੰ ਸੁਣਾ ਨਹੀਂ ਹੋਇਆ ਤੇ ਉਹਨਾਂ ਨੂੰ ਵਾਪਸ ਜਾਣਾ ਪਿਆ। ਜਿਹੜੇ ਇਹ ਮਿਸਮੈਚ ਨੇ ਹਜੇ ਤੱਕ ਵੀ ਹੋਈ ਜਾ ਰਹੇ ਨੇ। ਤੁਸੀਂ ਇਹ ਦੇਖੋ, ਪਰਿਵਾਰ ਕਿੰਨੀ ਸਫਾਈ ਦੇ ਨਾਲ ਝੂਠ ਬੋਲਦੇ ਨੇ। ਤੁਹਾਨੂੰ ਪਤਾ ਕਿ ਕੱਲ ਨੂੰ ਵਿਆਹ ਤੋਂ ਬਾਅਦ ਵੀ ਲੜਕੀ ਨੇ ਉੱਥੇ ਆਉਣਾ ਆ। ਜਦੋਂ ਅਜਿਹੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਉਦੋਂ ਵੀ ਕਿੰਨਾ ਕੁ ਅਜਿਹੇ ਰਿਸ਼ਤੇ ਜਿਹੜੇ ਝੂਠ ਦੀ ਬੁਨਿਆਦ ਤੇ ਬਣਦੇ ਆ, ਕਿੰਨਾ ਕੁ ਸਫਲ ਹੋਣਗੇ। ਅਸਲ ਲੋਕਾਂ ਨੂੰ ਜਿਹੜਾ ਸਾਡਾ ਉੱਥੇ ਦਾ ਕਲਚਰ ਹੈ ਨਾ, ਉਹਦੇ ਚ ਵੀ ਚੱਲ ਇੱਕ ਵਾਰੀ ਵਿਆਹ ਹੋ ਗਿਆ, ਕੋਈ ਨਾ ਭਾਈ ਘਰੋਂ ਚੰਗੇ ਹੈਗੇ ਆ, ਠੀਕ ਆ, ਕੰਮ ਚੱਲੀ ਜਾਊਗਾ, ਇਹੋ ਜਿਹਾ ਕੁਛ ਹੁੰਦਾ। ਸਾਡੇ ਚ ਝੂਠ ਰਿਸ਼ਤੇ ਜਦੋਂ ਹੁੰਦੇ ਆ ਨਾ, ਤੁਸੀਂ ਵੀ ਜਾਣਦੇ ਹੋਵੋਗੇ, ਤੁਸੀਂ ਵੀ ਜਾਣਦੇ ਹੋਵੋਗੇ ਕਿ ਐਸੇ ਰਿਸ਼ਤੇ ਜ਼ਰੂਰ ਹੋਏ ਹੋਣਗੇ ਜਿਹ ਚ ਵਾਧੂ ਘਾਟੂ ਮੈਂ ਤਾਂ ਕਈ ਜਾਣਦਾ, ਜਿਹਦੇ ਵਿੱਚ ਕਿਹਾ ਹੈਗਾ ਕਿ ਮੁੰਡਾ ਤਾਂ ਜੀ ਇਹ ਕਾਨੂੰਨ ਐਜੂਕੇਟਡ ਹੈ ਤੇ ਉਹ ਉੱਥੇ ਤੱਕ ਪਹੁੰਚਿਆ ਵੀ ਨਹੀਂ ਸੀਗਾ। ਸਰ, ਜਿਹੜੀਆਂ ਅੱਜ ਕੱਲ੍ਹ ਆਰਟਸ ਮੈਰਿਜਸ ਹੁੰਦੀਆਂ ਨੇ, ਐਵੇਂ ਹੀ ਹੁੰਦੀਆਂ ਨੇ ਕਿ ਬਹੁਤ ਹੀ ਪੜ੍ਹੀਆਂ ਲਿਖੀਆਂ ਕੁੜੀਆਂ ਹੁੰਦੀਆਂ ਨੇ ਤੇ ਬਹੁਤ ਘੱਟ ਪੜ੍ਹੇ ਲਿਖੇ ਮੁੰਡੇ ਹੁੰਦੇ ਨੇ। ਦੈਟ ਇਜ਼ ਅ ਬਿਜ਼ਨਸ। ਔਰ ਅਸੀਂ ਅਬਿਊਜ਼ ਕਰਨ ਲੱਗੇ ਹਾਂ ਸਿਸਟਮ ਨੂੰ। ਉਸ ਸਿਸਟਮ ਨੂੰ ਅਬਿਊਜ਼ ਕਰਨ ਵਾਸਤੇ ਇੱਕ ਪਰਿਵਾਰ ਪੈਸੇ ਲਾਉਂਦਾ ਤੇ ਦੋਨੇ ਆਉਂਦੇ ਹੈਗੇ ਆ, ਤੇ ਆਈ ਗੈਸ ਦੇ ਕਾਈਂਡ ਆਫ ਅਗਰੀਡ ਟੂ ਦੈਟ ਥਿੰਗ। ਉਹ ਬਿਜ਼ਨਸ ਪੈਕੇਜ ਕੀਤਾ ਹੈ ਜਿਹੜਾ ਲੁਕੋ ਕੇ ਅਸਲ ਦੱਸਣਾ ਹੀ ਹੈ ਨਹੀਂਗਾ, ਝੂਠ ਬੋਲਣਾ ਵੀ ਇਹ ਇੰਨਾ ਐਜੂਕੇਟਡ ਹੈਗਾ। ਪਰ ਕੀ ਕਰ ਸਕਦੇ ਹਾਂ, ਉੱਥੇ ਤਾਂ ਉਹਨਾਂ ਦੀਆਂ ਡਿਗਰੀਆਂ ਵੀ ਛਾਪੀਆਂ ਜਾ ਰਹੀਆਂ ਕਿ ਜਦੋਂ ਡਿਗਰੀ ਕੰਪਿਊਟਰ ਨਹੀਂ ਸੀ ਹੁੰਦਾ, ਹੁਣ ਕੰਪਿਊਟਰ ਦੀਆਂ ਡਿਗਰੀਆਂ ਵੀ ਛਾਪੀਆਂ ਜਾ ਰਹੀਆਂ ਨੇ। ਜਦੋਂ ਉੱਥੋਂ ਇਹੋ ਜਿਹਾ ਕੁਝ ਹੋ ਸਕਦਾ, ਜੇ ਆਹ ਕਹਿ ਦਿੱਤਾ ਗਿਆ ਤਾਂ ਮੇਰੇ ਖਿਆਲ ਆ 2 ਦਾ ਪਹਾੜੇ ਨਹੀਂ ਆਉਂਦਾ। ਤੁਸੀਂ ਇਹ ਦੇਖੋ ਕਿ ਮੰਤਰੀ ਮੰਡਲ 'ਚ ਕਿੰਨੀਆਂ ਮੰਤਰੀਆਂ ਦੀਆਂ ਡਿਗਰੀਆਂ ਦੀ ਜਿਹੜੀ ਆ ਉਹ ਕੁਐਸਚਨ ਮਾਰਕ ਉੱਠੇ ਨੇ। ਸਮ੍ਰਿਤੀ ਇਰਾਨੀ ਦੀ ਡਿਗਰੀ ਦੇ ਉੱਤੇ ਵੀ ਬਹੁਤ ਸਾਰੇ ਕੁਐਸਚਨਸ ਹੋਏ ਸੀਗੇ, ਉਹਨਾਂ ਨੇ ਕੰਪਲੀਟ ਕੀਤੀ ਹੈ ਜਾਂ ਨਹੀਂ ਕੀਤੀ ਹੈਗੀ। ਹਾਲਾਂਕਿ ਬਾਅਦ 'ਚ ਉਹਨਾਂ ਦਾ ਮਹਿਕਮਾ ਬਦਲ ਦਿੱਤਾ ਗਿਆ ਸੀ। ਤੇ ਫਿਰ ਕੀ ਹੋ ਗਿਆ, ਜਦੋਂ ਮਹਿਕਮਾ ਬਦਲਤਾ ਡਿਗਰੀ ਤਾਂ ਨਹੀਂ ਆਈ। ਸਾਡੇ ਇੱਥੇ ਕੇਸ ਹੋਇਆ ਸੀਗਾ, ਤੁਹਾਨੂੰ ਬਹੁਤਿਆਂ ਨੂੰ ਪਤਾ ਹੋ ਗਿਆ ਜੀ, ਜਗਤ ਧੂੜੀਆ ਸਾਹਿਬ ਮੈਂਬਰ ਪਾਰਲੀਮੈਂਟ ਸੀ, ਇੱਕ ਵਾਰੀ ਬਣੇ ਨੇ। ਉਦੋਂ ਮਗਰੋਂ ਉਹਨਾਂ ਨੂੰ ਲਿਬਰਲ ਪਾਰਟੀ ਛੱਡਣੀ ਪੈ ਗਈ ਸੀਗੀ ਬਿਕਾਜ਼ ਉਹਨਾਂ ਨੇ ਆਪਦੀ ਡਿਗਰੀ ਦੇ ਵਿੱਚ ਗਲਤ ਇਨਫੋਰਮੇਸ਼ਨ ਜਿਹੜੀ ਕਿ ਉਹਨਾਂ ਨੇ ਲਿਖਿਆ ਸੀ ਲਾਅ ਦਾ ਨਾ ਕਿ ਈਅਰ ਲਿਖਤਾ ਸੀਗਾ, ਡਿਗਰੀ ਪੂਰੀ ਨਹੀਂ ਸੀ ਹੋਈ। ਯੂ ਕੈਨ ਡੂ ਦੈਟ, ਯੂ ਨਾਟ ਅਲਾਉਡ ਟੂ ਡੂ ਦੈਟ। ਔਰ ਜੇ ਤੁਸੀਂ ਇੱਥੇ ਇਹ ਗੱਲ ਹੋਈ ਸੀਗੀ ਤਾਂ ਹੁਣ ਆਪਦਾ ਕਰਨਾ ਪਿਆ ਸੀ। ਉੱਥੇ ਬੱਲੇ ਬੱਲੇ ਸਾਰੇ ਸੌਰੀ ਇੱਕ ਧਰਮ ਦੇ ਨਾਂ ਦੇ ਉੱਤੇ ਨਾਅਰੇ ਲੱਗ ਰਹੇ ਨੇ। ਨਾਅਰੇ ਦੇ ਨਾਲ ਕੰਮ ਨਹੀਂ ਚੱਲਦਾ ਔਰ ਦਿਸ ਰਿਹਾ ਕਿ ਇਸ ਵੇਲੇ ਕੰਮ ਦੀ ਹਾਲਤ ਕੀ ਹੈਗੀ ਹੈ। ਬਾਕੀ ਸਾਰੀ ਦੁਨੀਆ ਮਖੌਲ ਕਰ ਰਹੀ ਹੈ। ਚੰਗੀ ਗੱਲ ਹੈ ਕਿ ਐਟਲੀਸਟ ਜੇ ਤੁਸੀਂ ਮੰਨ ਲਵੋਗੇ ਤਾਂ ਤੁਹਾਨੂੰ ਹੋਰ ਮਦਦ ਵੀ ਆਏਗੀ। ਸਭ ਮਦਦ ਦੇਣ ਵਾਸਤੇ ਤਿਆਰ ਬੈਠੇ ਨੇ। ਬਟ ਆਹ ਜਿਹੜੀ ਗੱਲ ਹੈਗੀ ਆ, ਆਈ ਗੈਸ ਦਿਸ ਗਾਈ ਡਿਜ਼ਰਵਡ ਇਟ, ਨਾ ਇਹ ਹੋਣੀ ਚਾਹੀਦੀ ਸੀ ਜੀ। ਤੁਸੀਂ ਇਹ ਤਾਂ ਗੱਲ ਕੀਤੀ ਹੈ ਕਿ ਡਿਜ਼ਰਵ ਕਰਦੇ ਸੀ। ਚਲੋ ਵਿਆਹ ਤੋਂ ਪਹਿਲਾਂ ਹੀ ਜਿਹੜਾ ਪਤਾ ਲੱਗ ਗਿਆ ਤੇ ਕੁੜੀ ਨੇ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ। ਪਰ ਇੱਕ ਬਹੁਤ ਹੀ ਮਸ਼ਹੂਰ ਸ਼ਖਸ ਦੀ ਗੱਲ ਕੀਤੀ ਜਾਵੇ, ਅੱਜ ਹੀ ਤਾਜ਼ਾ ਖਬਰ ਉਹਨਾਂ ਦੇ ਬਾਰੇ ਵਿੱਚ ਆਈ ਹੈ। ਬਿਲ ਗੇਟਸ ਦੇ ਬਾਰੇ ਵਿੱਚ ਸਾਹਮਣੇ ਆਇਆ ਜੀ, ਡਾਈਵੋਰਸ ਹੋ ਗਿਆ ਉਹਨਾਂ ਦਾ। ਸਰ, ਇਹਨਾਂ ਦਾ ਕੀ ਰੀਜ਼ਨ ਰਿਹਾ? ਦੇਖੋ ਜੀ, ਬਿਲ ਤੇ ਮਲਿੰਡਾ ਗੇਟਸ ਦੁਨੀਆ ਦੇ ਮੇਰੇ ਖਿਆਲ ਸਭ ਤੋਂ ਅਮੀਰ ਕਪਲ ਹੋਏਗਾ ਜੀ। $124 ਬਿਲੀਅਨ, ਮਿਲੀਅਨ ਨਹੀਂ ਹੈ, ਉਦੋਂ ਅਗਲਾ ਜੀ ਬਿਲੀਅਨ ਹੈ। ਉਹਨੇ ਅੱਜ ਇਹਨਾਂ ਦਾ ਹੁਣੀ ਨਿਊਜ਼ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਆਇਆ ਜੀ ਮੈਸੇਜ ਕਿ ਉਹਨਾਂ ਨੇ ਨਿਊਜ਼ ਆਈ ਹੈ ਕਿ
ਕਿ ਉਹਨਾਂ ਨੇ ਆਪਦੀ ਰਜ਼ਾਮੰਦੀ ਦੇ ਨਾਲ ਅੱਡ ਹੋਣਾ ਤੈਅ ਕਰ ਲਿਆ। ਇੱਕ ਗੱਲ ਜ਼ਰੂਰ ਹੈਗੀ ਆ, ਬਿਲ ਗੇਟ ਵੀ ਇੰਨਾ ਨਹੀਂ ਪੜ੍ਹਿਆ ਹੈ। ਇਹ ਹਾਲਾਂਕਿ ਇਹਨੇ ਬਹੁਤ ਥਾਵਾਂ ਦੀਆਂ ਡਾਕਟਰਸੀਆਂ ਡਿਗਰੀ ਬਣੀਆਂ ਹੋਈਆਂ ਨੇ, ਬਾਅਦ 'ਚ ਵੀ ਇੰਨਾ ਨਹੀਂ ਸੀ ਪੜ੍ਹਿਆ ਹੈ। ਮੇਰੇ ਖਿਆਲ ਸਟੀਵ ਜੈਕਬਸ ਵੀ ਨਹੀਂ ਸੀ ਇੰਨਾ ਪੜ੍ਹਿਆ, ਜਿਹਦੇ ਐਪਲ ਵਾਲਾ, ਪਰ ਸਮਾਰਟ ਬੜੇ ਸੀਗੇ। ਇਹਨਾਂ ਦਾ ਵੱਖਰਾ ਹੋ ਗਿਆ ਜੀ, ਔਰ ਇਹਨਾਂ ਦੇ ਬੱਚੇ ਵੀ ਹੈਗੇ ਨੇ। ਹੁਣ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਆਪਦਾ ਸਾਰੇ ਦਾ ਸਾਰਾ ਪੈਸਾ, ਜੀ ਬਹੁਤਾ ਪੈਸਾ, ਬਿਲ ਗੇਟਸ ਫਾਊਂਡੇਸ਼ਨ ਨੂੰ ਦੇਣਾ ਸੀਗਾ। ਦਾਨ ਕਰਨਾ ਇਹਨਾਂ ਨੇ ਆਲਰੇਡੀ ਮੰਨਿਆ ਹੋਇਆ। ਹੁਣ ਇਹਨਾਂ ਦਾ ਝਗੜਾ ਹੋ ਗਿਆ, ਅੱਡ ਹੋ ਗਏ ਨੇ। ਹੁਣ ਉਹ ਪੈਸਾ ਜਿਹੜਾ ਫਾਊਂਡੇਸ਼ਨ ਨੂੰ ਜਾਣਾ ਸੀਗਾ, ਉਹ ਕਿੱਥੇ ਜਾਏਗਾ, ਕਿਵੇਂ ਜਾਏਗਾ? ਫਾਊਂਡੇਸ਼ਨ ਵਾਲਿਆਂ ਨੂੰ ਜ਼ਿਆਦਾ ਫਿਕਰ ਹੋਏਗਾ। ਇਹਨਾਂ ਦਾ ਜਿਹੜੀ ਇਹ ਗੱਲ ਹੋਈ ਹੈ, ਇਹ ਮੈਂ ਉਹ ਨਹੀਂ ਕਹਿੰਦਾ ਕਿ ਨਾਰਮਲ ਹੈ, ਪਰ ਇਹ ਸਟੇਜ ਦੇ ਉੱਤੇ ਆ ਕੇ ਕਈ ਲੋਕ, ਤੁਸੀਂ ਅਮੀਰ ਹੀ ਇੰਨੇ ਹੋ ਜਾਂਦੇ ਹੋ ਕਿ ਤੁਹਾਨੂੰ ਕਈ ਵਾਰੀ ਬੰਦਾ ਤਿਲਕ ਜਾਂਦਾ। ਸ਼ਾਇਦ ਕੋਈ ਐਸੀ ਗੱਲ ਹੋਵੇ, ਪਰ ਇੱਥੋਂ ਦੇ ਸੁਸਾਇਟੀ ਦੇ ਵਿੱਚ ਇਹ ਗੱਲਾਂ ਆਮ ਨੇ ਕਿ ਡਿਵੋਰਸ ਹੋ ਗਿਆ, ਦੋਨੇ ਆਪੋ ਆਪਣੇ ਰਾਹ ਪਏ ਨੇ। ਔਰ ਬਹੁਤੇ ਕੇਸਿਸ ਇਹੋ ਨੇ ਤਰਨ, ਜਿਹੜੇ ਇਸ ਲੈਵਲ ਤੇ ਹੁੰਦੇ ਨੇ, ਉਹਨਾਂ ਦਾ ਰਜਾਮੰਦੀ ਨਾਲ ਹੋ ਜਾਂਦਾ। ਕੋਰਟਸ ਦੇ ਵਿੱਚ, ਕਚਹਿਰੀਆਂ 'ਚ ਘੱਟ ਘੜੀਸਦੇ ਇੱਕ ਦੂਜੇ ਨੂੰ, ਕਿਉਂਕਿ ਪੈਸੇ ਹੀ ਇੰਨੇ ਜ਼ਿਆਦਾ ਹੈ। ਕਿਸੇ ਨੂੰ ਬਿਲੀਅਨ ਹੈ, 124 ਬਿਲੀਅਨ, ਜੇ ਕਿਸੇ ਨੂੰ 1 ਬਿਲੀਅਨ, 2 ਬਿਲੀਅਨ, 4 ਬਿਲੀਅਨ ਘੱਟ ਮਿਲ ਵੀ ਗਏ, ਖਾ ਤਾਂ ਲੈਣੇ ਨਹੀਂ ਨੋਟ। ਇਹਨਾਂ ਦਾ ਗੁਜ਼ਾਰਾ ਤਾਂ ਬੱਚਿਆਂ ਵਾਸਤੇ ਚਾਹੀਦਾ, ਬੱਚਿਆਂ ਵਾਸਤੇ ਰਿਹਾ ਗਿਆ। ਬਟ ਇਟਸ ਅ ਬਿਗ ਸ਼ੌਕ ਟੂ ਦਾ, ਕਿਉਂਕਿ ਉਹ ਕਮਿਊਨਿਟੀ ਹੈ ਜਿਹੜੇ ਕਿ ਸਾਰੀ ਦੁਨੀਆ ਵਿੱਚ ਥਾਂ ਤੇ ਇਹ ਦਾਨ ਕਰਦੇ ਸੀਗੇ, ਔਰ ਉਸ ਚੀਜ਼ ਨੂੰ ਬਹੁਤ ਵੱਡਾ ਝਟਕਾ ਲੱਗੇਗਾ। ਜੀ ਬਿਲਕੁਲ। ਤੇ ਅਗਲੀ ਖਬਰ ਥੋੜੀ ਜਿਹੀ ਖੁਸ਼ਖਬਰੀ ਵੀ ਦਿਖਾ ਦਈਏ। ਅਮਰੀਕਾ ਤੋਂ ਖਬਰ ਸਾਹਮਣੇ ਆ ਰਹੀ ਹੈ ਜੀ, ਰਿਫਿਊਜੀਸ ਨੂੰ ਲੈ ਕੇ, ਰਿਫਿਊਜੀਆਂ ਦਾ ਆંકੜਾ ਵਧਾ ਦਿੱਤਾ ਗਿਆ। ਜਿਹੜੇ ਵੀ ਰਿਫਿਊਜੀਸ ਇਸ ਵਕਤ ਅਮਰੀਕਾ ਦੇ ਵਿੱਚ ਹੈਗੇ ਨੇ, ਸੋ ਉਹਨਾਂ ਦੇ ਲਈ ਖੁਸ਼ਖਬਰੀ ਇਹ ਹੈ ਕਿ ਵੱਧ ਰਿਫਿਊਜੀਸ ਨੂੰ ਹੁਣ ਕਬੂਲ ਕਰੇਗਾ ਅਮਰੀਕਾ। ਬਾਈਡਨ ਪ੍ਰਸ਼ਾਸਨ ਨੇ ਨਵਾਂ ਫੈਸਲਾ ਸ਼ੁਰੂ ਕੀਤਾ ਜੀ। ਸਰ, ਕੀ ਹੈ ਪੂਰਾ ਮਾਮਲਾ? ਜਿਹੜਾ ਪਿਛਲੀ ਵਾਰੀ ਸੀ, ਜਦੋਂ ਟਰੰਪ ਸਾਹਿਬ ਆਏ ਨੇ, ਉਦੋਂ ਤਾਂ ਇਹਨਾਂ ਨੇ ਇਹ ਗੱਲ ਕੀਤੀ ਸੀ 15,000 ਇੱਕ ਸਾਲ ਦੇ ਰਹਿਣਗੇ। ਇੱਕ ਤਾਂ ਵੱਡਾ ਮੁਲਕ, ਤਾਂ 15,000 ਰੈਫਿਊਜੀ ਤਾਂ ਕੁਛ ਗਿਣਤੀ ਵਿੱਚ ਵੀ ਨਹੀਂ ਆਉਂਦਾ। ਹੁਣ ਜਦੋਂ ਬਾਈਡਨ ਸਾਹਿਬ ਆ ਗਏ ਨੇ, ਬਾਈਡਨ ਸਾਹਿਬ ਨੇ ਅਜੇ ਤੱਕ ਇੱਥੇ ਕੋਈ ਫੈਸਲਾ ਨਹੀਂ ਸੀ ਕੀਤਾ। ਹਜੇ ਤੱਕ ਵੀ ਰੁਕੇ ਹੋਏ ਸੀਗੇ ਵੀ ਕੋਈ ਗੱਲ ਨਹੀਂ, ਸਾਰ ਦਿੰਦੇ ਆ, ਕਿਉਂਕਿ ਸਾਰੇ ਪੋਲੀਟੀਸ਼ੀਅਨ ਕੁਛ ਨਾ ਕੁਛ, ਜਦੋਂ ਕਿਤੇ ਐਡਵਾਂਟੇਜ ਆਣਾ ਉਸੇ ਵੇਲੇ ਉਹ ਚੀਜ਼ ਦਾਗਣੀ, ਉਦੋਂ ਪਹਿਲਾਂ ਕਰਕੇ ਕੀ ਕਰਨਾ। ਬਟ ਪ੍ਰੈਸ਼ਰ ਇਹਨਾਂ ਦੇ ਦੇਣਾ ਪਿਆ ਸੀਗਾ। ਉਹਨਾਂ ਨੇ 65,000 ਰੈਫਿਊਜੀਜ਼ ਜੀ ਹਰ ਸਾਲ ਜਿਹੜਾ US ਆ ਉਹ ਲਿਆ ਕਰੇਗਾ। ਪਰ ਇਸ ਸਾਲ ਲੱਗਦਾ ਕਿਉਂਕਿ ਕੋਵਿਡ ਕਰਕੇ ਕੋਟਾ ਨਹੀਂ ਪੂਰਾ ਹੋ ਸਕਦਾ। ਦੈਟਸ ਵਾਟ ਮਿਸਟਰ ਬਾਈਡਨ ਸੈਡ। ਵੈਸੇ 65,500 ਜੀ, ਐਕਚੁਅਲੀ 62,500 ਜਿਹੜੇ ਹਰ ਸਾਲ ਰੈਫਿਊਜੀਜ਼ ਫਰੋਮ ਐਨੀਵੇਅਰ ਇਨ ਦ ਵਰਲਡ, ਜੈਨੂਇਨ ਰੈਫਿਊਜੀਜ਼, ਉਹਨਾਂ ਨੂੰ ਜਿਹੜਾ US ਹੈ ਜੀ ਉਹ ਲਿਆ ਕਰੇਗਾ। ਇਟਸ ਅ ਗੁੱਡ ਨਿਊਜ਼, ਚੰਗੀ ਗੱਲ ਹੈ। ਜੋ ਕੁਛ ਟਰੰਪ ਸਾਹਿਬ ਨੇ ਬੰਦ ਕੀਤਾ ਸੀਗਾ, ਉਹ ਵੀ ਪਾਲਿਸੀ ਠੀਕ ਨਹੀਂ ਸੀ, ਬਹੁਤੀ ਲਿਬਰਲ ਪਾਲਿਸੀ ਵੀ ਠੀਕ ਨਹੀਂ ਹੈ। ਕੁਛ ਵਿੱਚ ਵਿਚਾਲੇ ਚਾਹੀਦਾ। ਦੇਖੋ, ਜਿਹੜੇ ਹੁਣ ਖਾਂਦੇ ਪੀਂਦੇ ਦੇਸ਼ ਨੇ, ਕਿਸੇ ਥਾਂ ਤੇ ਤਾਂ ਲੋਕਾਂ ਨੂੰ ਖਾਣ ਨੂੰ ਵੀ ਨਹੀਂ ਮਿਲ ਰਿਹਾ। ਜਿਹੜਾ ਜੈਨੂਇਨ ਰੈਫਿਊਜੀ ਹੈ, ਕਿਉਂ ਨਹੀਂ ਉਹਨਾਂ ਨੂੰ ਤੁਸੀਂ ਸਾਂਭ ਸਕਦੇ? ਹੋਰਾਂ ਥਾਵਾਂ ਤੇ ਵੀ ਇੰਨਾ ਪੈਸਾ ਲੱਗਦਾ, ਇੰਨਾ ਦਾਨ ਹੁੰਦਾ, ਦਿੱਤਾ ਜਾਂਦਾ, ਫਾਊਂਡੇਸ਼ਨਸ ਇੰਨੀਆਂ ਬਣੀਆਂ ਹੋਈਆਂ ਨੇ। ਜੇ ਤਾਂ ਉਹ ਆ ਕੇ ਤੁਹਾਡੀ ਆਪਣੀ ਦੇਸ਼ ਵਿੱਚ ਆ ਕੇ ਜੋ ਜ਼ਿੰਦਗੀ ਸ਼ੁਰੂ ਕਰਦਾ ਹੈ, ਔਰ ਤੁਹਾਡੇ ਦੇਸ਼ ਦੇ ਵਿੱਚ ਮੋਸਟਲੀ ਲੋਕਾਂ ਨੇ ਜਿਹੜੇ ਰੈਫਿਊਜੀਜ਼ ਆਉਂਦੇ ਆ, ਕਿਸੇ ਹਿਸਾਬ 'ਚ ਵੀ ਆਏ ਆ, ਜਾਂ ਇਮੀਗ੍ਰੈਂਟਸ ਆਉਂਦੇ ਨੇ, ਉਹ ਆ ਕੇ ਜ਼ਿਆਦਾ ਮਿਹਨਤ ਕਰਦੇ ਨੇ। ਉਸ ਦੇਸ਼ ਵਿੱਚ ਪਹਿਲੀ ਜਿਹੜੀ ਜਨਰੇਸ਼ਨ ਆਏਗੀ ਉਹ ਜ਼ਿਆਦਾ ਮਿਹਨਤ ਕਰੇਗੀ, ਦੂਜੀ ਥੋੜੀ ਜਿਹੀ ਘਟ ਜਾਏਗੀ, ਅਖੀਰ ਤੀਜੀ ਚੌਥੀ ਨੂੰ ਘਟਣ ਜ਼ਿਆਦਾ ਲੱਗ ਜਾਂਦਾ। ਪਰ ਜਿਹੜਾ ਨਵਾਂ ਬੰਦਾ ਆਉਂਦਾ, ਫਰੈਸ਼ ਆਉਂਦਾ, ਮਿਹਨਤ ਕਰਨ ਵਾਸਤੇ ਆਉਂਦਾ, ਸੋਚ ਕੇ ਇਹ ਆਉਂਦਾ, ਔਰ ਉਹ ਇਸ ਜਿਹਨੇ ਹੁਣ ਆਪਣੇ US ਦੇ ਵਿੱਚ ਜਿੰਨੀਆਂ ਵੱਡੀਆਂ ਵੱਡੀਆਂ ਫਰਮਸ ਨੇ, ਨਾਸਾ ਹੈਗਾ, ਕਿੰਨੇ ਡਾਕਟਰਸ ਨੇ, ਸਾਰੇ ਰੈਫਿਊਜੀਜ਼ ਨਹੀਂ ਆਏ, ਸਾਰੇ ਵਿਜ਼ਟਰਸ ਆਏ ਨੇ। 30% ਆਫ ਦਾ ਨਾਸਾ ਇੰਜੀਨੀਅਰਸ ਆਰ ਬੋਰਨ ਇਨ ਇੰਡੀਆ। ਏਡੀ ਵੱਡੀ ਗੱਲ ਹੈਗੀ ਆ। ਉਹ ਆ ਕੇ ਕੰਟਰੀਬਿਊਸ਼ਨ ਨਹੀਂ ਕਰਦੇ। ਚੰਗੀ ਗੱਲ ਕੀਤੀ ਹੈ ਜਿਹੜੀ ਇਹ ਕੋਟਾ ਵਧਾਇਆ ਗਿਆ। ਤੁਸੀਂ ਟਰੰਪ ਪ੍ਰਸ਼ਾਸਨ ਦੀ ਗੱਲ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਜੋ ਉੱਥੇ ਡਿਟੈਂਸ਼ਨ ਸੈਂਟਰਸ ਦੇ ਵਿੱਚ ਪਰਿਵਾਰਾਂ ਨੂੰ ਵੱਖ ਕੀਤਾ ਸੀ, ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਸੀ। ਸੋ ਹੁਣ ਬਾਈਡਨ ਪ੍ਰਸ਼ਾਸਨ ਇਹਦੇ ਵਿੱਚ ਵੀ ਇੱਕ ਕਦਮ ਅੱਗੇ ਵਧਾਉਣ ਜਾ ਰਿਹਾ ਤੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਜਾ ਰਿਹਾ। ਇਸ ਹਫ਼ਤੇ 'ਚ ਜੀ ਮੇਰੇ ਖਿਆਲ ਇਟਸ ਕਾਈਂਡ ਆਫ ਅ ਸੀਕ੍ਰੇਟ ਥਿੰਗ, ਮੰਡੇ ਤੇ ਵੈਨਸਡੇ ਦੇ ਵਿੱਚ ਅੱਜ ਤੇ ਵੈਨਸਡੇ ਦੇ ਵਿੱਚ ਕਈ ਪਰਿਵਾਰ ਐਸੇ ਨੇ ਜਿਨ੍ਹਾਂ ਨੂੰ ਆਲਰੇਡੀ ਲੱਭ ਲਿਆ ਗਿਆ। ਤੁਹਾਨੂੰ ਯਾਦ ਹੋਣਾ ਟਰੰਪ ਸਾਹਿਬ ਨੇ ਬੱਚੇ ਅੱਡ ਕਰਤੇ ਸੀਗੇ, ਮਾਪੇ ਅੱਡ ਕਰਤੇ ਸੀਗੇ ਜਦੋਂ ਆਉਣ ਲੱਗੇ ਹੋਏ ਸੀਗੇ, ਬੱਚਿਆਂ ਦਾ ਪਤਾ ਨਹੀਂ ਸੀ ਲੱਗਦਾ। ਪਰ ਕੁਛ ਇੱਕ ਜਿਹੜੀ ਫੈਮਲੀਜ਼ ਨੇ, ਕੁਛ ਇੱਕ ਮਾਪੇ ਬੱਚਿਆਂ ਦੇ ਲੱਭ ਲਏ ਗਏ ਨੇ। ਉਹਨਾਂ ਨੂੰ ਹੁਣ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਮੈਕਸੀਕੋ ਤੋਂ US ਦੇ ਵਿੱਚ ਉਹਨਾਂ ਨੂੰ ਇਸ ਹਫ਼ਤੇ ਦੇ ਵਿੱਚ ਅਲਾਉ ਕਰਤਾ ਜਾਵੇਗਾ ਜੀ। ਪਰ ਜਦੋਂ ਦਾ ਬਾਈਡਨ ਪ੍ਰਸ਼ਾਸਨ ਸੱਤਾ ਦੇ ਵਿੱਚ ਆਇਆ, ਜਦੋਂ ਤੋਂ 20 ਜਨਵਰੀ ਤੋਂ ਬਾਅਦ ਇਹਨਾਂ ਨੇ ਅਹੁਦਾ ਸੰਭਾਲਿਆ, ਉਦੋਂ ਤੋਂ ਇਹ ਗੱਲਾਂ ਖਾਸ ਤੌਰ ਤੇ ਉੱਡ ਰਹੀਆਂ ਨੇ ਕਿ
ਜਿਹੜੀ ਇਮੀਗ੍ਰੇਸ਼ਨ ਨੀਤੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਰਿਫਾਰਮਸ ਤਾਂ ਕਰੀ ਜਾ ਰਹੇ ਨੇ, ਸੁਧਾਰ ਕਰੀ ਜਾ ਰਹੇ ਨੇ, ਕਹਿ ਰਹੇ ਨੇ ਕਿ ਹੋਰ ਜ਼ਿਆਦਾ ਇਮੀਗ੍ਰੈਂਟਸ ਨੂੰ ਬੁਲਾਵਾਂਗੇ ਜਾਂ ਜਿਹੜੇ ਇੱਥੇ ਕੱਚੇ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਸੋ ਇਸ ਖਬਰ ਤੋਂ ਬਾਅਦ ਤੋਂ ਹੀ ਜਿਹੜਾ ਉੱਥੇ ਬਾਰਡਰਸ ਦੇ ਉੱਤੇ ਇਲੀਗਲ ਲੋਕਾਂ ਦਾ ਰਸ਼ ਬਹੁਤ ਜ਼ਿਆਦਾ ਵੱਧ ਗਿਆ। ਗੱਲ ਕਰਾਂਗੇ ਜੀ, ਦਰਸ਼ਕ ਇੱਕ ਜੁੜ ਗਏ ਨੇ, ਮਾਫੀ ਚਾਹਾਂਗੇ ਫੋਨ ਡਿਸਕਨੈਕਟ ਹੋ ਗਿਆ। ਸਰ, ਇਲੀਗਲ ਲੋਕਾਂ ਦਾ ਰਸ਼ ਬਹੁਤ ਜ਼ਿਆਦਾ ਵੱਧ ਗਿਆ ਇਸ ਵਕਤ, ਉੱਥੇ ਇੰਨਾ ਕੁ ਜ਼ਿਆਦਾ ਰਸ਼ ਪੈ ਰਿਹਾ ਕਿ ਜਿਹੜੇ ਆਪੋਜੀਸ਼ਨਸ ਵਾਲੇ ਨੇ ਉਹ ਵੀ ਬਾਈਡਨ ਸਰਕਾਰ ਨੂੰ ਕੋਸਣ ਲੱਗ ਗਏ ਨੇ ਕਿ ਤੁਹਾਡੀਆਂ ਢਿੱਲੀਆਂ ਨੀਤੀਆਂ ਦੇ ਕਰਕੇ ਸਭ ਕੁਝ ਹੋ ਰਿਹਾ। ਕੈਲੀਫੋਰਨੀਆ ਦੀ ਖਬਰ ਸਾਹਮਣੇ ਆਈ ਹੈ ਜੀ, ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਅਮਰੀਕ ਸਿੰਘ ਸੋਹਲ ਬੋਲ ਰਿਹਾ ਜੀ, ਵਿਨੀਪੈਗ ਤੋਂ ਜੀ ਸਰ, ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਇੱਕ ਨਿਊਜ਼ ਫਲੈਸ਼ ਹੋ ਰਹੀ ਆ ਆਪਣੇ ਇੱਥੇ ਸਰੀ ਦੇ ਵਿੱਚ। ਆਪਣਾ ਕੋਈ ਪੁਲਿਸ ਆਫੀਸਰ ਸੀਗਾ, ਆਪਣਾ ਅੰਮ੍ਰਿਤਸਰ ਦਾ ਮੁੰਡਾ ਰੰਧਾਵਾ। ਇੱਕ ਤਾਂ ਉਹਦੇ ਬਾਰੇ ਦੱਸੋ ਜੀ, ਉਹ ਕੀ ਉਹਦੇ ਨਾਲ ਕੀ ਘਟਨਾ ਵਾਪਰੀ ਜੀ? ਥੈਂਕ ਯੂ ਜੀ। ਜੀ ਤੁਸੀਂ ਟੀਵੀ ਸਕਰੀਨ ਦੇ ਉੱਤੇ ਦੇਖ, ਦੂਜੀ ਜਿਹੜਾ ਉਹ ਸੀਰਮ ਇੰਸਟੀਚਿਊਟ ਦਾ ਆਪਣਾ CEO ਇੰਡੀਆ ਦਾ ਕਹਿੰਦੇ UK ਭੱਜ ਗਏ। ਦੋ ਖਬਰਾਂ ਬਾਰੇ ਦੱਸੋ ਜੀ। ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ ਖਬਰਾਂ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਡਿਸਕਸ ਕਰਕੇ ਜਾਵਾਂਗੇ ਜੀ ਸਰ। ਥੈਂਕ ਯੂ ਜੀ। ਸਰ, ਖਬਰ ਆ ਰਹੀ ਹੈ ਕੈਲੀਫੋਰਨੀਆ ਤੋਂ, ਉੱਥੋਂ ਦੇ ਇੱਕ ਕੋਸਟ ਦੇ ਉੱਤੇ ਬੋਟ ਡੁੱਬਣ ਦੇ ਕਰਕੇ 3 ਲੋਕਾਂ ਦੀ ਮੌਤ ਹੋ ਗਈ ਤੇ 22 ਲੋਕੀ ਜਿਹੜੇ ਆ ਜ਼ਖਮੀ ਹੋ ਗਏ ਤੇ ਇਹ ਵੀ ਕਿਹਾ ਜਾ ਰਿਹਾ ਮਨੁੱਖੀ ਤਸਕਰੀ ਦਾ ਸ਼ਾਇਦ ਇਹ ਮਾਮਲਾ ਹੋ ਸਕਦਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ, ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕੀਤਾ ਜਾ ਰਿਹਾ ਸੀ। ਸਰ, ਕੀ ਕਹਿਣਾ? 3 ਦੀ ਮੌਤ ਹੋ ਗਈ ਹੈ ਜੀ, 15 ਬੰਦੇ ਲਾਪਤਾ ਨੇ, ਅਜੇ ਪਤਾ ਨਹੀਂ ਹੈ। ਔਰ ਇਹ ਆਲਮੋਸਟ 90% ਇਹ ਹਿਊਮਨ ਸਮਗਲਿੰਗ ਹੈ, ਟ੍ਰੈਫਿਕਿੰਗ ਹੈਗੀ ਹੈ। ਇਹਦੇ ਵਿੱਚ ਜਿਹੜੇ ਹਿਸਾਬ 'ਚ ਪਹਿਲੀਆਂ ਖਬਰਾਂ ਨੇ ਉਹ 'ਚ ਲੱਗੇ ਵੀ ਰਿਹਾ ਹੈਗਾ ਕਿ ਹਜੇ ਵੀ ਲੋਕ ਦੇਖੋ ਤਰਨ ਹਰ ਕੋਈ ਕੋਸ਼ਿਸ਼ ਕਰਦਾ ਹੈ। ਆਪਣੇ ਇੰਡੀਆ ਤੋਂ ਕਿੰਨੇ ਲੋਕਾਂ ਦੀ ਆਪਾਂ ਕਈ ਐਸੇ ਕੇਸਿਸ ਸਰ, ਡੋਂਕੀ ਕਹਿੰਦੇ ਆ ਉਹਨੂੰ, ਡੋਂਕੀ ਸਿਸਟਮ ਦੇ ਰਾਹੀਂ। ਦੈਟਸ ਰਾਈਟ, ਹਾਂ, ਥੈਂਕ ਯੂ। ਯਾ ਉਹ ਸਿਸਟਮ ਕਿੰਨੇ ਲੋਕ ਆਉਣ ਦੀ ਕੋਸ਼ਿਸ਼ ਕਰਦੇ ਆ ਔਰ ਕਿੰਨੇ ਦੀ ਮੌਤਾਂ ਹੋਈ। ਕਈਆਂ ਦੇ ਬਾਰੇ ਪਿੱਛੇ ਖਬਰ ਨਹੀਂ ਜਾਂਦੀ। ਰੀਜ਼ਨ ਕੀ ਹੈ? ਤੁਰ ਪਏ ਹੋ ਤੁਸੀਂ ਪਤਾ ਨਹੀਂ ਕਿੱਥੇ ਹੋ। ਅਗਲੇ ਦੇ ਪਾਸੋਂ ਜਿਹਨੂੰ ਤੁਸੀਂ ਪੈਸੇ ਦਿੱਤੇ ਆ ਉਹ ਪਤਾ ਨਹੀਂ ਤੁਹਾਨੂੰ ਕਿੱਥੇ ਲੈ ਕੇ ਜਾਂਦਾ, ਕਿੱਥੋਂ ਦੀ ਲੈ ਕੇ ਆ ਰਿਹਾ, ਕਿੱਥੇ ਛੱਡ ਰਿਹਾ ਤੁਹਾਨੂੰ, ਤੁਸੀਂ ਅੱਗੇ ਕਿੱਥੇ ਪਹੁੰਚਣਾ, ਡਾਇਰੈਕਸ਼ਨ ਦਾ ਨਹੀਂ ਪਤਾ। ਵੈਰੀ ਹਾਰਡ ਕਿ ਲੋਕ ਆਪਣੇ ਘਰੋਂ ਪਿੰਡ ਛੱਡ ਕੇ ਤੁਰਦੇ ਵੀ ਤੁਹਾਨੂੰ ਜਿੱਥੇ ਵੱਡੀ ਗੱਲ ਦੱਸੀਏ ਪਤਾ ਕੀ ਕਹਿੰਦੇ, ਆਮ ਕਾਪੀ ਬਣ ਗਈ ਆ, ਮੈਨੂੰ ਜਿੱਥੇ ਮਰਜ਼ੀ ਲੈ ਜਾਓ, ਮੈਂ ਇੱਥੋਂ ਜਾਣਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਉਸ ਕੰਟਰੀ ਦਾ ਇੰਨਾ ਬੁਰਾ ਹਾਲ ਹੋ ਗਿਆ, ਲੋਕ ਨਿਕਲਣਾ ਚਾਹੁੰਦੇ ਆ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ, ਜਦੋਂ ਤੁਸੀਂ ਨਿਕਲਦੇ ਹੋ ਪਲੀਜ਼, ਮੈਂ ਜੀ ਤੁਹਾਨੂੰ ਸਲਾਹ ਹੈ ਮੇਰੀ, ਚੰਗੀ ਨਾ ਲੱਗਿਓ ਸਿੱਟ ਦਿਓ ਪਰੇ, ਚੰਗੀ ਲੱਗ ਰਹੀ ਤਾਂ ਕੋਲੇ ਰੱਖ ਲਿਓ ਜੀ। ਪਲੀਜ਼ ਪਤਾ ਕਰਕੇ ਤੁਰੋ ਜਾਣਾ ਕਿੱਥੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਲੀਗਲ ਵੇ ਨਾਲ ਆਓ, ਇਲੀਗਲ ਵੇ ਦੇ ਨਾਲ ਹਜ਼ਾਰਾਂ ਲੋਕ ਪਹੁੰਚਦੇ ਨਹੀਂ ਹੈ ਜੀ। ਘਰਦਿਆਂ ਨੂੰ ਵੀ ਨਹੀਂ ਪਤਾ ਕਿੱਥੇ ਆ, ਸਿਰੇ ਵੀ ਨਹੀਂ ਪਹੁੰਚੇ ਆ, ਬੋਟ ਡੁੱਬ ਗਈ ਜੀ, 3 ਦੀ ਮੌਤ ਹੋ ਗਈ ਹੈ, ਕਨਫਰਮਡ ਹੈ। 15 ਅਜੇ ਲੱਭ ਨਹੀਂ ਰਹੇ। ਪ੍ਰਮਾਤਮਾ ਮਿਹਰ ਕਰੇ ਸਾਰੇ ਬਚ ਜਾਣ, ਚਾਂਸਸ ਘੱਟ ਹੈਗੇ ਨੇ। ਅਜਿਹੇ ਕੇਸ ਹਰ ਰੋਜ਼ ਹੁੰਦੇ ਆ, ਹਰ ਰੋਜ਼ ਇੰਡੀਆ 'ਚ ਲੋਕੀ ਤੁਰਦੇ ਨੇ, ਸਿਰੇ ਨਹੀਂ ਜੀ ਪਹੁੰਚਦੇ। ਪਲੀਜ਼, ਪੈਸੇ ਵੀ ਖਰਾਬ ਹੁੰਦੇ ਆ, ਤੁਹਾਡਾ ਪੈਸਾ ਵੀ ਜਾਂਦਾ, ਜਾਨ ਵੀ ਜਾਂਦੀ ਹੈ। ਪਲੀਜ਼ ਜੇ ਕੁਝ ਕਰਨਾ ਤਾਂ ਲੀਗਲ ਢੰਗ ਨਾਲ ਆਉਣ ਦੀ ਕੋਸ਼ਿਸ਼ ਕਰੋ, ਅਦਰਵਾਈਜ਼ ਪਲੀਜ਼ ਡੋਂਟ ਟਰਾਈ। ਸਰ, 8-8 ਮਹੀਨੇ ਘੱਟੋ ਘੱਟ ਲੱਗ ਜਾਂਦੇ ਆ, ਘੱਟੋ ਘੱਟ 8-8 ਮਹੀਨੇ ਕੇ ਡੋਂਕੀ ਸਿਸਟਮ ਨਾਲ ਇੱਥੇ ਆਉਣ ਲਈ। ਸੋ ਪਾਸਪੋਰਟ ਲੈ ਲਿਆ ਜਾਂਦਾ, ਅਲੱਗ-ਅਲੱਗ ਮੁਲਕਾਂ ਦੇ ਜ਼ਰੀਏ ਆਇਆ ਜਾਂਦਾ, ਪਹਿਲਾਂ ਇੱਕ ਮੁਲਕ 'ਚ ਗਏ, ਫਿਰ ਦੂਸਰੇ ਮੁਲਕ 'ਚ ਗਏ, ਇੱਦਾਂ ਟਰੈਵਲ ਕਰਦੇ 8 ਮਹੀਨੇ ਤੋਂ 12 ਮਹੀਨੇ ਲੱਗ ਜਾਂਦੇ ਆ। ਉਸ ਤੋਂ ਬਾਅਦ ਰਾਸਤੇ 'ਚ ਤੁਹਾਨੂੰ ਜੰਗਲਾਂ ਵਿੱਚੋਂ ਦੀ ਲੰਘਿਆ ਜਾਂਦਾ, ਤੁਸੀਂ ਕਿਤੋਂ ਜਾਂਦੇ ਹੋ। ਫਿਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਕੋਈ ਬਹੁਤਾ ਨਾਲ ਆਪਣੇ ਕੈਸ਼ ਨਹੀਂ ਲੈ ਕੇ ਤੁਰਨਾ। ਦੂਜੀ ਗੱਲ ਆ ਕਿ ਤੁਹਾਡੇ ਕੋਲ ਮੋਬਾਈਲ ਵੀ ਬੜਾ ਸਿੰਪਲ ਹੋਣਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਲਾਸਟ ਵਿੱਚ ਬਾਰਡਰ ਪਾਰ ਕਰਨਾ, ਤੁਹਾਡਾ ਮੋਬਾਈਲ ਵਗੈਰਾ ਸਾਰਾ ਕੁਝ ਤੁਹਾਡੇ ਏਜੰਟਸ ਲੈ ਲੈਂਦੇ ਨੇ, ਨਾ ਤੁਹਾਡਾ ਕੋਈ ਪੇਪਰ ਤੁਹਾਡੇ ਕੋਲ ਰਹਿੰਦਾ ਆ। ਸੋ ਤੁਹਾਡੀ ਕੋਈ ਪਛਾਣ ਪੱਤਰ ਨਹੀਂ ਤੁਹਾਡੇ ਕੋਲ ਹੁੰਦਾ। ਸੋ ਇਸ ਲਈ ਤੁਸੀਂ ਆਪਣੇ ਪੇਰੈਂਟਸ ਨਾਲ ਵੀ ਕਈ ਵਾਰੀ ਅਜਿਹਾ ਹੁੰਦਾ ਕਿ ਤੁਸੀਂ ਕਾਫੀ ਟਾਈਮ ਤੱਕ ਕੰਟੈਕਟ ਨਹੀਂ ਕਰ ਸਕਦੇ। ਪਹਿਲਾਂ ਜੰਗਲਾਂ 'ਚੋਂ ਹੋ ਕੇ ਜਾਣਾ, ਫਿਰ ਪਾਣੀ ਦੇ ਰਾਸਤੇ 'ਚੋਂ ਹੋ ਕੇ ਜਾਣਾ ਆ। ਸੋ ਅਲੱਗ-ਅਲੱਗ ਥਾਵਾਂ ਤੋਂ ਹੋ ਕੇ ਜਾਂਦੇ ਨੇ ਜਿਹੜੇ ਏਜੰਟਸ ਤੁਹਾਡੇ ਨਾਲ ਜਾਂਦੇ ਨੇ। ਉਸ ਵਕਤ ਉਹਨਾਂ ਤੇ ਡਿਪੈਂਡ ਕਰਦਾ, ਤੁਹਾਨੂੰ ਕਦੇ ਕੁਝ ਖਾਣ ਨੂੰ ਦੇ ਦਿੱਤਾ, ਕਦੇ ਕੁਝ ਖਾਣ ਨੂੰ ਨਹੀਂ ਦਿੱਤਾ। ਕਈਆਂ ਨਾਲ ਤਾਂ ਕੁੱਟਮਾਰ ਵੀ ਕੀਤੀ ਜਾਂਦੀ ਆ। ਸੋ ਕਈ ਵਾਰੀ ਕੋਈ ਜੰਗਲਾਂ ਦੇ ਵਿੱਚ ਹੀ ਕੋਈ ਨਹੀਂ ਤੁਰ ਪਾਉਂਦਾ ਹੈਗਾ, ਉਹਨੂੰ ਉੱਥੇ ਹੀ ਛੱਡ ਕੇ ਚਲ ਜਾਂਦੇ ਆ, ਨਹੀਂ ਕਿ ਉਹਦੇ ਠੀਕ ਹੋਣ ਦੀ ਵੇਟ ਕੀਤੀ ਜਾਵੇ। ਫਿਰ ਉਸ ਤੋਂ ਬਾਅਦ ਜਦੋਂ ਪਹੁੰਚਦੇ ਆ, ਸਿੱਧਾ ਹੀ ਤੁਹਾਨੂੰ ਪਹਿਲਾਂ, ਜਦੋਂ ਤੁਹਾਡੇ ਕੋਲ ਕੋਈ ਪੇਪਰਸ ਨਹੀਂ ਹੈਗਾ, ਤੁਹਾਡੇ ਕੋਲ ਕੋਈ ਫੋਨ ਨਹੀਂ ਹੈਗਾ, ਤੁਹਾਨੂੰ ਜੇਲ੍ਹ ਵਿੱਚ ਪਾ ਦਿੱਤਾ ਜਾਂਦਾ ਆ। ਕਈ ਵਾਰੀ ਤਾਂ ਇੱਦਾਂ ਹੁੰਦਾ, ਕਈਆਂ ਦੀ ਤਾਂ 3-3 ਮਹੀਨੇ ਘਰਦਿਆਂ ਨਾਲ ਗੱਲ ਨਹੀਂ ਹੁੰਦੀ। ਜਦੋਂ ਬਾਹਰ ਨਿਕਲਦੇ ਆ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਾਡਾ ਬੇਟਾ ਠੀਕ ਠਾਕ ਉੱਥੇ ਪਹੁੰਚ ਵੀ ਗਿਆ ਕਿ ਨਹੀਂ ਪਹੁੰਚਿਆ। ਤਰਨ, ਮੈਂ ਕਿਸੇ ਦਾ ਐਕਸਪੀਰੀਅੰਸ ਸਾਂਝਾ ਕਰਨ ਲੱਗਿਆ। ਉਹਨਾਂ ਨੇ ਮੈਕਸੀਕੋ ਤੋਂ US ਜਾਣਾ ਸੀ। I'm talking about, let's say 20 years ago. ਉਹਨੂੰ ਸਰਟਨ ਟਾਈਮ ਦਿੱਤਾ ਗਿਆ, ਤੁਸੀਂ ਇਸ ਥਾਂ ਤੋਂ ਇਸ ਥਾਂ ਤੱਕ ਇੰਨੇ ਟਾਈਮ ਦੇ ਵਿੱਚ ਹੀ ਜਾਣਾ, ਜੇ ਨਹੀਂ ਜਾਓਗੇ ਤਾਂ ਤੁਸੀਂ ਨਹੀਂ ਪਹੁੰਚੋਗੇ। ਐਂਡ ਉਸ ਰਾਹ ਦੇ ਵਿੱਚ ਕੀ ਕੁਛ ਹੈ, ਉਸ ਰਾਹ ਦੇ ਵਿੱਚ ਤੁਸੀਂ ਆਮ ਡੈਥ ਹੋਈ ਦੇਖਦੇ ਹੋ। ਜਿਹੜੀ ਤੁਸੀਂ ਗੱਲ ਕੀਤੀ ਸੀਗੀ, ਨਾਲ ਦੇ ਬੰਦੇ ਨੂੰ ਛੱਡ ਦੇਣਾ, ਜਿਹੜਾ
ਨਹੀਂ ਤੁਰ ਸਕਦਾ, ਕੁਝ ਨਹੀਂ ਕਰ ਸਕਦਾ, ਸਪੀਡ ਤੇ ਨਹੀਂ ਰਹਿ ਸਕਦਾ, ਉਹਨੂੰ ਛੱਡ ਦੇਣਾ, ਉਹਨੂੰ ਪਿੱਛੇ ਛੱਡ ਜਾਣਾ, ਅਗਲੇ ਦਿਨ ਜਾਂ ਫੜਿਆ ਜਾਵੇਗਾ ਜਾਂ ਮੌਤ ਹੋ ਜਾਵੇਗੀ। ਗਰਮੀ ਬਹੁਤ ਹੈ, ਡੈਜ਼ਰਟ ਹੈ ਜਿਹਦੇ ਵਿੱਚ ਜਾਣਾ, ਉਹਨੂੰ ਪਾਣੀ ਵੀ ਨਹੀਂ ਮਿਲਦਾ ਪੂਰਾ ਉੱਥੇ ਜੋ ਹੈਗਾ। ਤੁਸੀਂ ਉੱਥੇ ਕੋਈ ਕੁਝ ਵੀ ਹੈ ਕਿਸੇ ਤਰੀਕੇ ਨਾਲ ਆਪਣਾ ਬੰਦੋਬਸਤ ਕਰਨਾ ਹੈ, ਪਾਣੀ ਵੀ ਨਹੀਂ ਮਿਲਦਾ। ਐਨਰਜੀ ਤੁਹਾਡੇ ਕੋਲ ਹੈ ਨਹੀਂ, ਖਾਓਗੇ ਤਾਂ ਹੀ ਐਨਰਜੀ ਹੋਏਗੀ, ਪਾਣੀ ਪੀਣ ਨੂੰ ਹੈ ਨਹੀਂਗਾ ਤੁਹਾਡੇ ਕੋਲ, ਐਨਰਜੀ ਕਿੱਥੇ ਹੋਊਗੀ, ਕਿਵੇਂ ਕ੍ਰਾਸ ਕਰੋਗੇ। ਔਰ ਇਸ ਕਰਕੇ ਜੀ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਨਾ ਆਓ, ਬਹੁਤ ਵਧੀਆ ਕੰਟਰੀਜ਼ ਨੇ, ਮੈਂ ਕੈਨੇਡਾ ਦੀ ਗੱਲ ਕਰਦਾ, ਹਮੇਸ਼ਾ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ। ਇੱਥੇ ਆਓ, ਜ਼ਰੂਰ ਆਓ, ਲੀਗਲ ਵੇ ਦੇ ਨਾਲ ਆਓ, ਅਦਰਵਾਈਜ਼ ਪਤਾ ਨਹੀਂ ਆਉਣਾ ਜਾਂ ਨਹੀਂ ਆਉਣਾ, ਪੈਸਾ ਵੀ ਜਾਣਾ। ਇਮੈਜਿਨ ਕਰੋ ਤੁਹਾਡੇ ਪੇਰੈਂਟਸ ਦਾ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਚੰਗੇ ਵਾਸਤੇ ਭੇਜਿਆ ਸੀ ਤੇ ਅਸੀਂ ਆਪ ਦਾ ਬੱਚਾ ਵੀ ਗਵਾ ਲਿਆ। ਤੁਸੀਂ ਇਹ ਗੱਲ ਕਰ ਰਹੇ ਹੋ ਕਿ ਬੱਚਾ ਵੀ ਗਵਾ ਲਿਆ। ਇਲੀਗਲ ਵੇ ਨਾਲ ਆਉਣ ਵਾਲਿਆਂ ਦਾ ਤਾਂ ਇਹ ਹਾਲ ਹੁੰਦਾ, ਲੀਗਲ ਵੇ ਨਾਲ ਆਉਣ ਵਾਲਿਆਂ ਦਾ ਵੀ ਅੱਜ ਕੱਲ੍ਹ ਇਹੀ ਹਾਲ ਹੋ ਰਿਹਾ। ਟੋਰਾਂਟੋ ਦੀ ਖਬਰ ਹੈ ਜੀ, ਹਮਦਰਦ ਟੀਵੀ ਤੇ ਵੀ ਤੁਸੀਂ ਦੇਖੀ ਹੋਣੀ ਹੈ। ਟੋਰਾਂਟੋ ਦੇ ਵਿੱਚ ਇੱਕ ਪੰਜਾਬੀ ਸਟੂਡੈਂਟ ਨੇ ਰੇਲ ਗੱਡੀ ਹੇਠਾਂ ਆ ਕੇ ਆਤਮ ਹੱਤਿਆ ਕਰ ਲਈ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਿਹਾ ਸੀ। ਇਹ ਬੱਚਾ ਮੋਗਾ ਦੇ ਪਿੰਡ ਦਾ ਰਹਿਣ ਵਾਲਾ, ਚੜਿਕ, ਮੋਗਾ ਦੇ ਨਾਲ ਦਾ ਪਿੰਡ ਹੈ ਚੜਿਕ। 2018 ਵਿੱਚ ਇਹ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਆਇਆ ਸੀ। ਟੋਰਾਂਟੋ ਦੇ ਵਿੱਚ ਇਸ ਵਕਤ ਸੀ ਤੇ ਮਾਨਸਿਕ ਦੇ ਨਾਲ ਨਾਲ ਆਰਥਿਕ ਹਾਲਾਤਾਂ ਨਾਲ ਵੀ ਜੂਝ ਰਿਹਾ ਸੀ। ਪਿੱਛੋਂ ਇੱਕ ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ, ਸੋ ਇਮੀਗ੍ਰੇਸ਼ਨ ਦੀਆਂ ਵੀ ਕਾਫੀ ਪ੍ਰੋਬਲਮਸ ਉਹਨੂੰ ਫੇਸ ਕਰਨੀਆਂ ਪੈ ਰਹੀਆਂ ਸੀ। ਨਾ ਤਾਂ ਪਿੱਛੋਂ ਗਰੀਬ ਪੇਰੈਂਟਸ ਤੋਂ ਇਸ ਵਕਤ ਉਹ ਫੀਸ ਮੰਗਾ ਪਾ ਰਿਹਾ ਸੀ, ਨਾ ਉਹਦੇ ਕੋਲ ਕੋਈ ਖਰਚਾ ਸੀ। ਪੈਂਡੈਮਿਕ ਦੇ ਕਰਕੇ ਜੌਬ ਉਹਦੀ ਜਾ ਚੁੱਕੀ ਸੀ, ਐਕਸਪੀਰੀਅੰਸ ਉਹਦਾ ਨਹੀਂ ਬਣ ਪਾ ਰਿਹਾ ਸੀ, ਕੰਮਕਾਰ ਨਹੀਂ ਮਿਲ ਰਿਹਾ ਸੀ, ਜਿਹਦੇ ਕਰਕੇ ਇਮੀਗ੍ਰੇਸ਼ਨ 'ਚ ਵੀ ਕਾਫੀ ਉਹਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾ ਉਹਦਾ ਇੱਥੇ ਕੋਈ ਦੋਸਤ ਮਿੱਤਰ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ ਸੀ ਜੋ ਕਿ ਉਹਨੂੰ ਸਮਝਾ ਸਕਦਾ ਜਾਂ ਉਹਦੀ ਹੈਲਪ ਕਰ ਸਕਦਾ। ਪਰਿਵਾਰ ਨਾਲ ਆਖਰੀ ਵਾਰੀ ਗੱਲ ਹੋਈ, ਉਹਦੇ ਪਿਤਾ ਨੇ ਕਿਹਾ ਕਿ ਮੇਰੇ ਨਾਲ ਆਖਰੀ ਵਾਰੀ ਗੱਲ 'ਚ ਜਦੋਂ ਉਹਨੂੰ ਸਮਝਾਇਆ ਗਿਆ ਕਿ ਇੱਦਾਂ ਦਾ ਕੋਈ ਕਦਮ ਨਾ ਚੁੱਕੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਹਾ ਕਿ ਨਹੀਂ ਤਾਂ ਅਸੀਂ ਮਰ ਜਾਵਾਂਗੇ, ਤੂੰ ਸਾਡਾ ਇਕਲੌਤਾ ਸਹਾਰਾ। ਉਹਨਾਂ ਨੇ ਫਿਰ ਅਖੀਰਲੀ ਵਾਰੀ ਇਹੀ ਗੱਲ ਆਖੀ ਹੈ ਕਿ ਜਾਂ ਤਾਂ ਇੱਥੇ ਮੈਂ ਮਰ ਜਾਊਂਗਾ, ਨਹੀਂ ਤਾਂ ਉੱਥੇ ਤੁਸੀਂ ਮਰ ਜਾਓਗੇ। ਸੋ ਉਸ ਤੋਂ ਬਾਅਦ ਉਹਦੀ ਕੋਈ ਗੱਲ ਨਹੀਂ ਹੋ ਪਾਈ ਤੇ ਬਾਅਦ ਵਿੱਚ ਹੁਣ ਉਹਦੇ ਫਰੈਂਡਸ ਦੇ ਵੱਲੋਂ, ਜਿਹੜੇ ਇੱਥੇ ਥੋੜੇ ਬਹੁਤ ਇੱਕ ਦੋ ਫਰੈਂਡ ਸੀਗੇ, ਉਹਨਾਂ ਵੱਲੋਂ GoFundMe ਪੇਜ ਬਣਾਇਆ ਗਿਆ। ਸਰ, ਕੀ ਕਹਿਣਾ ਚਾਹੋਗੇ? ਇਹ ਲਗਾਤਾਰ ਮਾਰਚ ਤੋਂ ਬਾਅਦ ਦੂਸਰਾ ਇਹਦਾ ਇਨਸੀਡੈਂਟ ਹੈ ਕਿ ਰੇਲ ਗੱਡੀ ਹੇਠਾਂ ਆ ਕੇ ਸੁਸਾਈਡ ਕੀਤੀ ਜਾ ਰਹੀ ਹੈ। ਕਰਨ ਇਟਸ ਅ ਵੈਰੀ ਸੈਡ ਇਨਸੀਡੈਂਟਸ। ਇਹਦੇ ਬਹੁਤ ਕਾਰਨ ਨੇ, ਬਹੁਤ ਕਾਰਨ ਹੋ ਵੀ ਸਕਦੇ ਆ, ਆਪਣੇ ਦਰਸ਼ਕ ਵੀ ਦੱਸ ਸਕਦੇ ਆ, ਕਿਸੇ ਨੂੰ ਹੋਰ ਇਸ ਬਾਰੇ ਪਤਾ ਹੋਵੇ ਤਾਂ ਗੱਲ ਕਰਾਂਗੇ। ਹਾਂ, ਕਾਲ ਲੈ ਲਓ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਰਮਟਨ ਤੋਂ ਬੋਲ ਰਿਹਾ। ਮੇਰਾ ਨਾਮ ਹਰਨੇਕ ਸਿੰਘ ਹੈ ਜੀ। ਸਤਿ ਸ਼੍ਰੀ ਅਕਾਲ। ਮੈਂ ਸੌਦੀਆ ਜਿਹੜੀ ਦੁਖਦਾਇਕ ਖਬਰ ਹੈ ਮੈਂ ਤੁਸੀਂ ਸਾਂਝੀ ਕਰ ਰਹੀ ਸੀ, ਪਰ ਮੈਂ ਪੜ੍ਹ ਰਿਹਾ ਸੀ। ਹੁਣ ਵੇਖੋ, ਸਿੱਖਾਂ ਨੂੰ ਹੀ ਰਿਕਵੈਸਟ ਕਰਦੇ ਆ, ਗੁਰੂ ਮਹਾਰਾਜ ਦੇ ਇੱਕ ਆਸ਼ੇ ਮੁਤਾਬਕ ਦਾਨ ਦੇਤ ਇਨਹੀ ਕੋ ਭਲਾ ਆਨ ਦਾਨ ਨਾ ਲਾਗਤ ਲੀਕਾ। ਉਹ ਸਾਡਾ ਗੁਰੂ ਉਪਦੇਸ਼ ਦਾ ਦੇ ਕੇ ਗਿਆ। ਅਸੀਂ ਇਹੋ ਜਿਹੇ ਬੱਚਿਆਂ ਦੀ ਮਦਦ ਕਰੀਏ। ਦੇਖੋ ਕਿੰਨੀ ਸਾਡੇ ਵਾਸਤੇ ਮਾੜੀ ਗੱਲ ਹੈ। ਹੁਣ ਵੇਖੋ, ਇਹਦੇ ਨਾਲ ਦੇ ਨਾਲ ਫੰਡ ਖੋਲ ਦੇਣਾ ਵਾ, ਇਹਦੀ ਲਾਸ਼ ਉੱਥੇ ਪਹੁੰਚਾਉਣ ਦਾ ਵਾਸਤੇ 40-50 ਹਜ਼ਾਰ ਡਾਲਰ ਇਕੱਠਾ ਹੋ ਜਾਣਾ। ਪਰ ਜਦੋਂ ਇਹ ਬੱਚਾ ਇੱਥੇ ਸੀ, ਉਦੋਂ ਕੋਈ ਬੰਦਾ ਇਹਦੀ ਹੈਲਪ ਵਾਸਤੇ ਜਾਂ ਇਹਦੀ ਦਰਦ ਕਿਸੇ ਨੇ ਨਹੀਂ ਸੁਣਿਆ ਹੋਣਾ। ਇਸ ਵੇਲੇ ਮੈਂ ਕਹਿੰਦਾ, ਮੈਂ 10,000 ਡਾਲਰ ਦੇਣਾ ਵਾ, ਅੱਜ ਹੀ ਡੋਨੇਟ ਕਰਦਾ। ਇਹੋ ਜਿਹੀ ਬਣਾਓ, ਕੋਈ ਇਹੋ ਜਿਹੀ ਇੰਸਟੀਟਿਊਸ਼ਨ ਦਾ ਨਾ ਕਹੋ, ਕੋਈ ਇਹੋ ਜਿਹੀ ਸੁਸਾਇਟੀ ਬਣਾਓ ਜਿਹੜੀ ਇਹੋ ਜਿਹੇ ਬੱਚਿਆਂ ਦੀ ਮਦਦ ਕਰੇ, ਜਿਹੜੇ ਲੋੜਵੰਦ ਨੇ। ਉਹਨਾਂ ਦੀ ਆਪਾਂ ਸਾਰੀ ਕਮਿਊਨਿਟੀ ਰਲ ਕੇ ਮਦਦ ਕਰੀਏ। ਆਪਣੀ ਕਮਿਊਨਿਟੀ ਜਿਹੜੀ ਹੈ ਸਾਡਾ ਫਿਊਚਰ ਆ, ਇਹ ਸਾਡੇ ਬੱਚਿਆਂ ਦੀ, ਇਹਨਾਂ ਜਿਹੜੇ ਸਟੂਡੈਂਟ ਆ ਰਹੇ ਨੇ ਸਾਡੇ ਬੱਚਿਆਂ ਦੀਆਂ ਬਾਹਾਂ ਨੇ। ਇਸ ਕਰਕੇ ਮੈਂ ਸਾਰੀ ਕਮਿਊਨਿਟੀ ਨੂੰ ਰਿਕੁਐਸਟ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਓ ਸਾਰੇ ਇਕੱਠੇ ਹੋਵੋ ਤੇ ਲੋੜਵੰਦਾਂ ਬੱਚਿਆਂ ਦੀ ਇਹਨਾਂ ਦੀ ਮਦਦ ਕਰੋ ਜਿੰਨੀ ਵੀ ਕਰ ਸਕਦੇ ਹੋ। ਇਹੋ ਹੀ ਤੁਹਾਡਾ ਭਲਾ ਜੇ ਤੇ ਇਹੋ ਤੁਹਾਡੇ ਲਈ ਸਭ ਕੁਝ। ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਤਰਨ, ਕਿ ਅਸੀਂ ਬਾਅਦ 'ਚ ਤਾਂ ਪੈਸੇ ਇਕੱਠੇ ਕਰਦੇ, ਜਦੋਂ ਜ਼ਰੂਰਤ ਹੈਗੀ ਹੈ ਉਦੋਂ ਉਹਦੀ ਮਦਦ ਨਹੀਂ ਕਰਦੇ। ਕਈ ਵਾਰੀ ਇਉਂ ਵੀ ਹੁੰਦਾ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਜ਼ਰੂਰਤ ਹੈਗੀ ਹੈ ਜਾਂ ਨਹੀਂ ਹੈਗੀ। ਆਪਣੇ ਕੋਲੇ ਐਸੀ ਗੱਲ ਕੋਈ ਆ ਜਾਂਦੀ ਹੈ, ਕੋਈ ਨਹੀਂ ਆਉਂਦੀ ਹੈਗੀ ਹੈ। ਇਹਦਾ ਕੇਸ ਅੱਛਾ, ਵੱਡੀ ਗੱਲ ਇਹ ਹੈ, ਜਦੋਂ ਬੰਦਾ ਇਸ ਪਾਸੇ ਨੂੰ ਸੋਚਦਾ ਉਹ ਇਕੱਲਾ ਹੋਣ ਲੱਗ ਜਾਂਦਾ, ਉਹ ਕੱਟਿਆ ਜਾਣ ਲੱਗ ਜਾਂਦਾ। ਇੰਨਾ ਜ਼ਰੂਰ ਹੈ ਕਿ ਜਿਹੜੇ ਉਹਦੇ ਸਾਥੀ ਹੈਗੇ ਨੇ ਉਹਨਾਂ ਨੂੰ ਜ਼ਰੂਰ ਰੀਡ ਕਰਨਾ ਚਾਹੀਦਾ ਵੀ ਇਹ ਸਾਡੇ ਨਾਲ ਅਲੱਗ ਕਿਉਂ ਹੋ ਰਿਹਾ, ਵਾਟਸ ਗੋਇੰਗ ਔਨ। ਜੇ ਅਸੀਂ ਆਪਦੇ ਨਾਲਦਿਆਂ ਤੇ ਖਿਆਲ ਰੱਖਾਂਗੇ ਤਾਂ ਚਾਂਸਸ ਹੈਗੇ ਆ ਕਿ ਸ਼ਾਇਦ ਅਜਿਹੀਆਂ ਘਟਨਾਵਾਂ ਨਾ ਵਾਪਰਨ। ਗੱਲ ਪ੍ਰੋਬਲਮ ਕਦੋਂ ਸੋਲਵ ਹੋਏਗੀ? ਜਦੋਂ ਅਸੀਂ ਗੱਲ ਕਰਾਂਗੇ। ਜਦੋਂ ਅਸੀਂ ਗੱਲ ਨਹੀਂ ਕਰਾਂਗੇ ਤਾਂ ਪ੍ਰੋਬਲਮ ਸੋਲਵ ਨਹੀਂ ਹੋਏਗੀ। ਅਸੀਂ ਖਿਜਾਂਗੇ। ਔਨ ਟਾਪ ਆਫ ਦੈਟ ਕੋਵਿਡ ਕਰਕੇ ਬਹੁਤ ਬੱਚਿਆਂ ਦੀ ਜੌਬ, ਬਹੁਤ ਬੱਚਿਆਂ ਦੀ ਨਹੀਂ, ਬਹੁਤ ਲੋਕਾਂ ਦੀ ਜੌਬਸ ਗਈਆਂ ਨੇ। ਜੌਬ ਨਾ ਹੋਣ ਕਰਕੇ ਇਟਸ ਅ ਵੈਰੀ ਬਿਗ ਪ੍ਰੈਸ਼ਰ ਆ ਤੁਹਾਡੇ ਉੱਤੇ। ਪੜ੍ਹਨਾ, ਕਲਾਸਿਸ ਚੱਲ ਨਹੀਂ ਰਹੀਆਂ, ਆਨਲਾਈਨ ਜੇ ਕੁਛ ਹੈਗੀਆਂ ਤਾਂ ਹੈਗੀਆਂ ਨੇ, ਜੌਬ ਤੁਹਾਨੂੰ ਮਿਲ ਨਹੀਂ ਰਹੀ। ਬੱਚਾ ਸੋਚਦਾ ਮੇਰਾ ਫਿਊਚਰ ਕਿੱਥੇ ਚਲਾ ਗਿਆ। ਬਟ ਫਿਊਚਰ ਇਜ਼ ਬ੍ਰਾਈਟ। ਕੋਈ ਐਸੀ ਗੱਲ ਨਹੀਂ ਹੈ। ਸਾਰੇ ਜਾਣੇ ਇਹਦੇ ਵਿੱਚ ਸਲੋ ਹੋਇਆ ਹੈ।
ਬਹੁਤ ਲੋਕਾਂ ਦੇ ਕੰਮ ਗਏ ਨੇ, ਬੜੇ ਲੋਕਾਂ ਦੇ ਬਿਜ਼ਨੈਸ ਛੁੱਟ ਗਏ ਨੇ, ਬੈਂਕਰਪਟ ਹੋ ਗਏ ਨੇ, ਉਹ ਬੰਦੇ ਵੀ ਜ਼ਿੰਦਾ ਨੇ, ਜਿਉਂ ਰਹੇ ਨੇ। ਤੁਸੀਂ ਵੀ ਹਰ ਇੱਕ ਨੂੰ ਇਹ ਚਾਹੀਦਾ, ਕਿਤੇ ਵੀ ਕੋਈ ਐਸੀ ਗੱਲਬਾਤ ਹੁੰਦੀ ਆ ਜ਼ਰੂਰ ਗੱਲ ਕਰੋ। ਤੁਸੀਂ ਜੇ ਗੱਲ ਨਹੀਂ ਕਰੋਗੇ ਤਾਂ ਤੁਹਾਡੇ ਬਾਰੇ ਪਤਾ ਨਹੀਂ ਲੱਗਾ। ਦੂਸਰੀ ਗੱਲ, ਜਿਹੜਾ ਆਪਣੇ ਕਾਲਰ ਨੇ ਫੋਨ ਕੀਤਾ ਸੀ, ਕਿ ਕੋਈ ਐਸੀ ਇੰਸਟੀਟਿਊਸ਼ਨਸ ਆਪਾਂ ਨੂੰ ਜ਼ਰੂਰ ਚਾਹੀਦੇ ਨੇ। ਅਸੀਂ ਗੋ ਫੰਡ ਮੀ ਇਹੋ ਜਿਹਾ ਬਹੁਤ ਕੁਝ ਕਰਦੇ ਹਾਂ। ਕੁਝ ਐਸੀ ਇੰਸਟੀਟਿਊਸ਼ਨ ਹੋਵੇ ਜਿੱਥੇ ਇਹ ਜਿਹੇ ਬੱਚੇ ਹੈਗੀਆਂ ਨੇ, ਕਾਲਜਿਸ ਦੇ ਵੱਲੋਂ ਵੀ ਪ੍ਰੋਫੈਸਰਸ ਪ੍ਰੋਵਾਈਡ ਕਰਵਾਏ ਜਾਂਦੇ ਨੇ, ਜਿਹੜੇ ਕਿ ਉਹਨਾਂ ਦੀ ਹੈਲਪ ਕਰਦੇ ਨੇ, ਉਹਨਾਂ ਦੀ ਗੱਲ ਨੂੰ ਸੁਣਦੇ ਨੇ। ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤਰਨ ਜੀ ਆ ਜਿਹੜੇ ਵੀਰ ਜੀ ਹੁਣੇ ਕਹਿ ਕੇ ਗਏ ਨੇ, ਮੈਂ ਉਹਨਾਂ ਦੇ ਗੱਲ ਤੋਂ 100% ਸਹਿਮਤ ਹਾਂ ਜੀ। ਪਿੱਛੇ ਵੀ ਘਟਨਾ ਹੋਈ ਸੀਗੀ ਇਹ ਜੀ, ਕਰੀਬ 2 ਮਹੀਨੇ ਪਹਿਲਾਂ, ਤੁਹਾਨੂੰ ਯਾਦ ਹੋਵੇ ਜੀ? ਬਿਲਕੁਲ ਹਾਂ। ਜਦ ਵੀ ਮੈਂ ਇਹੀ ਸਲਾਹ ਦਿੱਤੀ ਸੀ ਕਿ ਕੋਈ ਆਪਣੀ ਕਮਿਊਨਿਟੀ ਨੂੰ ਇੱਕ ਉੱਥੇ ਆਪਣੀ ਐਸੋਸੀਏਸ਼ਨ ਜਾਂ ਕੋਈ ਕਮੇਟੀ ਬਣਾਉਣੀ ਚਾਹੀਦੀ ਆ, ਜਿਹੜੀ ਪੂਰੀ ਯਾਨੀ ਇਸ ਚੀਜ਼ ਦਾ ਅਨਾਉਂਸਮੈਂਟ ਹੋਵੇ ਬਈ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਸਾਡੇ ਨਾਲ ਕੰਟੈਕਟ ਕਰੇ। ਦੇਖੋ ਬੱਚਾ ਵਿਚਾਰਾ ਚਲਿਆ ਗਿਆ, ਕੀ ਉਹਨਾਂ ਨਾਲ ਬੀਤੂਗੀ, ਉਹਨਾਂ ਦੇ ਮਾਂ ਪਿਓ ਨਾਲ, ਸੁਣ ਕੇ ਦਿਲ ਹੈ ਬਾਹਰ ਨੂੰ ਆਉਂਦਾ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ ਸਰ। ਇਹ ਤੁਹਾਨੂੰ ਨੱਤ ਸਾਹਿਬ, ਤੁਹਾਨੂੰ ਪਹਿਲ ਕਰਨੀ ਚਾਹੀਦੀ, ਆਪਣੇ ਹਮਦਰਦ ਟੀਵੀ ਰਾਹੀਂ ਅਪੀਲ ਕਰਨੀ ਚਾਹੀਦੀ ਹੈ ਜੀ। ਇਹ ਭਲਾ ਕੰਮ ਕਰੋ, ਤੁਹਾਨੂੰ ਮਹਾਰਾਜ ਬਹੁਤ ਚੜ੍ਹਦੀ ਕਲਾ ਬਖਸ਼ੇ। ਇਸ ਕੰਮ ਨੂੰ ਜ਼ਰੂਰ ਕਰੋ ਵੀਰ ਜੀ। ਜੀ ਸ਼ੁਕਰੀਆ ਜੀ, ਕਿਰਪਾ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ, ਤੁਸੀਂ ਅਪੀਲ ਕਰੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸਾਡਾ ਮਕਸਦ ਇਹ ਹੈ ਜੀ, ਕਿਉਂਕਿ ਜਿਹੜੇ ਅਸੀਂ ਅਜੀ ਖਬਰ ਲੈ ਕੇ ਉਹਨਾਂ ਡਿਸਕਸ਼ਨ ਵੀ ਅਸੀਂ ਤਾਂ ਹੀ ਕਰ ਲੱਗੇ ਹਾਂ ਕਿ ਘੱਟੋ ਘੱਟ ਇਸ ਚੀਜ਼ ਬਾਰੇ ਕਈਆਂ ਨੂੰ ਹਜੇ ਪਤਾ ਵੀ ਹੈ ਨਹੀਂਗਾ। ਅਸੀਂ ਚਾਹੁੰਦੇ ਹਾਂ ਕਿ ਇਹ ਪਤਾ ਲੱਗੇ। ਜੇ ਪਤਾ ਲੱਗਦਾ ਹੈ ਕਿਸੇ ਪ੍ਰੋਬਲਮ ਦਾ, ਤਾਂ ਹੀ ਉਹ ਪ੍ਰੋਬਲਮ ਦਾ ਹੱਲ ਸ਼ੁਰੂ ਹੁੰਦਾ। ਜਿਵੇਂ ਤੁਸੀਂ ਸਵਾਲ ਦਿੱਤੀ ਹੈ, ਪਹਿਲਾਂ ਕਾਲਰਸ ਆਏ ਸੀਗੇ, ਉਹਨਾਂ ਕੁਝ ਦੇਰ ਪਹਿਲਾਂ ਵੀ ਫੋਨ ਕੀਤਾ, ਮੈਨੂੰ ਯਾਦ ਹੈ ਉਹਨਾਂ ਨੇ ਗੱਲ ਕੀਤੀ ਸੀਗੀ। ਜੇ ਆਪਾਂ ਗੱਲ ਕਰਦੇ ਹਾਂ ਕਿ ਫੰਡਸ ਕ੍ਰੀਏਟ ਕੀਤੇ ਜਾਣ, ਸਟੂਡੈਂਟਸ ਦੀ ਹੈਲਪਲਾਈਨ ਨੰਬਰ ਖੋਲੀ ਜਾਵੇ, ਇਦੋਂ ਬੈਟਰ ਹੈ ਜੇ ਸਭ ਤੋਂ ਪਹਿਲਾਂ ਐਫਰਟ ਇਹ ਕੀਤਾ ਜਾਵੇ ਕਿ ਇਹਨਾਂ ਦਾ ਸ਼ੋਸ਼ਣ ਹੋਣਾ ਬੰਦ ਹੋ ਜਾਵੇ। ਸਾਡੀ ਕਮਿਊਨਿਟੀ ਵੀ ਇਹ 'ਚ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ। ਜਿਹੜਾ ਤੁਹਾਨੂੰ ਦੱਸ ਦਵਾਂ, ਵਰਿੰਦਰ ਸੰਧੂ ਜਿਨ੍ਹਾਂ ਦੀ ਤੁਸੀਂ ਸਰ ਗੱਲ ਕਰ ਰਹੇ ਹੋ, ਵਰਿੰਦਰ ਸੰਧੂ ਹੈ ਜੀ ਉਹਦਾ ਮੁੰਡੇ ਦਾ ਨਾਮ। ਇਹ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਮਾਰਚ ਦੇ ਵਿੱਚ ਟ੍ਰੇਨ ਅੱਗੇ ਆ ਕੇ ਇਹਨਾਂ ਨੇ ਆਤਮ ਹੱਤਿਆ ਕਰ ਲਈ ਸੀ। ਫੀਸ ਲਈ ਇਹਨਾਂ ਦੇ ਕੋਲ ਪੈਸੇ ਨਹੀਂ ਸੀ, ਪਿੱਛੋਂ ਪਰਿਵਾਰ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਸੀ, ਕਰਜ਼ਾ ਸਿਰ ਤੇ ਉੱਤੇ ਸੀ। ਫੀਸ ਨਾ ਦੇਣ ਦੇ ਕਰਕੇ ਕਾਲਜ ਨੇ ਬਾਹਰ ਕਰ ਦਿੱਤਾ ਗਿਆ, ਜਿਹਦੇ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਕਰਕੇ ਉਹਨਾਂ ਨੂੰ ਜਿਹੜਾ ਆ ਆਤਮ ਹੱਤਿਆ ਦਾ ਕਦਮ ਚੁੱਕਣਾ ਪਿਆ। ਸਾਡੇ ਹੀ ਜਿਹੜੇ ਇੱਥੇ ਲੋਕ ਨੇ, ਜਦੋਂ ਤੁਸੀਂ ਫੀਸਾਂ ਲੈ ਲੈਂਦੇ ਹੋ, ਉਹਨਾਂ ਨੂੰ ਜੌਬਾਂ ਦੇ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਣਦੀ ਤਨਖਾਹ ਨਹੀਂ ਦਿੰਦੇ ਹੈਗੇ, ਉਸ ਤੋਂ ਬਾਅਦ ਉਹਨਾਂ ਤੋਂ ਕੰਮ ਲਿਆ ਜਾਂਦਾ ਵਾ। ਜਦੋਂ ਸ਼ੋਸ਼ਣ ਕੀਤਾ ਜਾਂਦਾ ਨਾ, ਬੰਦਾ ਮਾਨਸਿਕ ਤੌਰ ਤੇ ਵੀ ਟੁੱਟਦਾ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਐਡਮਿੰਟਨ ਤੋਂ ਬੋਲ ਰਿਹਾ। ਮੇਰਾ ਨਾਮ ਚੱਲਦਾ ਤੇ ਮੈਂ ਹਾਂਜੀ, ਕੀ ਗੱਲ ਕਰਦੇ? ਮੈਂ ਤਾਂ ਦੁੱਖ ਵਾਲੀ ਗੱਲ ਜਿਹੜੀ ਸੁਣੀ ਹੈ, ਤਾਂ ਵੀ ਹੁਣ ਇੱਕ ਨਹੀਂ ਚਾਂਸ ਕਈ ਹੋਵੇ ਵੀ ਅਸੀਂ ਲੋਕ ਨੇ ਜਿਹੜੇ ਵੀ ਇੱਕ ਤਾਂ ਜਦੋਂ ਕਹਿੰਦੇ ਚੋਰ ਚੋਰੀ ਕਰ ਜਾਂਦਾ, ਦੇਖਦਾ ਵੀ ਇਹ ਸਾਹਮਣੇ, ਫਿਰ ਚੋਰੀ ਕਰ ਜਾਂਦਾ, ਫਿਰ ਦਾਤਰੇ ਮਾਰਦੇ ਵੀ ਸਾਡਾ ਸਮਾਨ ਦੇ ਥੱਲੇ ਗਏ, ਹੋ ਗਿਆ ਉਹ ਹੋ ਗਿਆ। ਕਿਉਂਕਿ ਜਿਹੜੇ ਨਾਲ ਦੇ ਮੁੰਡੇ ਹੁੰਦੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਇਹਦਾ ਹੁਣ ਕਿਆ ਹਾਲਾਤ ਹੈ। ਉਹ ਨਾਲ ਦੇ ਮੁੰਡਿਆਂ ਨੂੰ ਵੀ ਚਾਹੀਦਾ ਯਾਰ ਦੋਸਤ ਹੈ ਵੀ ਉਹ ਘੱਟੋ ਘੱਟ ਕਮਿਊਨਿਟੀ ਤੱਕ ਪਹੁੰਚਾਉਣ, ਵੀ ਸਾਰੇ ਲੋਕਾਂ ਨੂੰ ਦੱਸਣ ਵੀ ਆਹ ਪ੍ਰੋਬਲਮ ਹੈ, ਉਹਦੀ ਕੁਛ ਨਾ ਕੁਛ ਮਦਦ ਨਾਲ ਦੇ ਕਾਰਨ ਸਾਨੂੰ ਵੀ ਦੱਸਣ ਸਾਰੇ ਕੈਨੇਡਾ ਵਿੱਚ। ਕਿਉਂਕਿ ਸਾਡੇ ਲਈ ਤਾਂ ਕੁਛ ਨਹੀਂ ਹੈਗਾ, ਅਸੀਂ ਤਾਂ ਜੇ 20-30 ਰੁਪਇਆ 50-100 ਡਾਲਰ ਹੀ ਭੇਜੂਗੇ, ਅਗਲੇ ਦਾ ਗੁਜ਼ਾਰਾ ਹੋ ਜਾਣਾ। ਜੇ ਅਸੀਂ ਦਾਰੂ ਵੀ, ਮੈਂ ਇੱਕ ਉਦਾਹਰਨ ਉੱਥੇ ਲਿਆਉਣ ਲੱਗਿਆ, ਅਸੀਂ ਦਾਰੂ ਵਾਲੀ ਪਊਆ ਦੀ ਪੀ ਲਈਏ 10 ਰੁਪਏ ਦਾ ਰੋਜ਼, ਜਿਹੜੀ ਉਹਦੀ ਜਾਂ ਕਿਸੇ ਵਿਚਾਰੇ ਸਟੂਡੈਂਟ ਦੀ ਜ਼ਿੰਦਗੀ ਬਣਾ ਦਈਏ ਤਾਂ ਇਹਦੇ ਉੱਪਰ ਪਰਉਪਕਾਰ ਕੋਈ ਨਹੀਂ। ਸਵੇਰੇ ਉੱਠ ਕੇ ਅਸੀਂ ਪੇ ਹੋ ਜਾਂਦੇ, ਰਾਤ ਨੂੰ ਪੀ ਲੈਂਦੇ। ਮੈਨੂੰ 100% ਮੈਂ ਸ਼ੋਰ ਹੈ ਵੀ ਅਸੀਂ ਜਿੰਨੇ ਵੀ ਬਾਹਰ ਆਪਣੇ ਨਏ ਸਟੂਡੈਂਟ ਆਉਂਦੇ ਇੰਡੀਆ ਤੋਂ, ਅਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਂਭ ਸਕਦੇ ਹਾਂ, ਪਰ ਜੇ ਅਸੀਂ ਇਕਜੁੱਟ ਹੋਈਏ। ਸਾਨੂੰ ਇਕਜੁੱਟ ਹੋਣਾ ਪੈਣਾ ਜੀ। ਹੁਣ ਜੇ ਇਹ ਗੱਲਾਂ ਗੁੱਲਾਂ ਨਾਲ ਨਹੀਂ ਚੱਲਣਾ ਵੀ ਇਹ ਕੋਈ ਮਾੜਾ ਮੋਟਾ ਸੰਸਥਾ ਹੀ ਬਣਾਓ। ਜੇ ਆਪਣੇ ਬੰਦੇ ਬੜੇ ਰਿਟਾਇਰ ਹੈ, ਮੈਂ ਵੀ ਰਿਟਾਇਰ ਹਾਂ, ਪੜ੍ਹੇ ਲਿਖੇ ਬਥੇਰੇ ਫਿਰਦੇ ਹੈ, ਬਸ ਪਹਿਲੇ ਉਹ ਪੰਚਰਾ ਲੱਗੇ ਵੇ ਉਹ ਅੱਗੇ ਆਉਣ ਤੇ ਹਰੇਕ ਸ਼ਹਿਰ ਵਿੱਚ ਸੰਸਥਾ ਚਾਹੀਦੀ ਹੈ ਵੀ ਦੱਸਣ ਉਹਦਾ ਹਾਲ ਚਾਲ, ਬੱਚਿਆਂ ਨੂੰ ਬੁਲਾਉਣ, ਹਫ਼ਤੇ ਦੀ ਮਹੀਨੇ ਦੀ ਕਦੀ ਵਾਰ ਬੁਲਾਉਣ ਵੀ ਕਿਹਨੂੰ ਕਿਆ ਪ੍ਰੋਬਲਮ ਸੁਣਨ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਸਰ ਕਾਲਰ ਇੱਕ ਹੋਰ ਜੁੜ ਗਏ, ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ, ਇੰਦਰਜੀਤ ਸਿੰਘ ਬੋਲਦਾ ਜੀ। ਹਾਂਜੀ, ਮੈਂ ਤਾਂ ਪਹਿਲਾਂ ਤਾਂ
ਦੁੱਖ ਪ੍ਰਗਟ ਉਹਦੇ ਨਾਲ ਵੀ ਕਰਨਾ ਵਿਚਾਰਿਆਂ ਦਾ, ਜਿਹੜਾ ਲਾਵਾਂ ਵੇਲੇ ਜਬਰ ਪਹਾੜਾ ਨਹੀਂ ਆਇਆ ਇਹਨੂੰ ਦੁਨੀ ਦਾ। ਤੇ ਵੈਸੇ ਤਾਂ ਆਪਣੇ ਬਹੁਤ ਇੱਥੇ ਦੇ ਜੰਮਿਓ ਬਾਹਰਲੇ ਮੁਲਕਾਂ ਦੇ ਨਿਆਣੇ ਹੁਣ ਜਿਹਨਾਂ ਨੂੰ ਪਹਾੜੇ ਨਹੀਂ ਆਉਂਦੇ ਹੋਣੇ ਜੀ। ਅੱਜ ਕੱਲ੍ਹ ਕੈਲਕੂਲੇਟਰ ਚੱਲਦਾ, ਸਭ ਕੁਝ ਚੱਲਦਾ ਹੈ ਨਾ। ਦੇਖਿਆ ਨਾ ਕੈਸ਼ੀਅਰ ਤੇ ਚਲ ਜਾਓ, ਸਾਡਾ ਜਿਹੜਾ ਨਿਆਣਾ ਆਊਗਾ ਪੜ੍ਹਿਆ ਇੰਡੀਆ ਦਾ, ਉਹਨੂੰ ਭਾਣ ਕੱਢ ਕੇ ਤੁਹਾਨੂੰ ਚੇਂਜ ਦੇ ਦੇਣੀ, ਦੇਖਦੇ ਰਹਿੰਦੇ ਵਿਚਾਰੇ ਕੰਪਿਊਟਰ 'ਚ ਕਰਦੇ ਆ। ਆਈ ਐਗਰੀ ਵਿਦ ਯੂ। ਚਲੋ ਹਾਂਜੀ। ਤੇ ਦੂਜਾ ਮੁੰਡੇ ਨਾਲ ਵੀ ਬੜਾ ਇਹਦੇ ਵਿੱਚ ਇਹ ਵੀ ਹੈ, ਜਿਹੜੇ ਸਕੂਲ ਕਾਲਜ ਜਿਹੜੇ ਫੀਸਾਂ ਲੈਂਦੇ ਨਾ, ਜਦੋਂ ਉਹ ਫੀਸ ਨਹੀਂ ਕੋਈ ਨਿਆਣੇ ਦੇ ਸਕਦੇ, ਹਾਂਜੀ, ਉੱਥੇ ਕਾਲਜ ਉਹਨਾਂ ਦੇ ਵਿੱਚ ਹੀ ਮੁੰਡੇ ਬਣਾ ਲੈਣ ਆਪਣੀ ਸੰਸਥਾ ਦੀ, ਵੀ ਜੇ ਕੋਈ ਫੀਸ ਨਹੀਂ ਦੇ ਸਕਦਾ ਤੇ ਉਹਦਾ ਇੱਕ ਆਪਣਾ ਨੰਬਰ ਜਾਂ ਕੁਛ ਬਣਾ ਲੈਣ, ਫਿਰ ਉਸ ਤੋਂ ਬਾਅਦ ਉਹ ਕੰਟੈਕਟ ਕਰ ਲੈਣ ਅੱਗੇ। ਕਹਿਣ ਦਾ ਮਤਲਬ ਕਿਉਂਕਿ ਉਹਦਾ ਰਿਕਾਰਡ ਕਾਲਜ ਕੋ ਵੀ ਹੁੰਦਾ ਆ ਵੀ ਬੱਚਾ ਫੀਸ ਨਹੀਂ ਦੇ ਰਿਹਾ, ਲੇਟ ਹੋ ਗਿਆ 1 ਮਹੀਨਾ 2 ਮਹੀਨਾ, ਉਹ ਤੋਂ ਬਾਅਦ ਫਿਰ ਸਾਡੀ ਕੋਈ ਸੰਸਥਾ ਉਹਨਾਂ ਨੂੰ ਦੱਸ ਦੇਵੇ ਵੀ ਇਹਦੀ ਫੀਸ ਨਹੀਂ ਆ ਰਹੀ। ਕਹਿਣ ਦਾ ਮਤਲਬ। ਤੇ ਬਾਕੀ ਇਹ ਸਾਈਕੋਲੋਜੀ ਵੀ, ਦਿਮਾਗੀ ਤੌਰ ਵੀ ਦੇਖੋ, ਮੰਗਤੇ ਕਿੰਨੇ ਸੁਸਾਈਡ ਕਰਦੇ ਆ ਜੀ। ਕਦੀ ਨਹੀਂ ਸੁਣਿਆ ਅਸੀਂ ਮੰਗਤੇ ਸੁਸਾਈਡ ਕਰਦੇ। ਸਾਡੇ ਸਮਾਜ ਦੇ ਵਿੱਚ ਨਾ ਜਿੰਨਾ ਜਜ਼ਬਾ ਤੁਹਾਨੂੰ ਸਫਲ ਹੋਣ ਦੇ ਵਿੱਚ ਆ, ਉਨਾ ਹੀ ਫੇਲੀਅਰ ਹੋਣ ਦੇ ਵਿੱਚ ਵੀ ਸਾਨੂੰ ਤਕੜੇ ਹੋਣਾ ਚਾਹੀਦਾ। ਜੇਕਰ ਅਸੀਂ ਫੇਲ ਹੋ ਜਾਂਦੇ ਆ, ਮਤਲਬ ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਵੀ ਫੇਲ ਹੋ ਗਿਆ, ਫਿਰ ਕੀ ਹੋ ਗਿਆ, ਚੱਲਦਾ ਰਹਿੰਦਾ, ਪੈਸਾ ਨਹੀਂ ਹੋਗਾ, ਨਹੀਂ ਦੇਖਦਾ ਤਾਂ ਕੀ ਹੋਇਆ, ਜਹਾਜ਼ ਮੌਤ ਵੱਲ ਨੂੰ ਤਾਂ ਅਸੀਂ ਦੇਖ ਲਈ ਆ, ਜਿਹੜਾ ਜਹਾਜ਼ ਪਿੱਛੇ ਨੂੰ ਮੁੜ ਕੇ ਜਾਂਦਾ ਉਹ ਨਹੀਂ ਸਾਨੂੰ ਦਿਖਦਾ। ਬਿਲਕੁਲ ਸਹੀ ਗੱਲ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਸ਼ੋਸ਼ਣ ਦੀ ਗੱਲ ਕਰਨ ਲੱਗੇ ਸੀ ਕਿ ਵੀ ਸ਼ੋਸ਼ਣ ਕੀਤਾ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਬੀਤੇ ਦਿਨੀ ਬੱਲਿਓ ਡਰਾਈਵਰ ਦੇ ਵਿੱਚ ਕੁਲਦੀਪ ਸਿੰਘ ਨਾਮ ਦੇ ਇੱਕ ਬੱਚੇ ਨੇ ਆਪਣਾ ਜਿਹੜਾ ਐਕਸਪੀਰੀਅੰਸ ਸ਼ੇਅਰ ਕੀਤਾ ਸੀ। ਇਸ ਖਬਰ ਤੋਂ ਬਾਅਦ ਹੀ ਉਹਨਾਂ ਨੇ ਸ਼ੇਅਰ ਕੀਤਾ। ਸੋ ਹੀ ਸੈਡ ਕਿ ਉਹਨਾਂ ਨਾਲ ਵੀ ਇੱਥੇ ਹੋਇਆ ਵਾ ਕਿ ਜਿਹੜੇ EMPLOYER ਉਹਨਾਂ ਨੂੰ ਜੌਬ ਤੇ ਰੱਖਦੇ ਆ, ਆਪਦੇ ਪਰਸਨਲ ਵਰਕ ਤੱਕ ਕਰਵਾਉਂਦੇ ਆ, ਘਰ ਦੇ ਕੰਮ ਕਰਵਾਉਂਦੇ ਆ, ਉਸ ਤੋਂ ਬਾਅਦ ਉਹਨਾਂ ਦੇ ਆਫਿਸ ਦਾ ਵੀ ਕੰਮ ਕਰਨਾ, ਉਹਨਾਂ ਦੇ ਘਰ ਦਾ ਵੀ ਕੰਮ ਕਰਨਾ। ਇਹ ਵੀ ਮਜਬੂਰ ਕੀਤਾ ਜਾਂਦਾ ਕਿ ਸਾਡੇ ਹੀ ਲਾਇਰ ਤੋਂ ਤੁਸੀਂ ਆਪਣੇ PR ਦੇ ਕੇਸਿਸ ਲਗਵਾਓ। ਜੇ ਤੁਸੀਂ ਉਹਨਾਂ ਤੋਂ ਨਹੀਂ ਲਗਵਾਉਂਦੇ ਤਾਂ ਤੁਸੀਂ ਮਰਦੇ ਹੋ, ਜੇ ਤੁਸੀਂ ਲਗਵਾਉਂਦੇ ਹੋ ਤਾਂ ਤੁਹਾਡਾ ਕੇਸ ਨਾਲ ਲਮਕ ਜਾਂਦਾ ਤਾਂ ਤੁਸੀਂ ਮਰਦੇ ਹੋ। ਮੈਨੂੰ ਕਰਨ ਇਸ ਗੱਲ ਦੀ ਆਸ ਨਹੀਂ ਸੀ ਕਿ ਅਸੀਂ ਉਦੋਂ ਪਹਿਲਾਂ ਆਏ ਹੋਏ ਹਾਂ ਵੀ ਅਸੀਂ ਇੰਨੇ ਗਿਰ ਜਾਵਾਂਗੇ, ਅਸੀਂ ਇੰਨੇ ਨੀਚ ਕੰਮ ਕਰਨ ਲੱਗ ਜਾਵਾਂਗੇ। ਸ਼ਰਮ ਆਉਂਦੀ ਜਿਹੜੀ ਤੁਸੀਂ ਇਹ ਗੱਲ ਕਹੀ ਹੈ, ਇਹ ਜਿਹੜੇ ਤੁਹਾਡੇ ਹੁਣ ਨਾਲ ਦੇ ਆਉਂਦੇ ਆ ਤੇ ਉਹ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਸਹਿਣੀਆਂ ਪੈਂਦੀਆਂ ਨੇ। ਇਟਸ ਅ ਵੈਰੀ ਸੈਡ ਸਟੋਰੀ। ਜਿਹੜਾ ਜੇ ਹਾਂ ਮੈਨੂੰ ਇੰਨਾ ਵੀ ਪਤਾ ਕਿ ਇੱਥੇ ਬੱਚੇ ਪ੍ਰੋਪੇਨ ਸਟੇਸ਼ਨਸ ਤੇ ਪ੍ਰੋਪੇਨ ਪਾਉਂਦੇ ਨੇ ਜੀ। ਜਿਹੜੀ LPG ਹੁੰਦੀ ਹੈ ਸਾਡੇ ਕਾਰਾਂ 'ਚ ਵੀ ਪੈਂਦੀ ਹੈਗੀ ਆ, ਹੁਣ ਘੱਟ ਚੱਲਿਆ ਕੰਮ ਵੈਸੇ। ਔਰ ਉੱਥੋਂ ਮੋਸਟਲੀ ਜਿਹੜੇ ਪ੍ਰੋਪੇਨ ਸਟੇਸ਼ਨਸ ਆ, ਉੱਥੇ ਜਿਹੜਾ ਡਰਾਈਵਰ ਕੋਈ ਵੀ ਪ੍ਰੋਪੇਨ ਪਾਉਂਦਾ ਉਹ ਟਿਪ ਦਿੰਦਾ $1 $2 ਜਾਂ ਜਿਹੜਾ ਡਾਲਰ ਹੋ ਉਹਨੂੰ ਰੌਨ ਕਰ ਦੇਣਾ ਜਾਂ $2 ਨਾਲ ਦੇ ਦੇਣੇ ਆ। ਕਈ ਸਾਰੇ ਸਟੇਸ਼ਨ ਵਾਲੇ ਦੇ ਮਾਲਕ ਉਹ ਟਿਪ ਨਹੀਂ ਬੱਚੇ ਕੋਲੇ ਛੱਡਦੇ। ਅਸੀਂ ਇੰਨੇ ਗਿਰ ਚੁੱਕੇ ਹਾਂ, ਅਸੀਂ ਇੰਨੇ ਨੀਵੇਂ ਹੋ ਚੁੱਕੇ ਹਾਂ। ਸਾਡੀ ਔਕਾਤ, ਜਿਹੜੇ ਅਸੀਂ ਬਾਹਰ ਮਰਸਡੀਜ਼ ਲੈ ਕੇ ਗੇੜੇ ਕੱਢਦੇ ਹਾਂ, ਅਸੀਂ ਕਹਿੰਦੇ ਹਾਂ ਸਾਡੇ ਏਡੇ ਵੱਡੇ ਮਹਿਲ ਉਸਾਰੇ ਹੋਏ ਨੇ, ਅਸੀਂ ਉਹਨਾਂ ਦੇ ਮਾਲਕ ਹਾਂ। ਅਸੀਂ ਉਹ ਜਿਹੜਾ ਬੱਚਾ ਕੰਮ ਕਰ ਰਿਹਾ, ਕੋਈ ਵੀ ਕਰ ਰਿਹਾ, ਚਾਹੇ ਇੱਥੋਂ ਦਾ ਜੰਮਿਆ ਕਰ ਰਿਹਾ ਜਾਂ ਉੱਥੋਂ ਦਾ ਕਰ ਰਿਹਾ, ਕੋਈ ਵੀ ਕਰ ਰਿਹਾ, ਅਸੀਂ ਉਹਨੂੰ ਕੋਲੇ ਟਿਪ ਨਹੀਂ ਛੱਡਦੇ। ਇਮੈਜਿਨ ਕਰੋ ਅਸੀਂ ਇੰਨੇ ਗਰਕ ਚੁੱਕੇ ਹਾਂ। ਇੱਕ ਗੱਲ ਹੋਰ, ਮੇਰੀ ਪੇਰੈਂਟਸ ਨੂੰ ਥੋੜ੍ਹੀ ਜਿਹੀ ਸਲਾਹ ਹੈਗੀ ਆ, ਜਿਹੜੇ ਬੱਚੇ ਉੱਥੋਂ ਆਉਂਦੇ ਹੈਗੇ ਆ, ਅੱਗੇ ਵੀ ਮੈਂ ਆਪਾਂ ਗੱਲ ਕੀਤੀ ਤਰਨ, ਰਿਕੁਐਸਟ ਹੈ ਮੇਰੀ ਤੁਹਾਨੂੰ, ਬੱਚੇ ਨੂੰ ਥੋੜ੍ਹਾ ਟਫ ਕਰੋ। ਤੁਸੀਂ ਬੱਚੇ ਨੂੰ ਤਿਆਰ ਕਰੋ ਕਿ ਬੱਚਾ ਘਰ ਛੱਡ ਕੇ ਚੱਲਿਆ। ਤੁਸੀਂ ਬੱਚੇ ਨੂੰ ਪੈਂਪਰ ਨਾ ਕਰੋ। ਤੁਸੀਂ ਉਹ ਨਾ ਕਹੋ ਉਹਨੂੰ ਪਾਲਣ ਪੋਸਣ ਲੱਗ ਜਾਓ ਵੀ ਤੂੰ ਤਾਂ ਪਿਆ ਹੀ ਰਹਿ, ਤੂੰ ਕੰਮ ਨਾ ਕਰ, ਕੈਨੇਡਾ ਜਾ ਕੇ ਤਾਂ ਤੈਨੂੰ ਕੰਮ ਕਰਨਾ ਹੀ ਪੈਣਾ, ਉੱਥੇ ਤੈਨੂੰ ਬਹੁਤ ਔਖਾ ਹੋ ਜਾਣਾ, ਤੂੰ ਉਹਨਾਂ ਜਿਹੜਾ ਆਰਾਮ ਕਰਨ ਦਾ ਕਰ ਲਾ। ਨਹੀਂ, ਉਹਨੂੰ ਉੱਥੇ ਕੰਮ ਕਰ ਲਓ, ਜੋ ਕੰਮ ਵੀ ਕਰ ਰਿਹਾ ਕਰਨ ਲਾਓ। ਸਾਡੇ ਬੱਚਿਆਂ ਦੀ ਮੈਂ ਇੱਥੋਂ ਦੀ ਗੱਲ ਕਰਦਾ, ਜਿਹੜੇ ਮੋਸਟਲੀ ਇੱਥੋਂ ਦੇ ਸਿਸਟਮ 'ਚ ਕਰਨੇ ਦੇਖੇ ਆ। ਹੁਣ ਬੱਚਾ ਥੋੜਾ ਵੱਡਾ ਹੋ ਜਾਂਦਾ ਜੀ, ਕੰਮ ਕਰਨ ਲੱਗ ਜਾਂਦਾ। ਮੈਂ ਆਪਣੇ ਬੱਚੇ ਦੀ ਗੱਲ ਦੱਸਦਾ, ਛੋਟੇ ਛੋਟੇ ਸੀਗੇ, ਅਖਬਾਰ ਵੰਡਦੇ ਹੁੰਦੇ ਸੀਗੇ ਜੀ। ਆਓ ਗੱਲ ਸੁਣ ਲਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਸੌਰੀ ਮੈਂ ਫਿਰ ਰਮਨੇਸ਼ ਸਿੰਘ ਰੰਧਾਵਾ ਬੋਲ ਰਿਹਾ ਜੀ। ਮੈਂ ਬੇਨਤੀ ਕਰਨੀ ਸੀ, ਇਸ ਮਸਲੇ, ਇਹ ਬੜਾ ਗੰਭੀਰ ਮਸਲਾ ਸਾਡੀ ਕਮਿਊਨਿਟੀ ਵਾਸਤੇ, ਇੱਕ ਸ਼ਰਮਨਾਕ ਵੀ ਆ। ਇਸ ਕਰਕੇ ਇਸ ਮਸਲੇ ਤੇ ਇੱਕ ਦਿਨ ਸਾਰਾ ਪ੍ਰੋਗਰਾਮ ਇਸੇ ਤੇ ਕਰੋ ਤੇ ਆਪਾਂ ਸਾਰੇ ਬੁੱਧੀਜੀਵੀ ਆ, ਆਪਾਂ ਇੱਥੋਂ ਪੁਰਾਣੇ ਆਏ ਆ, ਅਸੀਂ ਸੋਚਦੇ ਵੀ ਆ, ਸਮਝਦੇ ਵੀ ਆ, ਫਿਊਚਰ ਆਪਣੇ ਨੂੰ ਹੀ ਸੋਚਦੇ ਆ। ਇਸ ਕਰਕੇ ਆਪਾਂ ਜੋ ਮਿਸਟੇਕ 1947 'ਚ ਕੀਤੀਆਂ ਜਾਂ ਜੋ ਬਾਅਦ ਕੀਤੀਆਂ ਨੇ, ਆਪਣੀ ਕਮਿਊਨਿਟੀ ਉਹੋ ਜਿਹਾ ਮਿਸਟੇਕ ਨਾ ਕਰੇ, ਜਿਹੜੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਪੁੱਛਣ ਕਿ ਸਾਡੇ ਵੱਡ ਵਡੇਰਿਆਂ ਨੇ ਕੀ ਕੀਤਾ ਸੀ। ਇਸ ਕਰਕੇ ਮੈਂ ਬੇਨਤੀ ਕਰਦਾ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ, ਇਹਨਾਂ ਬੱਚਿਆਂ ਦੀ ਜਿੰਨੀ ਹੋ ਸਕਦੀ ਹੈਲਪ ਕਰੀਏ, ਆਰਥਿਕ ਤੌਰ ਤੇ, ਮਾਨਸਿਕ ਤੌਰ ਤੇ ਜਿੰਨੀ ਵੀ ਹੈਲਪ ਹੋ ਸਕਦੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਮੈਂ ਸੈਮੀ ਰਿਟਾਇਰਡ ਆਦਮੀ ਹਾਂ, ਮੈਂ ਅੱਗੇ ਵੀ ਇੱਕ ਰੇਡੀਓ TV ਵਾਲਿਆਂ ਨੂੰ ਬੇਨਤੀ ਕੀਤੀ ਸੀ, ਪਰ ਉਹਨਾਂ ਨੇ ਜ਼ਿਆਦਾ ਮੇਰੇ ਨੂੰ ਰਿਸਪੌਂਸ ਨਹੀਂ ਦਿੱਤਾ। ਮੈਂ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਵੀ ਕੋਈ ਇਹੋ ਜਿਹੀ ਇੰਸਟੀਟਿਊਸ਼ਨ ਬਣਾ ਦਿਓ। ਆਪਣੇ ਕਈ ਇੰਜੀਨੀਅਰ, ਲਾਇਰ, ਡਾਕਟਰ ਕਈ ਇਸ ਨਾਲ ਜੁੜਨ ਨੂੰ ਤਿਆਰ ਨੇ, ਜਿਹੜੇ ਸਾਰਾ ਸਮਾਂ ਇਸ ਕੰਮ ਨੂੰ ਦੇ ਸਕਦੇ ਨੇ। ਇਹਨਾਂ ਦੀ ਜੇ ਪ੍ਰੋਬਲਮ ਹੁੰਦੀ ਆ,
ਇਮੀਗ੍ਰੇਸ਼ਨ ਦੀ, ਉਹ ਲਾਇਰ ਸਾਡੇ ਕੋਲ ਹੈਗੇ ਨੇ, ਉਹ ਹੈਲਪ ਕਰਨ। ਇਹਨੂੰ ਮੈਂਟਲ ਹੈਲਥ ਦੀ ਲੋੜ ਹੈ ਤੇ ਡਾਕਟਰ ਹੈਗੇ ਨੇ ਸਾਡੇ ਕੋਲ, ਉਹ ਹੈਲਪ ਕਰਨਗੇ। ਮੇਰਾ ਆਪਣਾ ਬੇਟਾ ਡਾਕਟਰ ਹੈ ਜੀ, ਉਹ ਮੈਂ ਉਹਦੇ ਕੋਲ ਹਫ਼ਤਾ ਇੱਕ ਲਵਾ ਸਕਦਾ ਜਦੋਂ ਲੋੜ ਪੈਗੀ ਕਿਸੇ ਕੋਲੋਂ। ਇਸ ਲਈ ਆਪਾਂ ਸਾਰੇ ਇਕੱਠੇ ਹੋਈਏ, ਜਿਹਦੀ ਆਪਾਂ ਇਹਨਾਂ ਦੀ ਹੈਲਪ ਕਰੀਏ। ਇਹ ਮੇਰੀ ਸਾਰੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ। ਬਿਲਕੁਲ ਜੀ ਸਰ, ਤੁਹਾਡੇ ਵਿਚਾਰ ਲੈ ਲਏ ਗਏ ਨੇ, ਅਸੀਂ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ। ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦੀ ਵੀ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਲਵਾਟਾ ਤੋਂ ਬੋਲ ਰਿਹਾ। ਮੈਂ ਤਾਂ ਇਹ ਗੱਲ ਕਹਿਣੀ ਆ ਵੀ ਉਹ ਕਹਾਵਤ ਨਾ ਵੀ ਤੰਦਰੁਸਤ ਕੀ ਦੁੱਖਾਂ ਦੀ ਸਾਰ ਜਾਣ, ਜੋ ਪੁੱਛੀਏ ਕਿਸੇ ਬਿਮਾਰ ਕੋਲੋਂ। ਤੇ ਮੈਂ ਇਹਨਾਂ ਹਾਲਾਤਾਂ ਵਿੱਚ ਲੰਘਿਆ ਵਾ, ਹਾਲਾਂਕਿ ਮੈਨੂੰ 50 ਸਾਲ ਹੋ ਗਏ ਆਏ ਨੂੰ, ਵੀ ਮੈਂ ਸਾਰਾ ਕੁਝ ਦੇਖਿਆ ਵਾ ਹੈ ਵੀ ਕਿੱਦਾਂ ਬੰਦਾ ਮਜਬੂਰ ਹੁੰਦਾ ਹੈ, ਸਾਰਾ ਕੁਝ ਝੱਲਣਾ ਪੈਂਦਾ। ਸਗੋਂ ਅਸੀਂ ਤਾਂ ਦਲੇਰ ਸੀਗੇ, ਝੱਲ ਗਏ ਉਸ ਟਾਈਮ। ਪਰ ਜਿਹੜੇ ਬੰਦੇ ਅਚਾਨਕ ਆ ਜਾਂਦੇ ਨਾ ਵੀ ਆਰਾਮ ਨਾਲ ਏਅਰਪੋਰਟ ਤੇ ਜਾ ਕੇ ਘਰ ਆ ਗਏ, ਉਹ ਬੰਦੇ ਫਿਰ ਜਦੋਂ ਬੰਦਾ ਬੁਲਾ ਵੀ ਦਿੰਦੇ ਜਾਂ ਬੰਦੇ ਨੂੰ ਸਾਂਭ ਵੀ ਦਿੰਦੇ, ਉਹ ਬੜਾ ਤੰਗ ਕਰਦੇ ਆ। ਹੁਣ ਸਾਡੇ ਵਰਗੇ ਜੀ ਨਾ ਆਪ ਤਕਲੀਫਾਂ ਝੱਲੀਆਂ ਗਈਆਂ ਹੈ, ਸਾਨੂੰ ਪਤਾ ਵੀ ਬੰਦਾ ਕਿੱਦਾਂ ਆਉਂਦਾ। ਸਾਨੂੰ ਸਾਡੇ ਦਿਲ 'ਚ ਹੈ ਵੀ ਅਸੀਂ ਵੀ ਜਿੱਦਾਂ ਕੋਈ ਮਹਿਸੂਸ ਹੋਇਆ ਸਾਨੂੰ ਹੋਇਆ ਵੀ ਦੂਜੇ ਬੰਦੇ ਸਾਡੇ ਵਰਗੀ ਤਕਲੀਫ ਨਾ ਹੋਵੇ, ਅਸੀਂ ਝੱਲ ਗਈਆਂ। ਪਰ ਜਿਹੜੇ ਬੰਦੇ ਕੋਈ ਆਰਾਮ ਨਾਲ ਜੇ ਆ ਜਾਂਦੇ ਆ ਨਾ, ਉਹ ਬੜੇ ਤੰਗ ਕਰਦੇ। ਮੇਰੇ ਨਾਲ ਵੀ ਹੋਈ ਏਦਾਂ, ਮੈਂ ਤਾਂ ਹੁਣ ਦੱਸੀ ਆ ਵੀ ਇੰਨਾ ਲੰਬੀ ਚੌੜੀ ਤਾਂ ਮੈਂ ਗੱਲ ਦੱਸ ਨਹੀਂ ਸਕਦਾ। ਥੈਂਕ ਯੂ ਜੀ, ਸ਼ੁਕਰੀਆ ਜੀ, ਹੋਰ ਕਾਲ ਆ ਰਹੀ ਹੈ। ਸ਼ੁਕਰੀਆ ਸਰ, ਸਾਨੂੰ ਹੋਰ ਕਾਲਰ ਕਾਲ ਹੋ ਰਹੀ ਹੈ। ਥੈਂਕ ਯੂ ਜੀ, ਧੰਨਵਾਦ। ਸੋ ਨਾਈਸ ਆਫ ਯੂ, ਥੈਂਕ ਯੂ ਫॉर ਕਾਲਿੰਗ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਮੈਂ ਬੋਲ ਰਿਹਾ ਸੂਫੀ ਹਰਦਿਆਲ ਸਿੰਘ ਜੀ ਸਰ। ਤੇ ਨਾਥ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕਸ ਫॉर ਕਾਲਿੰਗ। ਸਤਿ ਸ਼੍ਰੀ ਅਕਾਲ। ਮੈਂ ਆ ਬੱਚਾ ਜਿਹਦੀ ਡੈਥ ਹੋਈ ਉਹ ਦੇਖ ਕੇ ਮੈਂ ਬਹੁਤ ਸ਼ਰਮਸਾਰ ਹਾਂ ਕਿ ਸਾਡੇ ਇਹੋ ਜਿਹੇ ਆਪਣੇ ਲੋਕੀ ਜਿਹੜੇ ਮਿਸਯੂਜ਼ ਵੀ ਕਰਦੇ ਨੇ ਲੋਕਾਂ ਨੂੰ। ਮੈਂ ਤੁਹਾਨੂੰ ਇਹ ਸੁਜੈਸਟ ਕਰਨ ਲੱਗਾ ਸਾਂ, ਜੇ ਤੁਸੀਂ ਚਾਹੋ ਕਿ ਮੈਂ ਪਾਰਟੀਸਪੇਟ ਵੀ ਕਰਾਂਗਾ, ਕੋਈ ਸੁਸਾਇਟੀ ਬਣਾਈਏ ਕਿ ਜਿਹੜੇ ਇਹੋ ਜਿਹੇ ਗੰਦੇ ਬੰਦੇ ਨੇ ਉਹਨਾਂ ਨੂੰ ਐਕਸਪੋਜ਼ ਵੀ ਕਰਨਾ ਚਾਹੀਦਾ। ਦੂਜਾ, ਇਹਨਾਂ ਲੋਕਾਂ ਨੂੰ ਆਪਣੇ ਜਿਹੜੇ ਸਟੂਡੈਂਟ ਆਏ ਨੇ ਇਹਨਾਂ ਨੂੰ ਕੋਈ ਪ੍ਰੋਟੈਕਟ ਕਰੀਏ ਕਿਸੇ ਤਰੀਕੇ ਦੇ ਨਾਲ, ਸੰਸਥਾ ਬਣਾਈਏ। ਥੈਂਕ ਯੂ ਜੀ, ਮੈਂ ਆਈ ਬੀ ਵਿਲਿੰਗ ਟੂ ਪਾਰਟਿਸਿਪੇਟ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਗੱਲ ਕਰਾਂਗੇ ਜੀ ਇਹਦੇ ਬਾਰੇ। ਮਾਫੀ ਚਾਹਾਂਗੇ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਕਲਗੀਧਰ ਤੋਂ ਬੋਲ ਰਿਹਾ ਜੀ। ਨਾਥ ਸਾਹਿਬ ਨੂੰ ਤੇ ਸਾਰੀ ਟੀਮ ਨੂੰ ਤੁਹਾਡੇ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਨਾਥ ਸਾਹਿਬ, ਬੜਾ ਦੁੱਖ ਹੋਇਆ ਕਿਉਂਕਿ ਆਪਾਂ ਇੱਥੇ ਨੇੜੇ ਆ, ਚੌਕੀਮਾਨ ਦੇ ਗਾਹਾਂ ਮੋਗੇ ਦੇ ਨੇੜੇ ਪਿੰਡ ਦੱਸਿਆ ਗਿਆ, ਗਰੀਬ ਘਰ ਦਾ ਬੱਚੇ ਦੱਸਿਆ ਗਿਆ। ਜੇ ਨਾ ਹੁਣ ਉਹਨਾਂ ਦਾ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਜਿਵੇਂ ਇੱਕ ਭਾਈ ਸਾਹਿਬ ਨੇ ਕਿਹਾ ਵੀ ਹੁਣ 50,000 ਇਕੱਠਾ ਹੋ ਜੂ। ਮੈਂ ਕਿਹੜਾ ਅੱਗੇ ਵੀ ਬੇਨਤੀ ਕੀਤੀ ਸੀਗੀ ਵੀ ਉਹ ਜਿਹਨਾਂ ਨੇ, ਮੈਂ ਉਹਨਾਂ ਦੀ ਗੱਲ ਨਾਲ ਬਹੁਤ ਸਹਿਮਤ ਹਾਂ। ਕੋਈ ਲੜਕੀ ਹੈ, ਕੋਈ ਲੜਕਾ, ਉਹਨਾਂ ਨੂੰ ਕਿਸੇ ਪਲੇਟਫਾਰਮ ਤੇ ਛੋਟੇ ਜਾਂ ਹੋਰ ਵੱਡੇ ਟੀਵੀ ਜਾਂ ਰੇਡੀਓ ਚੱਲਦੇ ਨੇ, ਉਹਨਾਂ ਦੇ ਅੱਗੇ ਆਪਣਾ ਦੁੱਖ ਦੱਸ ਦੇਣਾ ਚਾਹੀਦਾ। ਇਹੋ ਜਿਹੀ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਕਿਸੇ ਪਲੇਟਫਾਰਮ ਤੇ ਆ ਕੇ, ਮੈਨੂੰ ਨਹੀਂ ਪਤਾ ਇਹ ਬੱਚਾ ਆਇਆ ਜਾਂ ਨਹੀਂ ਆਇਆ, ਹੁਣ ਸਾਡੀਆਂ ਦੇਖ ਕੇ ਨਾ ਉਹ ਬੜਾ ਹੀ ਦੁੱਖ ਹੋਇਆ। ਤੇ ਮੈਂ ਬੇਨਤੀ ਕਰੂੰਗਾ ਸਟੂਡੈਂਟਾਂ ਨੂੰ, ਕੋਈ ਲੜਕੀ ਕੋਈ ਲੜਕਾ ਕੋ ਆਪਣੀ ਉਹ ਪ੍ਰੋਬਲਮ ਦੱਸਿਆ ਕਰੇ ਆ ਕੇ ਕਿਸੇ ਪਲੇਟਫਾਰਮ ਤੇ ਆ ਕੇ, ਕਿਉਂਕਿ ਬੜੇ ਸਾਡੇ ਬੈਠੇ ਆ ਇਹਨਾਂ ਦੀ ਹੈਲਪ ਕਰਨ ਵਾਸਤੇ। ਇਹਨੇ ਕਹਿੰਦਾ ਥੈਂਕ ਯੂ ਮਿਹਰਬਾਨੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਗੱਲ ਇਹ ਆਉਂਦੀ ਵੀ ਅਸੀਂ ਟਫ ਕਰਕੇ ਨਹੀਂ ਭੇਜਦੇ, ਇਹ ਵੀ ਇੱਕ ਸਾਰੇ ਕਾਰਨ ਨੇ, ਇੱਕ ਹੀ ਕਾਰਨ ਨਹੀਂ ਹੈ, ਇਹ ਵੀ ਇੱਕ ਕਾਰਨ ਹੈ। ਮਾਂ ਨੂੰ ਬਹੁਤ ਔਖਾ, ਮਾਂ ਨੇ ਬੱਚਾ ਭੇਜਣਾ, ਮਾਂ ਨੂੰ ਮੇਰਾ ਬਹੁਤ ਕੰਮ ਕਰਨਾ ਪਊਗਾ, ਔਖਾ, ਹੱਥਾਂ ਤੇ ਅੱਟਣ ਪੈ ਜਾਣੇ ਆ, ਕੁਛ ਹੋਣਾ। ਠੀਕ ਆ, ਉਹਨੂੰ ਪਹਿਲਾਂ ਉੱਥੇ ਕੰਮ ਤੇ ਲਾਓ, ਉਹਨੂੰ ਟਫ ਕਰੋ, ਔਰ ਉਹ ਵਰਕ ਕਰਦਾ। ਜੇ ਇੱਥੋਂ ਦੇ ਬੱਚੇ 18 ਸਾਲ ਦੇ ਹੁੰਦੇ ਨੇ ਤਾਂ ਘਰੋਂ ਨਿਕਲ ਜਾਂਦੇ ਜੀ, ਜਿਹੜੇ ਇੱਥੇ ਮੋਸਟਲੀ ਆਪਣੇ ਬੱਚੇ ਨਹੀਂ ਦੂਸਰਿਆਂ ਦੇ, ਉਹ ਆਪਦਾ ਕੰਮ ਕਰਦੇ ਆ, ਕੰਮ ਆਪ ਪੜ੍ਹਦੇ ਆ, ਆਪ ਫੀਸਾਂ ਇਕੱਠੀ ਕਰਦੇ, ਸਾਰਿਆਂ ਦੇ ਮਾਪੇ ਨਹੀਂ ਪੈਸੇ ਦਿੰਦੇ। ਸਰ ਇਹ ਥੋੜਾ ਜਿਹਾ ਐਟਮੋਸਫੇਅਰ ਦਾ ਵੀ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਇੱਥੇ ਪਾਰਟ ਟਾਈਮ ਜੌਬਸ ਦੇ ਟ੍ਰੈਂਡ ਹੈਗੇ। ਆਪਾਂ ਇੰਡੀਆ ਦੀ ਗੱਲ ਕਰੀਏ, ਉੱਥੇ ਫੁੱਲ ਟਾਈਮ ਜੌਬਸ ਨਹੀਂ ਮਿਲਦੀਆਂ, ਪਾਰਟ ਟਾਈਮ ਜੌਬ ਮਿਲਣਾ ਤਾਂ ਬਹੁਤ ਮੁਸ਼ਕਿਲ ਦੀ ਗੱਲ ਹੈ। ਜਿਹੜੇ ਕਰਦੇ ਵੀ ਨੇ ਤਾਂ ਬਹੁਤ ਘੱਟ ਗਿਣਤੀ ਦੇ ਵਿੱਚ ਹੈ ਕਿ ਤੁਹਾਨੂੰ ਜੌਬਸ ਐਵੇਂ ਦੀਆਂ ਮਿਲਦੀਆਂ ਹੋਣਗੀਆਂ। ਇੱਥੇ ਬਹੁਤੇ ਬੱਚੇ ਜ਼ਿਮੀਂਦਾਰਾਂ ਪਰਿਵਾਰਾਂ ਚੋਂ ਆਏ ਹੋਏ ਨੇ, ਚਲੋ ਹੁਣ ਉਹ ਜ਼ਿਮੀਂਦਾਰੀ ਨਹੀਂ ਕਰਦੇ ਹੋਣਗੇ, ਘਰੇ ਗੋਡੀ ਤਾਂ ਕਰਦੇ ਹੋਣਗੇ, ਘਰੇ ਕੁਝ ਕੰਮ ਤਾਂ ਕਰਦੇ ਹੋਣਗੇ, ਚਾਹ ਪਾਣੀ ਦਾ ਗਲਾਸ ਤਾਂ ਚੱਕ ਕੇ ਪੀਣ ਸਿੱਖਣ, ਆਪਦੀ ਚਾਹ ਪਾਣੀ ਤਾਂ ਬਣਾਉਣ ਸਿੱਖਣ, ਆਪਦੀ ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਰੋਟੀ ਤਾਂ ਬਣਾਉਣੀ ਆਉਣੀ ਚਾਹੀਦੀ ਹੈ, ਵੀ ਪਤਾ ਨਹੀਂ ਉੱਥੇ ਕਿਸੇ ਨੇ ਬਣਾ ਕੇ ਦੇਣੀ ਆ ਜਾਂ ਨਹੀਂ ਬਣਾ ਕੇ ਦੇਣੀਆਂ। ਇਹਨਾਂ ਗੱਲਾਂ ਵਾਸਤੇ ਬੰਦਾ ਰੈਡੀ ਚਾਹੀਦਾ, ਅਸੀਂ ਉਹਨਾਂ ਗੱਲਾਂ ਵਾਸਤੇ ਰੈਡੀ ਨਹੀਂ ਕਰਦੇ। ਅਸੀਂ ਸਿਰਫ ਸਬਜ਼ ਬਾਗ ਦੇਖਦੇ ਹਾਂ ਵੀ ਦਰਖਤ ਲੱਗਿਆ ਹੈ, ਵੀ ਝੜਕਾਉਣਾ ਤੇ ਡਾਲਰ ਇਕੱਠੇ ਕਰਨੇ, ਹੋਣੇ ਨਹੀਂ ਹੈ, ਮਿਹਨਤ ਕਰਨੀ ਪਏਗੀ। ਇੱਥੇ ਹਰ ਇੱਕ ਨੇ ਜਿਹੜਾ ਹੈ ਜੀ ਮਿਹਨਤ ਕਰਨੀ ਪੈਂਦੀ ਹੈ। 24 ਆਵਰਸ ਵੀ ਲੋਕਾਂ ਨੇ ਕੰਮ ਕੀਤੇ ਆ, ਆਮ ਵਨ ਆਫ them 24 ਆਵਰਸ ਸਟ੍ਰੇਟ ਕੰਮ ਕੀਤਾ। ਉਦੋਂ ਮੋਰ ਹੋਰ 24 ਆਵਰ ਕਰਦਾ, ਨਾਟ
ਇਹ ਨਾਰਮਲੀ ਲੋਕ ਇੰਨੇ ਕੰਮ ਘੰਟੇ ਲਾਉਂਦੇ ਨੇ, ਕੰਮ ਕਰਨਾ ਪੈਂਦਾ, ਸਖਤ ਹੋਣਾ ਪੈਂਦਾ, ਔਰ ਤੁਹਾਨੂੰ ਜਿੰਨੀ ਛੇਤੀ ਸਖਤ ਹੋਵੋਗੇ ਆ ਕੇ ਫਿਰ ਇੱਥੇ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਬਈ ਮੈਨੂੰ ਪਤਾ ਸੀ ਰੋਟੀ ਆਪ ਮੈਨੂੰ ਬਣਾਉਣੀ ਪੈਣੀ ਹੈ, ਰੋਟੀ ਮੈਨੂੰ ਪਤਾ, ਚਾਹ ਵੀ ਮੈਨੂੰ ਆਪ ਬਣਾਉਣੀ ਪੈਣੀ ਹੈ, ਆਪਦਾ ਕੱਪ ਵੀ ਆਪ ਧੋਣਾ ਪੈਣਾ, ਦੂਜਿਆਂ ਦੇ ਭਾਂਡੇ ਵੀ ਧੋਣੇ ਪੈਣੇ, ਕਿਉਂਕਿ ਵਾਰੀ ਬੰਨੀ ਹੋਈ ਆ, ਇੱਕ ਨੇ ਰੋਟੀ ਪਕਾਉਣੀ, ਇੱਕ ਨੇ ਭਾਂਡੇ ਸਾਫ਼ ਕਰਨੇ, ਕਿ ਸਬਜ਼ੀ ਬਣਾਉਣੀ ਆ, ਤੁਹਾਡੀ ਵਾਰੀ ਬੰਨੀ ਹੋਈ ਆ, ਤੁਹਾਨੂੰ ਇਹ ਕੰਮ ਤਾਂ ਕਰਨਾ ਪੈਣਾ। ਉਦੋਂ ਫਿਰ ਤੁਹਾਨੂੰ ਜੇ ਘਰੇ ਹੀ ਧੋਣ ਲੱਗ ਜਾਓਗੇ, ਨਾਲੇ ਮਾਪਿਆਂ ਦਾ ਹੱਥ ਵੰਡਾਉਂਦੇ ਹੋ, ਮਾਂ ਦੇ ਨਾਲ ਹੱਥ ਵੰਡਾਉਂਦੇ ਹੋ, ਭਾਈ ਮੈਂ ਨਾਲੇ ਭਾਂਡੇ ਧੋ ਦੇਣਾ ਨਾਲ, ਉੱਥੋਂ ਸਿੱਖ ਲਓ, ਥੋੜਾ ਸੌਖੇ ਰਹੋਗੇ ਜੀ। ਬਿਲਕੁਲ। ਤੇ ਇਸ ਤੋਂ ਥੋੜੀ ਜਿਹੀ ਅਗਲੀ ਖਬਰ ਵੱਲ ਆਈਏ, ਓਨਟਾਰੀਓ ਦੀ ਗੱਲ ਕਰ ਲਈਏ, ਵੈਕਸੀਨ ਦੀ ਗੱਲ ਕਰ ਲਈਏ। ਕੈਨੇਡਾ ਦੇ ਵਿੱਚ ਵੈਕਸੀਨ ਦੀਆਂ ਜਿਹੜੀਆਂ ਡੋਜ਼ਸ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਾਣੀਆਂ ਨੇ, ਤੋ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਕੈਨੇਡਾ ਵਿੱਚ ਹੁਣ ਜਿਹੜੀਆਂ ਵੈਕਸੀਨ ਦੀ ਰਫ਼ਤਾਰ ਆ ਲੱਗਣ ਦੀ ਉਹ ਤੇਜ਼ ਹੋ ਜਾਏਗੀ। ਸਰ ਕੀ ਇਹ ਵਾਕਈ ਸਹੀ ਹੈ? ਲਓ ਜੀ, ਇਸ ਮਹੀਨੇ 'ਚ ਕੈਨੇਡਾ ਦੇ ਵਿੱਚ ਹਰ ਵੀਕ 'ਚ 2 ਮਿਲੀਅਨ ਡੋਜ਼ਸ ਆ ਰਹੀਆਂ ਨੇ ਫਾਈਜ਼ਰ ਦੀਆਂ, ਔਰ ਕਰਨ ਆਪਾਂ ਪਿੱਛੇ ਪ੍ਰੋਟੈਕਸ਼ਨ ਕੀਤੀ ਸੀਗੀ, ਆਪਾਂ ਔਲੀਏ ਨਹੀਂ ਹੈ, ਆਹ ਖਬਰਾਂ ਪੜ੍ਹ ਕੇ ਕਰਦੇ ਆਪਾਂ ਜੋ ਕੁਛ ਆਪਾਂ ਕਿਹਾ ਸੀ ਵੈਕਸੀਨ ਇੱਥੇ ਨਾ ਆਣਾ ਤੇ ਲਾ ਨਹੀਂ ਹੋਣਾ, ਇਹ ਸ਼ੁਰੂ ਤੋਂ ਗੱਲ ਹੋਣ ਲੱਗੀ ਆ। ਹੁਣ ਅਗਲੀ ਗੱਲ ਸੁਣ ਲਓ, ਇਸ ਮਹੀਨੇ 2 ਮਿਲੀਅਨ ਆ ਰਹੀਆਂ ਨੇ ਹਰ ਵੀਕ, ਜੂਨ 'ਚ ਇਦੋਂ ਵੱਧ ਰਹੀ ਹੈ, ਔਰ ਜਿਨ੍ਹਾਂ ਦੀ ਡੇਟ ਜੁਲਾਈ ਦੀ ਆਈ ਹੋਈ ਆ, ਵਨ ਆਫ ਦੈਮ ਵੀ ਜੁਲਾਈ ਦੇ ਐਂਡ ਵਿੱਚ ਤੁਹਾਡੇ ਸੈਕੰਡ ਡੋਜ਼ ਲੱਗਣੀ ਹੈ, ਉਦੋਂ ਪਹਿਲਾਂ ਲੱਗ ਜਾਣੀ ਹੈ, ਇਹ ਡੈਫੀਨਿਟਲੀ ਹੈ ਜੀ। ਔਰ 40% ਟਾਰਗੇਟ ਤੋਂ ਅੱਗੇ ਹੈ ਜੀ, ਅੰਟੈਰੀਓ ਦੀ ਗੱਲ ਕਰ ਰਹੇ ਹਾਂ, 40% ਨੂੰ ਆਲਰੇਡੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਆਲ ਓਵਰ ਕੈਨੇਡਾ ਅਬਾਊਟ 4% ਲੋਕ ਐਸੇ ਨੇ ਜਿਨ੍ਹਾਂ ਨੂੰ ਦੋਨੇ ਡੋਜ਼ਸ ਲੱਗ ਚੁੱਕੀਆਂ ਨੇ, ਔਰ ਬਹੁਤ ਤੇਜ਼ੀ ਨਾਲ ਵੈਕਸੀਨਸ ਆ ਰਹੇ ਨੇ, ਬਹੁਤ ਤੇਜ਼ੀ ਨਾਲ ਲੱਗ ਰਹੇ ਨੇ, ਔਰ ਤੁਹਾਨੂੰ ਲਵਾ, ਜਿਹਨੇ ਨਹੀਂ ਲਵਾਇਆ ਸੋਚ ਵੀ ਰਹੇ ਹੋ ਜੀ, ਆਈ ਵਿਲ ਰਿਕਮੈਂਡ ਵੀ ਤੁਹਾਨੂੰ ਲਵਾ ਲੈਣਾ ਚਾਹੀਦਾ ਤੁਹਾਡਾ, ਅਨਲੈਸ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਆ, ਅਦਰਵਾਈਜ਼ ਤੁਹਾਨੂੰ ਇਹ ਦੇ ਬਾਰੇ ਬਹੁਤੀ ਦੇਰ ਨਹੀਂ ਕਰਨੀ। ਹੁਣ ਤਾਂ ਬਰੈਂਪਟਨ ਦੇ ਵਿੱਚ ਵੀ ਜੀ 18 ਸਾਲ ਬਣਾ ਲਈ, ਮੈਂ ਕੋਸ਼ਿਸ਼ ਕਰ ਰਹੀ ਹਾਂ, ਮੇਰੀ ਜਦੋਜਹਿਦ ਜਾਰੀ ਹੈ, ਕਿਉਂਕਿ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਤਾਂ ਸਰਵਰ ਬਹੁਤ ਸਲੋ ਹੁੰਦਾ ਹੈ, ਅਦਰਵਾਈਜ਼ ਕਿ ਸੀਟਸ ਬੁੱਕ ਹੋ ਜਾਂਦੀਆਂ। ਡਿਕਸੀ ਦੀ ਆਪਾਂ ਗੱਲ ਕਰੀ ਉਦੋਂ ਕੀਤੀ ਸੀ ਤਾਂ ਮਹਿਜ਼ 25 ਮਿੰਟ ਦੇ ਵਿੱਚ ਸਾਰੀਆਂ ਸੀਟਸ ਫੁੱਲ ਹੋ ਗਈਆਂ ਉੱਥੇ। ਓਕੇ, ਹੁਣ ਜੀ ਜਿਹੜੀ ਆਪਣੀ ਅੰਟੈਰੀਓ ਦੀ ਲਾਈਨ ਹੈਗੀ ਆ, ਉਹਦੇ ਤੇ ਤੁਸੀਂ ਬਰੈਂਪਟਨ ਵਾਲੇ ਸਾਰੇ 18 ਸਾਲ ਵਾਲੇ ਜੀ ਸਾਰੇ ਉੱਤੇ ਤੁਸੀਂ ਅੰਟੈਰੀਓ ਵਾਲੀ ਜਿਹੜੀ ਵੈਬਸਾਈਟ ਹੈਗਾ ਉੱਤੇ ਕਰਾ ਸਕਦੇ ਹੋ। ਇੱਕ ਹੋਰ ਹੈ, ਉਹ ਤਰਨ ਆਪਣੇ ਕੋਲ ਨੰਬਰ ਸੀਗਾ ਜਿਹੜਾ ਆਪਾਂ ਨੰਬਰ ਪ੍ਰੋਗਰਾਮ ਦੇ ਅਖੀਰ 'ਚ ਦੱਸ ਦਿੰਦੇ ਹਾਂ ਸਭ ਨੂੰ ਕਿ ਜਿਹੜੇ ਨੰਬਰ ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਨਾਲ ਤੁਹਾਡੇ ਕਿਹੜੀ ਕਲੀਨਿਕ ਹੈਗੀ ਆ ਜਿੱਥੇ ਤੁਸੀਂ ਜਦੋਂ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਜੀ। ਇੱਕ ਹੈਗੇ ਵੈਕਸੀਨ ਲੋਕੇਟਰ ਸਮਥਿੰਗ, ਇੱਕ ਇਹ ਜੀ ਵੈਬਸਾਈਟ ਵੀ ਹੈਗੀ ਹੈ ਜੀ ਜਿਹੜੀ ਕਿ ਇਹ ਫ੍ਰੀ ਆਫ ਚਾਰਜ ਕਰ ਰਹੇ ਨੇ ਜੀ। ਤੁਸੀਂ ਉੱਥੇ ਜਾਓਗੇ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਕਿੱਥੇ ਕਿੰਨੀਆਂ ਡੋਜ਼ਸ ਪਈਆਂ ਨੇ, ਉਸੇ ਦਿਨ ਤੁਸੀਂ ਉਸ ਥਾਂ ਤੇ ਜਾ ਕੇ ਵੀ ਕਈ ਵਾਰੀ ਲਵਾ ਸਕਦੇ ਹੋ। ਸੋ ਦੇयर ਆਰ ਫਿਊ ਥਿੰਗਸ ਜਿਹੜੀਆਂ ਤੁਸੀਂ ਹੁਣ ਕਰ ਸਕਦੇ ਹੋ, ਤੁਸੀਂ ਵੀ ਆਪਦੀ ਤਰਨ। ਬਿਲਕੁਲ ਸਰ, ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਵੀ ਛੇਤੀ ਵੈਕਸੀਨ ਲਗਵਾਵਾਂ ਤੇ ਮੈਂ ਵੀ ਆ ਕੇ ਦੱਸਾਂ ਕਿ ਮੇਰੀ ਵੈਕਸੀਨ ਹੁਣ ਲੱਗ ਚੁੱਕੀ ਹੈ। ਉੱਥੇ ਦੂਜੇ ਪਾਸੇ ਵੈਕਸੀਨ ਦੀ ਗੱਲ ਹੋ ਰਹੀ ਹੈ, ਸੀਰਮ ਇੰਸਟੀਚਿਊਟ ਇੰਡੀਆ ਦੀ ਗੱਲ ਜ਼ਰੂਰ ਕਰ ਲਈਏ। ਇੰਡੀਆ ਦਾ ਸਭ ਤੋਂ ਵੱਡਾ ਸੀਰਮ ਇੰਸਟੀਚਿਊਟ, ਜਿੱਥੇ ਕਿ ਕਿਹਾ ਜਾ ਰਿਹਾ ਕਿ ਵੈਕਸੀਨ ਦੀ ਪ੍ਰੋਡਕਸ਼ਨ ਇੱਥੇ ਸਭ ਤੋਂ ਵੱਧ ਹੁੰਦੀ ਹੈ। ਇਸੇ ਸਿਰ ਦੇ ਉੱਤੇ ਭਾਰਤ ਨੇ ਜਿਹੜਾ ਆ ਬਾਕੀ ਮੁਲਕਾਂ ਨੂੰ ਵੈਕਸੀਨ ਜਿਹੜੀਆਂ ਉਹ ਵੰਡੀਆਂ ਵੀ ਸੀ ਤੇ ਇੱਥੇ ਜਿਹੜਾ ਠੇਕਾ ਦਿੱਤਾ ਗਿਆ ਸੀ ਐਸਟਰਾਜ਼ੈਨਕਾ ਵੈਕਸੀਨ ਬਣਾਉਣ ਦਾ, ਕੋਵਿਸ਼ੀਲਡ ਦਾ, ਕਾਫੀ ਮੁਲਕਾਂ ਤੱਕ ਗਈਆਂ ਵੀ ਨੇ। ਪਰ ਹੁਣ ਸੁਣਨ ਦੇ ਵਿੱਚ ਆਇਆ ਕਿ ਉਸ ਸੀਰਮ ਇੰਸਟੀਚਿਊਟ ਦੇ CEO ਦੇ ਉੱਤੇ ਇੰਨਾ ਕੁ ਜ਼ਿਆਦਾ ਦਬਾਅ ਬਣਾਇਆ ਜਾਣ ਲੱਗ ਪਿਆ ਕਿ ਆਖਿਰ ਉਹਨੂੰ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿਦੇਸ਼ ਭੱਜਣਾ ਪਿਆ। UK ਦੇ ਵਿੱਚ ਚਲੇ ਗਏ ਨੇ ਇਸ ਵਕਤ, ਹਾਲਾਂਕਿ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ, ਇਸ ਦੇ ਬਾਵਜੂਦ ਬਹੁਤ ਅਨਸੇਫ ਫੀਲ ਕਰ ਰਹੇ ਸੀ। ਸਰ ਕੌਣ ਦੇ ਰਿਹਾ ਸੀ ਧਮਕੀਆਂ? ਆਧਾਰ ਪੂਨਾਵਾਲਾ ਇਹਨਾਂ ਦਾ ਨਾਮ ਹੈ ਜੀ, ਤੇ ਇਹਨਾਂ ਨੂੰ ਧਮਕੀਆਂ ਕਰਨ ਜਿਹੜੇ ਸਭ ਚ ਇਹ ਕਹਿ ਰਹੇ ਆ ਕਈ ਮੁੱਖ ਮੰਤਰੀ, ਉਹਨਾਂ ਨੇ ਧਮਕੀਆਂ ਦਿੱਤੀਆਂ ਨੇ। ਔਰ ਕਿਹਾ ਮੁੱਖ ਮੰਤਰੀ ਨੇ ਕਿਹਾ, ਹੋਰਾਂ ਕਈਆਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਵੈਕਸੀਨ ਦੇ ਦਿਓ ਵਰਨਾ ਜੀ। ਜਦੋਂ ਵਰਨਾ ਕਹਿ ਕੇ ਗੱਲ ਛੱਡ ਦੇਣੀ ਆ, ਇਹ ਤੁਹਾਡੇ ਇਮੈਜੀਨੇਸ਼ਨ ਤੇ ਛੱਡਦੀ ਵੀ ਜੇ ਐਡੀ ਵੱਡੀ ਧਮਕੀ ਬੰਦੇ ਨੂੰ ਦੇਣੀ। ਇੱਕ ਤਾਂ ਉਹ ਇੰਸਟੀਚਿਊਟ ਤੁਹਾਨੂੰ ਵੈਕਸੀਨ ਬਣਾ ਰਹੀ ਹੈਗੀ ਆ, ਤੁਹਾਨੂੰ ਵੈਕਸੀਨ ਦੇ ਰਹੀ ਹੈਗੀ ਹੈ, ਤੇ ਤੁਸੀਂ ਕਹਿੰਦੇ ਹੋ ਸਾਰੀ ਇਹ ਹਾਊ ਇਟ ਪੋਸੀਬਲ? ਤੁਹਾਨੂੰ ਜਿਹੜੇ ਹਿਸਾਬ 'ਚ ਨੈਸ਼ਨਲ ਲੈਵਲ ਤੇ ਵੰਡੀ ਜਾਣੀ ਹੈ, ਸਰਕਾਰ ਨੇ ਵੰਡਣੀ ਹੈ। ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਨੂੰ ਫੜਾਤੀ ਤੇ ਕਿਸੇ ਨੂੰ ਨਹੀਂ ਫੜਾਤੀ। ਦੇਰ ਇਜ਼ ਅ ਸਿਸਟਮ। ਜਿਵੇਂ ਸਾਡੇ ਆਉਂਦਾ ਕੈਨੇਡਾ ਦੀ ਸਾਡੀ ਫੈਡਰਲ ਸਰਕਾਰ ਹੈਗੀ ਆ, ਉਹ ਸਾਰਿਆਂ ਨੂੰ ਅੱਗੇ ਵੰਡਦੀ ਹੈਗੀ ਆ, ਔਰ ਸਾਰਿਆਂ ਨੂੰ ਜਿਹੜੀ ਵੰਡ ਰਹੀ ਹੈ ਉਹ ਸਹੀ ਵੰਡ ਹੋ ਰਹੀ ਹੈ। ਕਿਸੇ ਨੇ ਇਹ ਹੁਣ ਤੱਕ ਇਹ ਸ਼ਿਕਾਇਤ ਨਹੀਂ ਕੀਤੀ ਕਿ ਤੁਸੀਂ ਮੰਟਾਰੀ ਨੂੰ ਵੱਧ ਦਿੱਤੇ ਤੇ ਕੁਬੈਕ ਨੂੰ ਘੱਟ ਦਿੱਤੇ। ਹੁਣ ਤੱਕ ਤਾਂ ਆਪਾਂ ਖਬਰ ਨਹੀਂ ਸੁਣੀ। ਫੈਡਰਲ ਸਰਕਾਰ ਹੈ, ਇਹ ਠੀਕ ਕਰ ਰਹੀ ਹੈਗੀ ਹੈ। ਸਾਡੀ ਵੀ ਉੱਥੇ ਇੰਡੀਆ ਦੇ ਵਿੱਚ ਜਿਹੜੀ ਫੈਡਰਲ ਸਰਕਾਰ ਆ ਉਹ ਇਹ ਜ਼ਿੰਮੇਵਾਰੀ ਨਿਭਾ ਰਹੀ ਹੋਊਗੀ, ਅਸੀਂ ਆਸ ਕਰਦੇ ਹਾਂ। ਔਰ ਜਿਹੜੀ ਜਿਹੀਆਂ ਧਮਕੀਆਂ ਦੇਣੀਆਂ ਔਰ ਜਿਹੜੀ ਉਹਨੂੰ ਐਕਸਟਰਾ ਸਿਕਿਉਰਿਟੀ ਮਿਲੀ ਹੈ, ਗਵਰਨਮੈਂਟ ਐਕਸੈਪਟਸ ਇਟ ਵੀ ਸਾਡੀ ਸਿਕਿਉਰਿਟੀ ਦੇ ਵਿੱਚ ਕੁਛ ਨਾ ਕੁਛ ਖਾਮੀਆਂ ਹੈਗੀਆਂ ਜਿਹੜੀਆਂ ਇਹ ਬੰਦਿਆਂ ਨਾਲ ਇਹੋ ਜਿਹਾ ਕੁਛ ਹੋ ਰਿਹਾ ਹੈਗਾ। ਇਹ ਸਟੇਜ ਪਹੁੰਚੇ ਕਿਉਂ?
ਕਿਉਂ ਇਹ ਅੱਛਾ ਉਹ ਜਿਹੜਾ ਮਿਸਟਰ ਪੂਨਾਵਾਲਾ ਹੈਗਾ ਹੀ ਇਜ਼ ਥਿੰਕਿੰਗ ਆਫ ਅਨਦਰ ਪਲਾਨ, ਕਹਿੰਦਾ ਯੂਰਪ 'ਚ ਮੈਂ ਕਿਤੇ ਰਹਿਣਾ, ਮੇਬੀ ਇਟਸ ਇਨ ਇੰਗਲੈਂਡ। ਜੇ ਇਹ ਆਪਦੀ ਫਰਮ ਉੱਥੋਂ ਮੂਵ ਕਰ ਕਿਸੇ ਹੋਰ ਨਾਲ ਲਾ ਲੈਂਦਾ, ਤਾਂ ਡੂ ਯੂ ਥਿੰਕ ਜਦ ਇਹਨੂੰ ਉੱਥੇ ਇਹ ਜਿਹੀਆਂ ਧਮਕੀਆਂ ਮਿਲ ਰਹੀਆਂ ਨੇ, ਬਿਜ਼ਨਸਮੈਨ ਨੂੰ ਕੀ ਚਾਹੀਦਾ ਹੁੰਦਾ? ਸ਼ਾਂਤੀ ਚਾਹੀਦੀ ਹੈ, ਟਿਕਾ ਚਾਹੀਦਾ, ਸਿਕਿਉਰਿਟੀ ਚਾਹੀਦੀ ਹੈ, ਤਾਂ ਹੀ ਉਹ ਆਪਦਾ ਬਿਜ਼ਨਸ ਲਾਏਗਾ। ਇਹਦਾ ਦਿਮਾਗ ਖਰਾਬ ਹੋਇਆ। ਅਗਲਾ ਕਹਿੰਦਾ ਮੈਂ ਆਦੀ ਇੰਸਟੀਚਿਊਟ ਚੱਕਦਾ ਕਿਤੇ ਹੋਰ ਲੈ ਜਾਣਾ, ਸਾਰੇ ਲਵਾਉਣ ਨੂੰ ਫਿਰਦੇ, ਅਸੀਂ ਲਵਾਉਣ ਨੂੰ ਫਿਰਦੇ। ਸਾਡੀ ਕੁਬੈਕ ਦੇ ਵਿੱਚ ਆਲਰੇਡੀ ਇੱਕ ਗੱਲ ਸੱਚ ਹੋਰ ਦੱਸ ਦਿਆਂ ਜੀ, ਸਾਡੀ ਕੁਬੈਕ ਦੇ ਵਿੱਚ ਜਿਹੜੀ ਇੰਸਟੀਟਿਊਸ਼ਨ ਹੈ ਜਿਹੜੀ ਜਿਹਨੇ ਵੈਕਸੀਨ ਬਣਾਉਣ ਲੱਗਣਾ ਜੀ, ਬੜੀ ਛੇਤੀ ਉੱਥੇ ਵੈਕਸੀਨ ਬਣਨੇ ਸਾਡੇ ਆਪ ਦੇ ਸ਼ੁਰੂ ਹੋਣ ਲੱਗੇ ਨੇ। ਇਮੈਜਿਨ ਕਰੋ ਅਸੀਂ ਕੁਝ ਮਹੀਨਿਆਂ 'ਚ ਆਪਦੀ ਫੈਕਟਰੀ ਉਸ ਮਾਮਲੇ ਚੱਲਦੀ ਕਰ ਦਿੱਤੀ ਹੈ ਜਿੱਥੇ ਚੱਲਦੇ ਸੀ, ਉਹਨਾਂ ਦਾ ਹੱਲ ਕੀ ਹੈਗਾ? ਔਰ ਇਹ ਜਿਹੜੀ ਪੂਨਾਵਾਲਾ ਨੂੰ ਇਹ ਧਮਕੀਆਂ ਤੇ ਹੈਗੀਆਂ ਨੇ, ਇਟਸ ਅ ਵੈਰੀ ਸੈਡ ਸਿਚੁਏਸ਼ਨ। ਤੁਸੀਂ ਇਹ ਦੇਖੋ ਕਿ ਵੈਕਸੀਨ ਪ੍ਰੋਡਕਸ਼ਨ ਦੀ ਜਦੋਂ ਗੱਲ ਆਉਂਦੀ ਹੈ, ਕਿ ਮੈਡੀਸਿਨ ਪ੍ਰੋਡਕਸ਼ਨ ਦੀ ਗੱਲ ਆਉਂਦੀ ਹੈ, ਤਾਂ ਭਾਰਤ ਦਾ ਨਾਮ ਸਭ ਤੋਂ ਅੱਗੇ ਆਉਂਦਾ ਕਿ ਸਭ ਤੋਂ ਵੱਡਾ ਦਵਾਈ ਜਿਹੜਾ ਆ ਉਤਪਾਦਨ ਇੱਥੇ ਹੁੰਦਾ ਆ। ਸਿਰਮ ਇੰਸਟੀਚਿਊਟ ਉਹਦੇ ਵਿੱਚੋਂ ਸਭ ਤੋਂ ਵੱਡਾ ਇੰਸਟੀਚਿਊਟ ਆ ਜਿੱਥੇ ਕਿ ਸਭ ਤੋਂ ਵੱਡੀ ਗਿਣਤੀ 'ਚ ਦਵਾਈਆਂ ਬਣਦੀਆਂ ਨੇ। ਸੋ ਯੂਕੇ ਤੱਕ ਦੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਆਰਡਰ ਦਿੰਦੀਆਂ ਨੇ। ਦੇਖੋ ਕਿ ਜੇ ਕੱਲ ਨੂੰ ਇਹ ਪਲਾਂਟ ਇੱਥੋਂ ਮੂਵ ਕਰਕੇ ਕਿਤੇ ਹੋਰ ਲਗਾ ਦਿੰਦੇ ਨੇ, ਭਾਰਤ ਦਾ ਜਿਹੜਾ ਵਿਸ਼ਵ ਗੁਰੂ ਦਾ ਇੱਕ ਖਾਸ ਤੌਰ ਤੇ ਮੈਡੀਸਨ ਦੇ ਖੇਤਰ ਦੀ ਗੱਲ ਕਰਦੇ ਆ, ਤਾਂ ਬਹੁਤ ਵੱਡਾ ਇਹਨਾਂ ਦੇ ਹੱਥੋਂ ਇੱਕ ਚੀਜ਼ ਜਾਏਗੀ। ਬਿਲਕੁਲ ਕਰਨ, ਇਹ ਸਾਡੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਨੂੰ ਇਹ ਬਹੁਤ ਸੀਰੀਅਸਲੀ ਇਟਸ ਉਹਨਾਂ ਵਾਸਤੇ ਖਤਰੇ ਦੀ ਘੰਟੀ ਹੈ। ਇੱਕ ਸਾਈਨ ਮਿਲਿਆ ਉਹਨਾਂ ਨੂੰ ਕਿ ਜਿਹੜੇ ਇੱਥੇ ਇੰਨੇ ਜਿਹਦੇ 'ਚ ਅਸੀਂ ਸਭ ਤੋਂ ਅੱਗੇ ਜਾ ਰਹੇ ਹਾਂ, ਅਸੀਂ ਲੋਕਾਂ ਨੂੰ ਵੰਡਿਆ। ਕੈਨੇਡਾ ਨੂੰ ਵੀ ਆਇਆ, ਜਿਹੜੀ ਸਾਡੀ ਇੱਥੋਂ ਦੀ ਅਨੀਤਾ ਆਨੰਦ ਸੀ, ਉਹਨੇ ਫੋਟੋ ਖਿਚਾਈ ਸੀ ਉਹਨਾਂ ਖੜ ਕੇ, ਮਿਨਿਸਟਰ ਹੈਗੀ ਆ, ਸਾਡੇ ਤੱਕ ਉਹ ਆਇਆ ਹੈਗਾ। ਕਈ ਦੇਸ਼ਾਂ ਨੂੰ ਤਾਂ ਫ੍ਰੀ ਵਿੱਚ ਦਿੱਤਾ ਗਿਆ, ਵੈਕਸੀਨ ਦੀ ਡੋਜ਼ਸ ਫ੍ਰੀ ਵਿੱਚ ਦਿੱਤੀਆਂ ਗਈਆਂ ਨੇ। ਤੇ ਦੱਸੋ ਫਿਰ ਉਹੋ ਜੇ ਫਰਮ ਕਹਿੰਦੀ ਹੈ ਅਸੀਂ ਜਾਣ ਬਾਰੇ ਸੋਚ ਰਹੇ ਹਾਂ, ਕਿੰਨਾ ਵੱਡਾ ਨੁਕਸਾਨ ਆ ਉਸ ਕੰਟਰੀ ਵਾਸਤੇ। ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਤਰਨਜੀਤ ਜੀ, ਨਟ ਸਾਹਿਬ ਸਤਿ ਸ੍ਰੀ ਅਕਾਲ ਸਜੇਵਾ ਜੀ, ਕੀ ਹਾਲ ਹੈ? ਥੈਂਕ ਯੂ, ਤੁਸੀਂ ਪਛਾਣ ਲਿਆ। ਹਾਂਜੀ ਨਟ ਸਾਹਿਬ, ਕੱਲ ਆਵੇ ਕਿ ਕੈਨੇਡਾ ਵਾਕਨ ਇੰਡੀਆ ਦੀ ਜਿਹੜੀ ਪੋਲੀਟੀਕਲ ਕੰਡੀਸ਼ਨ ਹੈ ਨਾ, ਉਹ ਸਿਮਿਲਰ ਨਹੀਂ ਹੈ। ਉੱਥੇ ਬਹੁਤ ਗਲਿਚ ਨੇ। ਹਾਂਜੀ, ਉੱਥੋਂ ਦੀ ਗਵਰਨਮੈਂਟ ਨੇ ਕਿਹਾ ਪਹਿਲੀ ਮਈ ਤੋਂ 18 ਤੋਂ ਉੱਤੇ ਵਾਲੇ ਹਰੇਕ ਬੰਦੇ ਨੂੰ ਵੈਕਸੀਨੇਟ ਕਰੇ। ਜਿਹੜੀਆਂ ਲੋਕ ਗਵਰਨਮੈਂਟਸ ਨੇ ਉਹਨਾਂ ਦੀ ਸਟੇਟ ਗਵਰਨਮੈਂਟ, ਔਰ ਗਵਰਨਮੈਂਟ ਨੇ ਉਧਰੋਂ ਸੀਰਮ ਇੰਸਟੀਚਿਊਟ ਤੋਂ ਇੰਨਾ ਵੱਡਾ ਆਰਡਰ ਦੇ ਦਿੱਤਾ ਕਿ ਸੀਰਮ ਇੰਸਟੀਚਿਊਟ ਪਹਿਲੇ 15 ਮਈ ਤੱਕ ਕਿਸੇ ਹੋਰ ਸਟੇਟ ਨੂੰ ਦੇਣ ਨੂੰ ਮਤਲਬ ਉਹਦੇ ਕੋਲ ਕੈਪੈਸਿਟੀ ਨਹੀਂ ਹੈ। ਔਰ ਜਿਹੜਾ ਮਤਲਬ ਉਹਦਾ ਸਟੇਟ ਦੇ ਉੱਤੇ ਪ੍ਰੈਸ਼ਰ ਪਾ ਰਹੇ ਤੇ ਗਵਰਨਮੈਂਟ ਦੀ ਪਾਲਿਸੀ ਬਹੁਤ ਗਲਤ ਹੈ, ਜਿਹਦੇ ਪਿੱਛੇ ਇਹੋ ਜਿਹਾ ਬਿਜ਼ਨਸਮੈਨ ਨੂੰ ਫੈਸਲਾ ਲੈਣਾ ਪੈ ਰਿਹਾ ਹੈ। ਬਿਲਕੁਲ ਜੀ, ਤੁਸੀਂ ਤੇ ਇਉਂ ਦੇਖੋ ਕੇਜਰੀਵਾਲ ਕਿੱਥੋਂ ਲਗਾਏਗਾ ਜੇ ਦਿੱਲੀ ਨੂੰ ਗਵਰਨਮੈਂਟ ਵੈਕਸੀਨ ਲੈਣ ਹੀ ਨਹੀਂ ਦੇਗੀ, ਔਰ ਉਸ ਤੋਂ ਬਾਅਦ ਕੇਜਰੀਵਾਲ ਨੂੰ ਕਹੇਗੀ ਕਿ ਤੁਸੀਂ ਵੈਕਸੀਨ ਕਿਉਂ ਨਹੀਂ ਲਗਾ ਰਹੇ। ਸੁਪਰੀਮ ਕੋਰਟ ਤੋਂ ਆਰਡਰ ਦਿਲਵਾ ਦੇਗੀ ਉਹਨੂੰ ਕਿ ਤੁਸੀਂ ਵੈਕਸੀਨ ਕਿਉਂ ਨਹੀਂ ਲਗਾ ਰਹੇ, ਔਰ ਉਹ ਦੂਸਰੇ ਪਾਸੇ ਉਹਨੂੰ ਵੈਕਸੀਨ ਮਿਲਣ ਹੀ ਨਹੀਂ ਦੇਗੀ ਤੇ ਉਹ ਵਿਚਾਰਾ ਧਮਕੀ ਨਹੀਂ ਦੇਗਾ ਬਿਜ਼ਨਸ ਉਹਨੂੰ ਪੂਨਾ ਵਾਲੇ ਨੂੰ ਜਾਂ ਕੋਈ ਐਸਾ XYZ ਹੋਰ ਦੂਜੇ ਮਿਸਰ ਮੈਂ ਕੇਜਰੀਵਾਲ ਦਾ ਨਾਮ ਨਹੀਂ ਲੈਣਾ ਚਾਹੁੰਦਾ, ਤੇ ਉਹ ਵਿਚਾਰਾ ਉਹ ਪੂਨਾ ਵਾਲਾ ਭੱਜੇਗਾ ਨਹੀਂ ਤੇ ਕੀ ਕਰੇਗਾ। ਹਾਲਾਤ ਦੇਖੋ ਜੀ, ਹੁਣ ਤੋਂ ਕੁਛ ਮਹੀਨੇ ਮੇਰੇ ਖਿਆਲ ਮਾਰਚ ਦੇ ਸ਼ੁਰੂ 'ਚ ਜਦੋਂ ਉੱਥੋਂ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਕਿ ਅਸੀਂ ਕਬਜ਼ੇ ਸਾਡੇ ਅੰਡਰ ਕੰਟਰੋਲ ਹੈ, ਕੋਵਿਡ ਕੁਛ ਨਹੀਂ ਹੈ, ਕਿਉਂਕਿ ਅਸੀਂ ਗੋ ਕਰੋਨਾ ਕਰ ਦਿੱਤਾ ਸੀਗਾ, ਤਾਲੀਆਂ ਥਾਲੀਆਂ ਵਜਾਤੇ ਸੀ, ਦੀਵੇ ਜਗਾਤੇ ਸੀ, ਭੰਗੜੇ ਅਸੀਂ ਪਾਤੇ ਸੀ, ਇਸੇ ਹਿਸਾਬ ਦੇ ਵਿੱਚ ਸਾਰਾ ਚਲਿਆ ਗਿਆ ਸੀ। ਅਸੀਂ ਫਿਰ ਦਵਾਈ ਜਿਹੜੀ ਸਾਡੇ ਕੋਲ ਸੀ, ਅਸੀਂ ਦਵਾਈ ਵੀ ਅੱਗੇ ਕਿਸੇ ਨੂੰ ਦੇਤੀ। ਸਾਨੂੰ ਇਹ ਸੀਗਾ ਕਿਸੇ ਨੇ WhatsApp ਦੇ ਉੱਤੇ ਇੱਕ ਕਾਰਟੂਨ ਭੇਜਿਆ ਕਿ ਉਹ ਕਹਿੰਦੇ ਨੇ ਕਿ ਕਰੋਨਾ 1 ਸਾਲ ਤੋਂ ਲੱਗਾ ਸੀ ਔਰ ਸਾਨੂੰ ਵਾਰਨਿੰਗ ਮਿਲ ਰਹੀ ਸੀ ਕਿ ਤੁਸੀਂ ਹਸਪੀਟਲ ਵਧਾਓ, ਤੁਸੀਂ ਮੈਡੀਕਲ ਫੈਸਿਲਿਟੀਜ਼ ਵਧਾਓ, ਤੇ ਸਾਡੇ ਪ੍ਰਾਈਮ ਮਿਨਿਸਟਰ ਨੇ ਆਪਣੀ ਦਾੜੀ ਵਧਾਈ ਔਰ ਕੁਝ ਨਹੀਂ ਹੋਤਾ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ। ਇਹ ਵੀ ਕਿਹਾ ਜਾ ਰਿਹਾ ਕਿ ਵੈਕਸੀਨ ਦੀ ਜਿਵੇਂ ਹੁਣ ਸ਼ਾਰਟੇਜ ਹੋ ਰਹੀ ਹੈ ਭਾਰਤ ਦੇ ਵਿੱਚ ਵੀ, ਕਿ ਜਿਹੜੀਆਂ ਰਿਚ ਕੰਟਰੀਜ਼ ਨੇ ਇਸ ਵਕਤ ਉਹਨਾਂ ਨੇ ਹੋਰਡਿੰਗ ਸਟਾਰਟ ਕਰ ਦਿੱਤੀ ਹੈ, ਚਾਹੇ ਉਹ US ਹੋਵੇ, ਕਿਉਂਕਿ US ਹੋ ਗਿਆ, ਕੈਨੇਡਾ ਹੋ ਗਿਆ, ਯੂਰਪੀਅਨ ਕੰਟਰੀਜ਼ ਹੋ ਗਈਆਂ, ਕਿ ਇਹਨਾਂ ਨੇ ਪਹਿਲਾਂ ਹੀ ਇੰਨੀ ਜ਼ਿਆਦਾ ਹੋਰਡਿੰਗ ਕਰ ਲਈ ਹੈ ਕਿ ਦੂਜੇ ਕੰਟਰੀਜ਼ ਲਈ ਬਚਿਆ ਹੀ ਨਹੀਂ ਹੈ। ਤੁਸੀਂ ਬਹੁਤ ਵਧੀਆ ਸਵਾਲ ਉਠਾਇਆ। ਇਹ ਮੈਂ ਨਹੀਂ ਸਵਾਲ ਉਠਾਇਆ, ਇੱਕ ਕੁਐਸਚਨ ਜਿਹੜਾ ਨਿਊਜ਼ਪੇਪਰ 'ਚ ਮੈਂ ਵੇਖ ਰਹੀ ਸੀ ਉਹਦੇ ਵਿੱਚ ਇਹ ਚੁੱਕਿਆ ਗਿਆ ਸੀ। ਮੈਂ ਕਿਹਾ ਚਲੋ ਆਪਾਂ ਡਿਸਕਸ ਕਰਦੇ ਹਾਂ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਵਿਨੀਪੈਗ ਤੋਂ ਬੋਲ ਰਹੀ ਹਾਂ। ਤਰਨਜੀਤ ਜੀ ਤੇ ਨਟ ਸਾਹਿਬ, ਸਤਿ ਸ਼੍ਰੀ ਅਕਾਲ। ਐਸਟਰਾਜ਼ੈਨੇਕਾ ਇੰਜੈਕਸ਼ਨ ਲੱਗਿਆ ਮੇਰੇ ਅਪ੍ਰੈਲ 'ਚ, ਤੇ ਹੁਣ ਐਸਟਰਾਜ਼ੈਨੇਕਾ ਦੀ ਮੇਰੇ ਖਿਆਲ ਡੋਜ਼ਸ ਮੈਂ ਕਦੇ ਸੁਣਿਆ ਨਹੀਂ ਤੁਹਾਡੇ ਵੱਲ ਜਾਂ ਕਿਸੇ ਟੀਵੀ ਤੇ ਵੀ ਆ ਰਹੀਆਂ ਕਿ ਨਹੀਂ, ਕਿਵੇਂ ਕਰਨਗੇ ਹੁਣ ਇਹ ਨੈਕਸਟ? ਆ ਰਹੀਆਂ, ਸਾਰਾ ਕੁਝ ਆ ਰਿਹਾ ਜੀ। ਔਰ ਤੁਹਾਨੂੰ ਜਿਹੜੀ ਸੈਕੰਡ ਡੋਜ਼ ਆ, ਜਿਹੜੀ ਪਹਿਲੀ ਡੋਜ਼ ਲੱਗੀ ਆ
ਉਹੀ ਸੈਕਿੰਡ ਲੱਗਣੀ ਹੈ ਜੇ ਤੁਸੀਂ ਉਹ ਹਾਂ ਉਹੀ ਲੱਗੇਗੀ ਜੀ। ਔਰ ਸਰਕਾਰ ਨੇ ਇੰਤਜ਼ਾਮ ਕੀਤਾ ਹੈ ਜੀ, ਤੁਹਾਨੂੰ ਜਿਹੜੀ ਡੇਟ ਦਿੱਤੀ ਹੋਈ ਆ ਉਸ ਡੇਟ ਤੇ ਤੁਹਾਨੂੰ ਐਸਟਰਾਜ਼ੈਨੇਕਾ ਆਏਗੀ ਜੀ। ਕਿਉਂਕਿ ਸਾਡੇ ਮੈਂ ਅੰਟਾਰੀਓ ਦੀ ਗੱਲ ਦੱਸ ਦਿੰਦਾ ਜੀ, ਸਾਡੇ ਇੱਥੇ ਮੋਸਟਲੀ ਜਿਹੜੇ ਡਰੱਗ ਸਟੋਰਸ ਨੇ ਉੱਥੇ ਐਸਟਰਾਜ਼ੈਨੇਕਾ ਹੋਈ ਮਿਲ ਰਹੀ ਹੈ। ਉਹਦੇ ਨਾਲ ਹੁਣ ਫਾਈਜ਼ਰ ਵੀ ਮਿਲਣ ਲੱਗ ਪਈ ਆ, ਪਰ ਪਹਿਲਾਂ ਐਸਟਰਾਜ਼ੈਨੇਕਾ ਹੋਈ ਆਈ ਹੋਈ ਸੀ ਤੇ ਐਸਟਰਾਜ਼ੈਨੇਕਾ ਹੋਰ ਵੀ ਆ ਰਹੀ ਹੈ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਕਰੋ ਤੁਸੀਂ ਕੈਨੇਡਾ 'ਚ ਬੈਠੇ ਹੋ, ਚਾਂਸਸ ਆਰ ਯੂ ਵਿਲ ਗੈਟ ਯੂਰ। ਅੰਟਾਰੀਓ ਵਾਸੀਆਂ ਨੂੰ ਵੀ ਦੱਸ ਦਈਏ, ਪ੍ਰੋਗਰਾਮ ਦੇ ਅਖੀਰ 'ਚ ਅਸੀਂ ਨੰਬਰ ਦੱਸਾਂਗੇ ਤੁਹਾਨੂੰ, ਜਿੱਥੇ ਕਿ ਤੁਸੀਂ ਆਪਣਾ ਪੋਸਟਲ ਕੋਡ ਟੈਕਸਟ ਕਰਨਾ, ਮੈਸੇਜ ਕਰਨਾ ਆਪਣਾ ਪੋਸਟਲ ਕੋਡ। ਤੁਹਾਨੂੰ ਜੇਕਰ ਨਹੀਂ ਪਤਾ ਲੱਗ ਰਿਹਾ ਤਾਂ ਤੁਹਾਨੂੰ ਤੁਹਾਡੇ ਨੇੜੇ ਜਿਹੜੀਆਂ 3 ਕਲੀਨਿਕਸ ਨੇ ਜਿੱਥੇ ਕਿ ਵੈਕਸੀਨ ਦਿੱਤੀ ਜਾ ਰਹੀ ਹੈ ਉਹਦੇ ਬਾਰੇ ਵਿੱਚ ਤੁਹਾਨੂੰ ਉਹ ਜਾਣਕਾਰੀ ਦੇਣਗੇ। ਸੋ ਤੁਹਾਨੂੰ ਪ੍ਰੋਗਰਾਮ ਦੇ ਅਖੀਰ 'ਚ ਨੰਬਰ ਦੱਸਾਂਗੇ, ਤੁਸੀਂ ਨੋਟ ਕਰ ਲਿਓ ਨੰਬਰ। ਜੀ ਸਰ, ਜਿਹੜੀ ਹੋਰਡਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਹੁਣ ਕੈਨੇਡਾ ਦੇ ਕੋਲ ਇਹ ਹੁਣ ਇਟਸ ਇਹ ਡਿਲੇਮਾ, ਤੁਸੀਂ ਕਿਵੇਂ ਇਹਨੂੰ ਸੋਚੋਗੇ ਵੀ ਇਹ ਤੁਸੀਂ ਹੁਣ ਮੋਰਲ ਤੇ ਗੱਲ ਤੇ ਆਏ ਹੋ ਤਾਂ ਤੁਸੀਂ ਆਪਣੇ ਬੰਦਿਆਂ ਨੂੰ ਪਹਿਲਾਂ ਦੇਣੀ। ਆਪਣੇ ਕੋਲ ਫੋਨ ਆਇਆ ਸੀਗਾ ਵੀ ਆਪਾਂ ਨੂੰ ਸਿੱਖਾਂ ਸੇ ਸੋਚਣਾ ਚਾਹੀਦਾ ਕਿ ਅਸੀਂ ਆਪਦੇ ਬਾਰੇ ਸੋਚੀਏ, ਅਸੀਂ ਬਾਅਦ 'ਚ ਫੇਰ ਮੰਡਣ ਲੱਗੇ। ਇਹ ਕੁਛ ਉਹਦੇ ਨਾਲ ਦੀ ਗੱਲ ਹੀ ਆ। ਕੈਨੇਡਾ ਦੇ ਕੋਲੇ ਹੁਣ ਦਵਾਈ ਆ ਗਈ ਹੈ, ਕੈਨੇਡਾ ਕੋਲੇ ਪੂਰਾ ਦਵਾਈ ਵੱਧ ਹੈ ਇਸ ਵੇਲੇ। ਦੱਸ ਦਿਸ ਵੇ ਕੀ ਕੈਨੇਡਾ ਨੂੰ ਅਫਰੀਕਾ ਨੂੰ ਆਮ ਜਸਟ ਨੇਮਿੰਗ ਅ ਕੰਟਰੀ, ਮੇਰਾ ਗਲਤ ਨਾ ਲਿਓ ਜੀ, ਕੀ ਕੈਨੇਡਾ ਨੂੰ ਅਫਰੀਕਾ ਨੂੰ ਉਹ ਦਵਾਈ ਹੁਣ ਦੇ ਦੇਣੀ ਚਾਹੀਦੀ ਹੈ ਵੀ ਮੈਂ ਆਪਦੇ ਜਿਹੜੇ ਮੇਰੇ ਲੋਕ ਹੈਗੇ ਨੇ ਉਹਨਾਂ ਨੂੰ ਮੈਂ 4 ਮਹੀਨੇ ਬਾਅਦ ਹੀ ਦੂਜੀ ਡੋਜ਼ ਦੇਵਾਂ, ਜਾਂ ਮੇਰੇ ਕੋਲ ਹੁਣ ਆਈ ਹੋਈ ਆ ਮੈਂ ਪਹਿਲਾਂ ਆਪਦੀ ਕੰਟਰੀ ਨੂੰ ਸੇਵ ਕਰਾਂ। ਦਿਸ ਕੁਐਸਚਨ ਇਜ਼ ਟੂ ਮਿਸਟਰ ਟਰੂਡੋ, ਇਹ ਪਹਿਲਾਂ ਮੈਂ ਆਪਦੇ ਕੰਟਰੀ ਨੂੰ ਸੇਵ ਕਰਾਂ, ਜਿਹੜੀ ਮੇਰੇ ਕੋਲ ਵੱਧ ਹੋਗੀ ਉਹ ਫਿਰ ਮੈਂ ਅੱਗੇ ਦੇਵਾਂ। ਤੂੰ ਕੀ ਕਰੋਗੇ? ਬਿਲਕੁਲ ਸਰ, ਜਦੋਂ ਆਪਦੇ ਘਰ ਅੱਗ ਲੱਗੀ ਹੋਗੀ ਬੰਦਾ ਗੁਆਂਢੀਆਂ ਦੀ ਥੋੜਾ ਨਾ ਬੁਝਾਉਣ ਜਾਊਗਾ, ਪਹਿਲਾਂ ਤਾਂ ਆਪਦੀ ਕੋਸ਼ਿਸ਼ ਕਰੂ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੇਵ ਕੀਤਾ ਜਾਵੇ। ਆਈ ਲਾਈਕ ਯੂਰ ਆਨਸਰ। ਕਿਉਂ? ਜਿਹੜੀ ਆਪਾਂ ਉਹ ਦੂਸਰੀ ਗੱਲ ਮੈਂ ਤੁਹਾਨੂੰ ਨਾਲ ਲਾਈ ਸੀਗੀ ਵੀ ਸਾਨੂੰ ਇੱਕ ਧਰਮ ਦੇ ਬਾਰੇ ਸੋਚਣਾ ਚਾਹੀਦਾ, ਆਪਦਾ ਖਿਆਲ ਕਰਨਾ ਚਾਹੀਦਾ। ਆਈ ਅਪ ਟੂ ਸਮ ਐਕਸਟੈਂਟ ਆਈ ਐਗਰੀ, ਪਰ ਸਾਨੂੰ ਜਦੋਂ ਕਿਤੇ ਜ਼ਿੰਦਗੀ ਮੌਤ ਦਾ ਸਵਾਲ ਆ ਗਿਆ, ਜੇ ਸਾਨੂੰ ਲੱਗ ਰਿਹਾ ਵੀ ਕਿਤੇ ਹੋਰ ਬਹੁਤ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਸ਼ਾਇਦ ਸਾਡਾ ਮਹੀਨਾ ਸਰ ਸਕਦਾ, ਦੈਨ ਵੀ ਸ਼ੁੱਡ ਗਿਵ ਦੈਮ। ਜੇ ਸਾਨੂੰ ਲੱਗ ਰਿਹਾ ਕਿ ਜੇ ਅਸੀਂ ਇਹ ਕੰਮ ਨਾ ਕੀਤਾ ਤਾਂ ਸਾਡੇ ਮੌਤਾਂ ਜ਼ਿਆਦਾ ਸ਼ੁਰੂ ਹੋ ਜਾਣਗੀਆਂ, ਦੈਨ ਵੀ ਸ਼ੁੱਡ ਕੀਪ ਇਟ। ਔਰ ਮੇਰਾ ਖਿਆਲ ਹੈ ਇਹ ਟਰੂਡੋ ਗਵਰਨਮੈਂਟ ਦੇ ਇਸ ਫੈਸਲਾ ਉਹ ਇਹ ਕਰੇਗੀ, ਚਾਂਸਸ ਆਰ ਕਿ ਅਸੀਂ ਪਹਿਲਾਂ ਆਪਣੇ ਦੇਸ਼ ਵਾਸੀਆਂ ਨੂੰ ਦਈਏ ਜਿਹੜੀ ਵੈਕਸੀਨ ਹੈਗੀ ਉਹਦੀ ਡੋਸਿਸ ਦੋਨੇ ਦਈਏ, ਉਸ ਤੋਂ ਮਗਰੋਂ ਅਸੀਂ ਜਿਹਨੂੰ ਦਾਨ ਕਰਨਾ ਦਾ, ਕਿਉਂਕਿ ਇੱਕ ਹੋਰ ਸਿਸਟਮ ਹੈ ਧਰਮ ਜਿਹੜੇ ਸੌਰੀ ਤੁਸੀਂ ਕੁਝ ਕਹਿਣ ਲੱਗੇ ਸੀ। ਇੱਕ ਹੋ ਗਿਆ ਕਿ ਤੁਸੀਂ ਲਿਮਿਟ ਦੇ ਵਿੱਚ ਤੁਸੀਂ ਲੈ ਰਹੇ ਹੋ ਕੋਈ ਚੀਜ਼ ਕਿ ਇੰਨੇ ਇੱਕ ਨਾਲ ਮੇਰੇ ਦੇਸ਼ ਵਾਸੀਆਂ ਦਾ ਸਰ ਜਾਣਾ ਹੈ ਤੇ ਬਾਕੀ ਦੀਆਂ ਡੋਜ਼ਸ ਮੈਂ ਬਾਅਦ ਚੋਂ ਦੇਖਦਾ ਹਾਂ, ਪਹਿਲਾਂ ਇੱਕ ਵਾਰੀ ਮੈਂ ਇੰਨੀਆਂ ਡੋਜ਼ਸ ਲੈ ਰਿਹਾ। ਤੁਸੀਂ ਇੱਕ ਵਾਰ 'ਚ ਹੀ ਸਾਰੀਆਂ ਡੋਜ਼ਸ ਦੇ ਉੱਤੇ ਕਬਜ਼ਾ ਕਰ ਰਹੇ ਹੋ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਬਾਕੀਆਂ ਦਾ ਬਾਅਦ ਚੋਂ ਦੇਖੀ ਜਾਓ, ਪਹਿਲਾਂ ਮੈਂ ਵਾਧੂ ਰੱਖ ਲਵਾਂ ਸਪਲਾਈ ਮੇਰੇ ਕੋਲ ਕਿ ਕੋਈ ਘਟ ਨਾ ਜਾਵੇ, ਕੋਈ ਚੀਜ਼ ਦੀ ਕਮੀ ਨਾ ਹੋ ਜਾਵੇ। ਉਹ ਕਿੰਨਾ ਕੁ ਸਹੀ ਲੱਗੇਗਾ? ਹਾਂ, ਵਾਧੂ ਨਹੀਂ ਚਾਹੀਦੀ, ਤੁਹਾਨੂੰ ਜਿੰਨੀ ਜ਼ਰੂਰਤ ਹੈਗੀ ਆ। ਹੁਣ ਜਿਹੜਾ ਯੂਐਸ ਹੁਣ ਛੱਡਣ ਲੱਗਿਆ, ਯੂਐਸ ਹੁਣ ਵੰਡ ਰਿਹਾ ਵਾ ਬਾਕੀ ਮੁਲਕਾਂ ਨੂੰ, ਚਾਹੇ ਉਹ ਕੈਨੇਡਾ ਦੀ ਗੱਲ ਹੋਵੇ ਜਾਂ ਦੂਸਰੇ ਮੁਲਕਾਂ ਦੀ ਗੱਲ ਹੋਵੇ, ਯੂਰਪ ਦੀ ਗੱਲ ਹੋਵੇ। ਪਰ ਜਦੋਂ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਬਿਲਕੁਲ ਸਾਰੀ ਵੈਕਸੀਨ ਦੇ ਉੱਤੇ ਇੱਕ ਤਰੀਕੇ ਨਾਲ ਕਬਜ਼ਾ ਕੀਤਾ। ਹਾਂ, ਕਿਉਂਕਿ ਉਹਨਾਂ ਨੇ ਹੁਣ ਤੱਕ ਅੱਛਾ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਜੀ, ਜਿਹੜੀ ਸਾਡੀ ਇਸ ਵੇਲੇ ਰੇਟ ਹੈਗਾ ਕੈਨੇਡੀਅਨਸ ਉਦੋਂ ਵੱਧ ਪਰਸੈਂਟੇਜ ਦੇ ਵੈਕਸੀਨ ਇੱਕ ਪਹਿਲੀ ਲੱਗ ਚੁੱਕੀ ਹੈ ਜਿੰਨੀ ਯੂਐਸ 'ਚ ਲੱਗੀ ਸੀਗੀ ਹੁਣ ਤੱਕ। ਇਹ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਜੀ। ਇਹ ਹੁਣ ਪਰ ਛੱਡਣ ਲੱਗ ਪਿਆ ਉਹ, ਉਹਨੂੰ ਲੱਗਦਾ ਸਾਡੀ ਪਿੱਛੋਂ ਸਪਲਾਈ ਆ ਰਹੀ ਹੈ, ਹੁਣ ਅਸੀਂ ਅੱਗੇ ਦੇ ਦਿੰਦੇ ਹਾਂ, ਤਾਂ ਐਸੀ ਕੋਈ ਗੱਲ ਨਹੀਂ। ਔਰ ਹੋਣੀ ਵੀ ਚਾਹੀਦੀ ਹੈ ਨਾ। ਸਾਰੀ ਦੁਨੀਆ ਦੇ ਵਿੱਚ ਜਿਹੜੀ WHO ਹੈਗੀ ਹੈ ਸਿਸਟਮ ਹੈ, ਜਦੋਂ ਇਹੋ ਜਿਹਾ ਵੈਕਸੀਨ ਤਿਆਰ ਹੁੰਦਾ ਹੈ ਉਹ ਨਹੀਂ ਤਾਂ ਸਾਰੇ ਅਮੀਰ ਲੋਕ ਲੈ ਜਾਣਗੇ। ਇਜ਼ਰਾਈਲ ਕਰ ਗਿਆ, ਇਜ਼ਰਾਈਲ ਨੇ ਆਪਦੇ ਸਾਰਿਆਂ ਨੂੰ ਲਾਤੀ ਆ। ਇਹ ਉੱਥੇ ਕੋਈ ਹੋ ਸਕਦਾ ਕੋਈ ਕਹੇ ਹੇਰਾਫੇਰੀ ਹੋਈ ਹੈ। ਜਿਹੜਾ ਐਸਟਰਾਜ਼ੈਨੇਕਾ ਦੀ ਯੂਰਪ ਦੇ ਵਿੱਚ ਜਿਹੜੀ ਪ੍ਰੋਟੈਕਸ਼ਨ ਜਿਹੜੀ ਥਾਂ ਤੇ ਹੁੰਦੀ ਹੈ ਕੀ ਹੈ, ਉਹਦਾ ਜਿਹੜਾ ਚੀਫ ਹੈ ਤੇ ਨੈਤਨਯਾਹੂ ਜਿਹੜਾ ਪ੍ਰਾਈਮ ਮਿਨਿਸਟਰ ਆਫ ਇਜ਼ਰਾਈਲ ਹੈ, ਦੇ ਬਹੁਤ ਪੱਕੇ ਯਾਦ ਬਿਗ ਫਰੈਂਡਸ ਨੇ। ਹੀ ਡਿਡ ਹਿਮ ਅ ਫੇਵਰ, ਤਾਂ ਹੀ ਇਜ਼ਰਾਈਲ ਦੇ ਵਿੱਚ ਇਸ ਵੇਲੇ ਸਭ ਤੋਂ ਲੱਗੇ। ਉਹ ਨਾ ਸਮਝੋ ਵੀ ਇਜ਼ਰਾਈਲ ਨੇ ਕੋਈ ਬਹੁਤ ਵੱਡੀ ਮੱਲ ਮਾਰੀ ਹੈ ਤਾਂ ਉਹਨੂੰ ਮਿਲ ਗਿਆ, ਉਹਦੀ ਜਾਰੀ ਸੀਗੀ ਉਹ ਤਾਂ ਮਿਲੀ ਹੋਈ ਹੈ। ਭੂਟਾਨ ਨੇ ਵੀ 90% ਆਪਣੇ ਲੋਕਾਂ ਦੇ ਉੱਤੇ ਲਗਾ ਦਿੱਤੀ ਆ। ਰਿਸੋਰਸਿਸ ਉਸ ਕੰਟਰੀ ਕੋਲ ਇੰਨੇ ਹੈ ਨਹੀਂ ਗੇ, ਕੋਈ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਹੀ ਰਿਚ ਕੰਟਰੀ ਆ, ਬਟ ਸਟਿਲ ਉਹਨਾਂ ਨੇ ਆਪਣੇ ਲਿਮਿਟਡ ਰਿਸੋਰਸਿਸ ਦੇ ਨਾਲ ਵੀ ਆਪਣੇ ਜਿਹੜੇ ਲੋਕਾਂ ਨੂੰ ਸੇਵ ਕੀਤਾ ਆ। ਉਹਨਾਂ ਦਾ ਪ੍ਰਾਈਮ ਮਿਨਿਸਟਰ ਡਾਕਟਰ ਠੀਕ ਹੈ ਸਰ। ਬਾਕੀ ਦੇਸ਼ਾਂ WHO ਦਾ ਨਾਲ ਜਿਹੜੇ ਦੇਸ਼ ਆ ਇਹਨਾਂ ਦਾ ਇੱਕ ਤਰ੍ਹਾਂ ਐਗਰੀਮੈਂਟ ਹੁੰਦਾ ਵੀ ਜਦੋਂ ਕੋਈ ਇਹੋ ਜਿਹਾ ਵੈਕਸੀਨ ਦੇਣਾ, ਇਹਦਾ ਮਤਲਬ ਇਹ ਨਹੀਂ ਸਾਰੇ ਅਮੀਰ ਲੈ ਜਾਣਗੇ। ਨੋ, ਉਹਦੀ ਸਰਟਨ ਪਰਸੈਂਟੇਜ ਜਿਹੜੇ ਦੇਸ਼ ਅਫੋਰਡ ਨਹੀਂ ਕਰਦੇ ਉਹਨਾਂ ਵਾਸਤੇ ਦੇਣੀ ਪੈਂਦੀ ਹੈ। ਇਹ ਸਾਡੀ ਦੁਨੀਆ ਦੇ ਵਿੱਚ ਪਰਿਵਾਰਾਂ ਦਾ ਜਿਵੇਂ ਸਾਰਾ ਪਰਿਵਾਰ ਆ, ਇਹ ਸੋਚਿਆ ਹੈ ਵੀ ਅਸੀਂ ਕੁਛ ਨੂੰ ਉਹ ਦੇਣਾ, ਇਸ ਕਰਕੇ ਉਹਨਾਂ ਨੂੰ ਵੀ ਜਾ ਰਹੀ ਹੈ। ਔਰ ਜਦ ਤੱਕ ਸਾਡਾ ਇੱਥੇ ਸਾਨੂੰ ਲੱਗ ਗਿਆ ਵੀ ਸਾਡੇ ਜੋਗੀ ਹੈਗੀ ਆ, ਫਿਰ ਅਸੀਂ ਕੈਨੇਡਾ ਹਮੇਸ਼ਾ ਦਾਨ ਕਰਨ 'ਚ ਮੂਹਰੇ ਰਿਹਾ ਇਸ ਗੱਲ ਨਹੀਂ ਆ।
ਵਰਲਡ ਲੈਵਲ ਦੇ ਉੱਤੇ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਹਰ ਥਾਂ ਤੇ ਮਦਦ ਕਰਦਾ ਹੈ। ਬਿਲਕੁਲ, ਹੁਣ ਭਾਰਤ ਦੀ ਵੀ ਮਦਦ ਕਰ ਰਿਹਾ, ਇਸ ਵਕਤ ਭੇਜੇ ਜਾ ਰਹੇ ਨੇ, ਫਾਈਨੈਂਸ਼ੀਅਲੀ ਵੀ ਹੈਲਪ ਕੀਤੀ ਜਾ ਰਹੀ ਹੈ, ਜੋ ਚੀਜ਼ ਦੀ ਜ਼ਰੂਰਤ ਹੈ ਉਹ ਵੀ ਭੇਜਿਆ ਜਾ ਰਿਹਾ। ਪਰ ਦਿੱਲੀ ਦੀ ਗੱਲ ਕਰੀਏ, ਹਾਲਾਤ ਕਾਫੀ ਬੁਰੇ ਨੇ, ਉੱਥੇ ਮਿਲਟਰੀ ਦੀ ਹੈਲਪ ਦੀ ਮੰਗ ਕੀਤੀ ਜਾ ਰਹੀ ਹੈ। ਕਰਨ ਆਲਰੇਡੀ, ਕਿਉਂਕਿ ਇਹ ਚੰਗੀ ਗੱਲ ਹੈਗੀ ਹੈ ਜਿਹੜੀ ਸਰਕਾਰ ਹੁਣ ਮਿਲਟਰੀ ਨੂੰ ਲਾਉਣ ਲੱਗੀ ਹੋਈ ਹੈ। ਇਹ ਹੁਣ ਤੋਂ ਕਿਤੇ ਪਹਿਲਾਂ ਲਾ ਦੇਣੀ ਚਾਹੀਦੀ ਸੀ, ਸਿਰਫ ਅਸੀਂ ਮੰਨਣ ਨੂੰ ਤਿਆਰ ਨਹੀਂ ਸੀ। ਜਿਹੜੀ ਸਾਡੀ ਲੀਡਰਸ਼ਿਪ ਹੈ, ਇਕੱਲੀ ਲੀਡਰਸ਼ਿਪ ਮੈਂ ਫੈਡਰਲ ਲੈਵਲ ਦੀ ਨਹੀਂ ਕਰਦਾ, ਇਸ ਵੇਲੇ ਜਿਹੜੀਆਂ ਪ੍ਰੋਵਿੰਸ਼ੀਅਲ ਲੈਵਲ ਹੈ ਤੇ ਫੈਡਰਲ ਲੈਵਲ ਹੈ, ਸਰਕਾਰਾਂ ਸਾਰੀਆਂ ਫੇਲ ਹੋਈਆਂ ਨੇ ਆਪਦੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ। ਜਿਹੜੀ ਕਿ ਇੱਕ ਆਮ ਚੀਜ਼ ਹੈ, ਜਿਹੜੀ ਆਕਸੀਜਨ ਹੈ, ਜੇ ਤੁਹਾਨੂੰ ਉਹੀ ਅਵੇਲੇਬਲ ਹੈ ਨਹੀਂ ਗੀ ਤੇ ਤੁਹਾਨੂੰ ਕਿੱਥੇ ਚੱਲੇਗੀ। ਫਿਰ ਸਿਸਟਮ ਇੰਨਾ ਕਰਪਟ ਹੋ ਗਿਆ ਕਿ ਜਿਹੜਾ 1200 ਦਾ ਸਿਲੰਡਰ ਸੀਗਾ ਉਹ 20,000 ਦਾ ਪੈਕ ਰਿਹਾ। ਇਮੈਜਿਨ ਕਰੋ, ਐਂਡ ਵਾਈ ਗਵਰਨਮੈਂਟ ਇਜ਼ ਅਲਾਉਂਗ ਇਟ। ਗਵਰਨਮੈਂਟ ਨੂੰ ਪਤਾ ਨਹੀਂ ਹੈ, ਗਵਰਨਮੈਂਟ ਕਿਉਂ ਅਲਾਓ ਕਰ ਰਹੀ, ਚਾਹੇ ਫੈਡਰਲ ਗਵਰਨਮੈਂਟ ਹੈ ਚਾਹੇ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ, ਉਹਨਾਂ ਦੀ ਨੱਕ ਹੇਠਾਂ ਕੰਮ ਹੋ ਰਿਹਾ। ਲੋਕਾਂ ਨੂੰ ਜਿਹਨੂੰ ਚਾਹੀਦੀ ਆ ਉਹ ਧੰਨ ਉਹ ਲੋਕ ਜਿਨ੍ਹਾਂ ਨੇ ਲੰਗਰ ਲਾਏ ਹੋਏ ਨੇ। ਤੁਸੀਂ ਦੇਖੋ ਕਿ ਦੋ ਚਾਰ ਜਣਿਆਂ ਦੇ ਉੱਤੇ ਕਾਰਵਾਈ ਕਰਕੇ ਜਿਹੜੇ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਉੱਤੇ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ। ਸੋ ਤੁਸੀਂ ਇਹ ਦੇਖੋ ਕਿ 3 ਦਿਨ ਉੱਥੇ ਪੰਜਾਬ 'ਚ ਕਰਫਿਊ ਸੀਗਾ। ਸੋ ਸ਼ੁੱਕਰਵਾਰ ਤੋਂ ਬਾਅਦ ਜਦੋਂ ਹੁਣ ਸੋਮਵਾਰ ਨੂੰ ਕਰਫਿਊ ਖੁੱਲ੍ਹਾ, ਲੋਕਾਂ ਨੇ ਇਸ ਤਰੀਕੇ ਨਾਲ ਉੱਥੇ ਸ਼ਾਪਸ ਦੇ ਉੱਤੇ ਜਾ ਕੇ, ਚਾਹੇ ਉਹ ਗਰੋਸਰੀ ਸਟੋਰਸ ਹੋਣ, ਜਾ ਕੇ ਇੰਨੀ ਹੋਰਡਿੰਗ ਕਰਨੀ ਸ਼ੁਰੂ ਕਰਤੀ ਚੀਜ਼ਾਂ ਦੀ। ਉਹ ਚੀਜ਼ ਦੇ ਉੱਤੇ ਕਿਉਂ ਨਹੀਂ ਠੱਲ ਪਾਈ ਜਾਂਦੀ ਕਿ ਤੁਹਾਨੂੰ ਸਭ ਕੁਝ ਮਿਲੂਗਾ, ਸਪਲਾਈ ਉਸੇ ਤਰੀਕੇ ਨਾਲ ਰਹੇਗੀ, ਕੋਈ ਵੀ ਵਾਧੂ ਕੀਮਤਾਂ ਨਹੀਂ ਲਗਾਊਗਾ ਤੇ ਨਾ ਹੀ ਕੋਈ ਹੋਰਡਿੰਗ ਕਰੂਗਾ। ਕਾਰਨ ਇਹ ਬਹੁਤ ਵੱਡਾ ਨੁਕਸ ਹੈ ਉਸ ਕੰਟਰੀ ਦੇ ਵਿੱਚ, ਉਸ ਸਿਸਟਮ ਦੇ ਵਿੱਚ, ਕਿ ਹੋਰਡਿੰਗ ਬਹੁਤ ਦੇਰ ਤੋਂ ਹੋ ਰਹੀ ਹੈ। ਅੱਜ ਜਿਹੜੇ ਖੇਤੀ ਕਾਨੂੰਨ ਬਣੇ ਹੋਏ ਨਾ, ਇਹਦੇ ਵਿੱਚ ਉਦੋਂ ਵੀ ਵੱਧ ਪ੍ਰੋਬਲਮ ਆਏਗੀ, ਕਿਉਂਕਿ ਹੋਰਡਿੰਗ ਅਲਾਓ ਲੀਗਲ ਕਰ ਦਿੱਤੀ ਗਈ ਹੈ। ਜਿਹੜਾ ਜਿੰਨਾ ਮਰਜ਼ੀ ਸਮਾਨ ਇਕੱਠਾ ਕਰੀ ਜਾਵੇ, ਮਗਰੋਂ ਜਿਹੜੇ ਮਰਜ਼ੀ ਭਾਅ ਤੇ ਵੇਚੀ ਜਾਵੇ, ਅਨਲੈਸ ਸਰਕਾਰ ਕਹਿੰਦੀ ਹੈ ਉਹ 200% ਵੱਧ ਗਿਆ ਤਾਂ ਉਹ ਤੇ ਕੁਝ ਲਿਮਟ ਲੱਗੇਗੀ। ਇਹ ਦਿਸ ਇਜ਼ ਨਾਟ ਅ, ਪਰਮਾਤਮਾ ਮਿਹਰ ਕਰੇ ਜੀ। ਅਸੀਂ ਹਮੇਸ਼ਾ ਦੁਆ ਕਰਦੇ ਹਾਂ ਉਸ ਮੁਲਕ ਦੇ ਉੱਤੇ, ਪਰਮਾਤਮਾ ਦੀ ਬਹੁਤ ਮਿਹਰ ਚਾਹੀਦੀ ਹੈ ਔਰ ਤਾਂ ਹੀ ਉਹ ਕੰਟਰੀ ਚੱਲ ਸਕੇਗਾ। ਸਰ, ਕੋਵਿਡ ਦੇ ਦੌਰਾਨ ਆਪਾਂ ਆਪਣੀ ਵੀ ਗੱਲ ਕੀਤੀ ਹੈ, ਕਮਿਊਨਿਟੀ ਦੀ ਵੀ ਗੱਲ ਕੀਤੀ ਹੈ, ਪਰ ਉੱਥੇ ਕੁਝ ਦੂਜੇ ਲੋਕ ਵੀ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਕਰਦੇ ਆ। ਇੱਕ ਰੈਸਟੋਰੈਂਟ ਦੀ ਇੱਥੇ ਗੱਲ ਕਰ ਲੈਂਦੇ ਹਾਂ। US ਦਾ ਰੈਸਟੋਰੈਂਟ ਹੈ ਜੀ। ਜੇਕਰ ਕੋਈ ਆਪਣੇ ਖਾਣੇ ਦਾ ਪੈਸੇ ਨਹੀਂ ਦੇ ਸਕਦਾ ਹੈਗਾ ਤਾਂ ਉਸ ਰੈਸਟੋਰੈਂਟ ਤੇ ਜਾਓ, ਉੱਥੇ ਜਿਹੜਾ ਇੱਕ ਬਿੱਲ ਲੱਗਿਆ ਹੋਇਆ ਉਹ ਬਿੱਲ ਨੂੰ ਲਵੋ ਤੇ ਉਹਨਾਂ ਨੂੰ ਦੇ ਦੇਵੋ ਰਸੀਦ, ਤੁਹਾਨੂੰ ਫ੍ਰੀ ਦੇ ਵਿੱਚ ਖਾਣਾ ਮਿਲ ਜਾਏਗਾ। ਇਹ ਓਕਲਾਹੋਮਾ ਦੇ ਵਿੱਚ ਹੈ ਜੀ ਇਹ ਜਿਹੜਾ ਰੈਸਟੋਰੈਂਟ ਹੈ ਜੀ। ਉੱਥੇ ਤੁਸੀਂ ਦੇਖੋ ਢੰਗ ਹੈ ਇਹ ਮਦਦ ਕਰਨ ਦਾ। ਲੋਕ ਫੋਨ ਕਰਦੇ ਜੀ ਉਹਨੂੰ 2 ਮੀਲਸ ਦੇ 3 ਮੀਲਸ ਦੇ ਪੈਸੇ ਦੇ ਦਿੰਦੇ ਨੇ, ਔਰ ਪੈਸੇ ਦੇ ਦਿੰਦੇ ਕਹਿੰਦੇ ਜੀ ਜਿਹੜੀ ਰਸੀਦ ਹੈਗਾ ਉਹ ਡੋਰ ਦੇ ਉੱਤੇ ਲਾ ਦਿਓ ਪਾਲੇ ਪਾਸੇ। ਇਹ ਚੰਗੀ ਗੱਲ ਹੈ। ਜਿਹੜਾ ਕੋਈ ਜ਼ਰੂਰਤਮੰਦ ਆ ਉਹ ਰਸੀਦ ਲੈਂਦਾ, ਉਹ ਉਹਨੂੰ ਨੂੰ ਦਿੰਦਾ ਤੇ ਉਹਨਾਂ ਨੂੰ ਮੀਲ ਦੇ ਦਿੰਦਾ। ਕਿੰਨੀ ਚੰਗੀ ਗੱਲ ਹੈਗੀ ਆ। ਜਿਹਨੂੰ ਜ਼ਰੂਰਤ ਹੈਗੀ ਆ ਜਾਓ, ਨਾਲ ਮਿਲਣਾ, ਗਰਮ ਮਿਲੇਗਾ। ਇਹ ਉਹ ਨਹੀਂ ਵੀ ਕਿਸੇ ਹੋਰ ਥਾਂ ਜਾਣਾ ਪਏ, ਜਦੋਂ ਮਰਜ਼ੀ ਜੋ ਰਸੀਦ ਟੰਗੀ ਹੋਈਆਂ ਨੇ ਤੁਸੀਂ ਆਦਾ ਮੀਲ ਲਓ। ਅਜਿਹੀਆਂ ਗੱਲਾਂ ਹੋਣੀਆਂ ਚਾਹੀਦੀਆਂ, ਐਸੀਆਂ ਗੱਲਾਂ ਨੇ ਤਰਨ ਜਿਹੜੀਆਂ ਕਿ ਜਿਹੜੀ ਲੋਕਾਂ ਨੂੰ ਹੌਸਲਾ ਵੀ ਦਿੰਦੀਆਂ ਨੇ, ਚੰਗੀ ਗੱਲ ਵੀ ਹੈਗੀ ਆ, ਲੋਕਾਂ ਨੂੰ ਪ੍ਰੇਰਣਾ ਵੀ ਦਿੰਦੀਆਂ ਨੇ ਵੀ ਇਹੋ ਜਿਹਾ ਕੰਮ ਵੀ ਕਰਨਾ ਚਾਹੀਦਾ। ਹੋਰਾਂ ਨੂੰ ਵੀ ਪ੍ਰੇਰਣਾ ਮਿਲੇ। ਜੇ ਅਜਿਹਾ ਬੰਦਾ ਕੱਲ੍ਹ ਨੂੰ ਉਹ ਪਰਮਾਤਮਾ ਮਿਹਰ ਕਰੇਗਾ, ਉਹ ਠੀਕ ਹੋ ਜਾਂਦਾ, ਵੈਲ ਆਫ ਹੋ ਜਾਂਦਾ, ਉਹ ਅੱਗੇ ਹੋਰ ਕੰਮ ਕਰੇਗਾ। ਜੋਤ ਸੇ ਜੋਤ ਜਗਾਤੇ ਚ। ਬਿਲਕੁਲ, ਤੁਸੀਂ ਇਹ ਦੇਖੋ ਕਿ ਇੱਕ US ਦਾ ਇਹ ਰੈਸਟੋਰੈਂਟ ਆ ਜਿਹੜਾ ਕਿ ਲੋਕੀ ਅਜਿਹੇ ਨੇ ਇੱਕ ਦੂਜੇ ਦਾ ਬਿੱਲ ਵੀ ਪੇ ਕਰ ਰਹੇ ਨੇ। ਉੱਥੋਂ ਦੇ ਸਾਬਕਾ ਰਾਸ਼ਟਰਪਤੀ ਦੀ ਜੇ ਗੱਲ ਕਰ ਲਈਏ, ਟੈਕਸ ਪੇਅਰਸ ਦੇ ਪੈਸੇ ਨੂੰ ਲੈ ਕੇ ਹੁਣ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਕਿ ਉਹਨਾਂ ਦਾ ਜਿਹੜਾ ਨਵਾਂ ਸਕਾਟਿਸ਼ ਗੋਲਫ ਕਲੱਬ ਹੈ ਇਸ ਵਕਤ ਵਿਵਾਦਾਂ ਵਿੱਚ ਘਿਰ ਚੁੱਕਿਆ। ਸਰ, ਕੀ ਕਹਿਣਾ ਚਾਹੋਗੇ? ਕਾਲ ਲੈ ਲਓ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਉੱਥੇ ਲੋਕੀ ਵੀ ਇੰਨੇ ਜਾਗਰੂਕ ਹੈ ਨਹੀਂ। ਮਾਸਕ ਲਾਉਂਦੇ ਨੇ, ਉਹ ਗਲ ਚ ਪਾਇਆ ਹੁੰਦਾ, ਕਈਆਂ ਤੇ ਸਿਰਫ ਮੂੰਹ ਤੇ ਹੀ ਰੱਖਿਆ ਹੁੰਦਾ, ਇਵਨ ਪੜ੍ਹੇ ਲਿਖੇ ਲੋਕ ਵੀ। ਸਹੀ ਗੱਲ ਹੈ ਜੀ। ਇਸ ਗੱਲ ਨੂੰ ਕਿਵੇਂ ਸਮਝਾਇਆ ਜਾਵੇ ਜੀ? ਰੱਬ ਦਾ ਦੇਖੋ, ਸਰਕਾਰਾਂ ਤਾਂ ਫੇਲ ਹੋਈਆਂ ਨੇ। ਹਾਂਜੀ। ਬਾਕੀ ਦਿੱਲੀ ਸਰਕਾਰ ਦੀ ਮੈਂ ਗੱਲ ਕਰੂੰਗਾ ਜੀ। ਉਹਨਾਂ ਕੋਲ ਤਾਂ ਪਾਵਰ ਹੈ ਹੀ ਨਹੀਂ, ਕਿਉਂਕਿ ਡੰਡੇ ਦਾ ਰਾਜ ਚਾਹੀਦਾ ਹੈ। ਜਿਵੇਂ ਬਲੈਕ ਹੋ ਰਹੀ ਹੈ, ਬਲੈਕ ਮਾਰਕੀਟਿੰਗ ਹੋ ਰਹੀ ਹੈ ਜੀ, ਨਾ ਜੀ, ਉਹਨਾਂ ਦੇ ਅੰਡਰ ਨਹੀਂ ਹੈ। ਹਰ ਵਾਰ ਸੈਂਟਰ ਗਵਰਨਮੈਂਟ ਹਮੇਸ਼ਾ ਰੰਗਾ ਪਾਈ, ਕਦੇ LG ਨੂੰ ਪਾਵਰ ਦੇ ਦਿਓ, ਉਹ ਕਿਵੇਂ ਕੰਮ ਕਰ ਸਕਦੇ ਨੇ ਇੰਡੀਪੈਂਡੈਂਟ? ਬਿਲਕੁਲ ਜੀ, ਸਹੀ ਗੱਲ ਆ। ਉੱਥੇ ਸਿਸਟਮ ਇਜ਼ ਨਾਟ properly working, let's say this way. System is there but it's not working. वर्किंग इसलिए डेमोक्रेसी ਦੀ ਬੇਇੱਜ਼ਤੀ ਹੈ। ਲੋਕਾਂ ਨੇ ਉਹਨੂੰ ਚੁਣਿਆ ਚੀਫ ਮਿਨਿਸਟਰ ਜੀ ਨਾ, ਇੰਨੀ ਜ਼ਿਆਦਾ ਮਿੱਟੀ ਨਾ। ਤੁਸੀਂ ਕਹਿੰਦੇ ਹੋ ਵੀ LG ਦੇ ਕੋਲ ਪਾਵਰ ਹੈ, LG ਨੂੰ ਸਰਕਾਰ ਦਾ ਲਫ਼ਜ਼ ਦੇ। ਹਾਂਜੀ। ਕਿੱਥੋਂ ਕੰਮ ਕਰ ਸਕਦਾ? ਜਿੰਨੀ ਵੀ ਕੋਸ਼ਿਸ਼ ਉਹ ਕਰ ਰਹੇ ਨੇ ਬਹੁਤ
ਵਧੀਆ ਕੀਤਾ, ਤਾਂ ਹੀ ਲੋਕ ਦਿੱਲੀ ਦੇ ਪੜ੍ਹੇ ਲਿਖੇ ਲੋਕ ਦੁਬਾਰਾ ਲੈ ਕੇ ਆਏ ਪਾਵਰ 'ਚ। ਬਿਲਕੁਲ ਜੀ, ਪਾਵਰ 'ਚ ਲੈ ਕੇ ਆਏ, ਪਾਵਰ ਬਚੀ ਨਹੀਂ ਉਹਨਾਂ ਦੇ ਕੋਲ ਕੋਈ ਖਾਸ, ਨਾਲੇ ਪਾਵਰ ਹੈ ਹੀ ਨਹੀਂ ਨਾ। ਕਈ ਲੋਕ ਕਹਿੰਦੇ ਨੇ ਜੀ ਉਹ ਕੇਜਰੀਵਾਲ ਕਰ ਨਹੀਂ ਰਿਹਾ, ਜਿੰਨੇ ਉਹ ਕੋਸ਼ਿਸ਼ ਕਰ ਰਹੇ ਨੇ ਇਹਨਾਂ ਤੋਂ, ਜਿੰਨਾ ਇਹਨਾਂ ਦੀ ਫੁੱਲ ਗਵਰਨਮੈਂਟ ਜਾਂ ਪੰਜਾਬ ਕਹਿ ਲਓ ਜਾਂ ਯੂਪੀ ਕਹਿ ਲਓ, ਇਹਨਾਂ ਤੋਂ ਨਹੀਂ ਹੋ ਰਿਹਾ ਜੀ। ਸਹੀ ਗੱਲ ਹੈ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ। ਤੁਸੀਂ ਕੱਲੀ ਦਿੱਲੀ ਦੀ ਗੱਲ ਕੀਤੀ ਹੈ, ਬਾਕੀ ਤਾਂ ਦੇਸ਼ ਹਾਲੇ ਖਾਲੀ ਪਿਆ ਜੀ, ਉੱਥੋਂ ਦਾ ਹੀ ਕੁਝ ਕਰ ਲੈਣ, ਉੱਥੋਂ ਦਾ ਵੀ ਨਹੀਂ ਹੋ ਰਿਹਾ ਹੈਗਾ। ਟਰੰਪ ਸਾਹਿਬ ਬਿਨਾਂ ਜੇ ਖਬਰਾਂ ਖਤਮ ਹੋ ਗਈ ਫਿਰ ਗੱਲ ਕਾਹਦੀ ਹੈ, ਕਿਸੇ ਨਾ ਕਿਸੇ ਬਹਾਨੇ ਸੁਰਖੀਆਂ ਚ ਆ ਜਾਂਦੇ ਆ। ਹਾਂਜੀ ਲਓ ਜੀ, ਟਰੰਪ ਸਾਹਿਬ ਨੇ ਜੀ ਆਪਦਾ ਇਹਨਾਂ ਦੇ ਸਕਾਟਲੈਂਡ ਦੇ ਵਿੱਚ 2 ਨੇ ਗੋਲਫ ਕੋਰਸਸ ਦੇ ਉੱਤੇ ਇਹਨਾਂ ਨੇ ਹੁਣ COVID-19 ਕਰਕੇ ਸਾਰੀਆਂ ਸਰਕਾਰਾਂ ਮਦਦ ਕਰ ਰਹੀਆਂ ਨੇ ਵੀ ਤੁਸੀਂ ਆਪਦੇ ਨੂੰ ਫਾਇਰ ਨਾ ਕਰਿਓ, ਅਸੀਂ ਤੁਹਾਡੀ ਮਦਦ ਕਰਾਂਗੇ। ਸਾਡੀ ਗਵਰਨਮੈਂਟ ਨੇ ਕੀਤਾ, US ਨੇ ਕੀਤਾ, ਸਕਾਟਿਸ਼ ਗਵਰਨਮੈਂਟ ਨੇ ਕੀਤਾ, ਔਰ ਇਹਨਾਂ ਨੇ ਪੈਸੇ ਲੈ ਲਏ। ਪੈਸੇ ਲੈਣ ਨੂੰ ਤਾਂ ਟਰੰਪ ਸਾਹਿਬ ਬਹੁਤ ਕਾਇਮ ਨੇ। $8 ਲੱਖ ਉਹਨਾਂ ਲੈ ਲੈਣ 2 ਫਰਮਾਂ, ਆਪਦੇ ਬੰਦੇ 60 ਦੇ ਉੱਤੇ ਫਾਇਰ ਕਰਤੇ, ਰੱਖੇ ਨਹੀਂ ਹੈਗੇ। ਜਦੋਂ ਇਹਨਾਂ ਨੇ ਉੱਥੇ ਆਪਦੇ ਗੋਲਫ ਕੋਰਸਸ ਬਣਾਏ ਸੀਗੇ, ਸਕਾਟਿਸ਼ ਗਵਰਨਮੈਂਟ ਨੂੰ ਇਹਨਾਂ ਨੇ ਇਹ ਕਿਹਾ ਬਈ ਉਸ ਜਿਹੜਾ ਗੋਲਫ ਕੋਰਸ ਹੈ ਨਾ, ਇਹਨਾਂ ਨੇ ਕਿਹਾ ਸੀ ਸਭ ਤੋਂ ਵੱਡਾ ਟੂਰਨਾਮੈਂਟ ਮੈਂ ਉੱਥੇ ਕਰਾਉਣਾ ਚਾਹੁੰਦਾ, ਇਹ ਹਾਰ ਗਏ ਤਾਂ ਉਹ ਕੰਮ ਖਤਮ ਹੋ ਗਿਆ। ਉੱਥੇ ਸਕਾਟਿਸ਼ ਗਵਰਨਮੈਂਟ ਨੂੰ ਕਹਿੰਦੇ ਵੀ ਤੁਸੀਂ ਮੈਨੂੰ ਇਹ ਇਜਾਜ਼ਤ ਦਿਓ, ਬਣਾਉਣ ਦਿਓ, ਤੁਹਾਡੇ ਵਾਸਤੇ ਬਹੁਤ ਟੈਕਸ ਕੱਟ ਹੋਇਆ ਹੋਊਗਾ, ਮੈਂ ਇੰਨਾ ਪੈਸਾ ਹੋਊਗਾ ਤੇ ਤੁਹਾਨੂੰ ਟੈਕਸ ਅਸੀਂ ਦਿਆ ਕਰਾਂਗੇ। ਹੁਣ ਤੱਕ ਦੀਵਾਨੀ ਨਹੀਂ ਦਿੱਤੀ, ਪੈਨੀ ਸੱਚੀ ਨਹੀਂ ਪੈਨੀ ਦਿੱਤੀ, ਇਹਨੇ ਮਾਈਨਸ ਚ ਗਿਆ, ਘਾਟਾ ਹੀ ਦਿਖਾਈ ਤੁਰਿਆ ਜਾ ਰਿਹਾ। ਧੰਨ ਇਹ ਟਰੰਪ ਤੇ ਜਿਹੜਾ ਕਹਿੰਦਾ ਸੀ ਮੈਂ ਆਪਦਾ ਇੰਨਾ ਤਕੜਾ ਬਿਜ਼ਨਸਮੈਨ ਹੈ, ਉੱਥੇ ਜਾ ਕੇ ਹਾਂ ਬਿਜ਼ਨਸ ਠੀਕ ਹੈ, ਪੈਸੇ ਬਣਾ ਗਿਆ, ਆਪਦੇ ਵਾਸਤੇ ਤਾਂ ਬਣ ਰਿਹਾ ਨਾ, ਬਾਕੀ ਨੂੰ ਘਾਟਾ ਆਪਣਾ ਘਰ ਭਰ ਲਿਆ ਉਹਨਾਂ ਨੇ, ਆਪਦਾ ਘਰ ਭਰ ਰਿਹਾ, ਪਰ ਇਹ ਕਦ ਤੱਕ ਭਰੇਗਾ ਇਹ ਨਹੀਂ ਪਤਾ, ਇਹਨੂੰ ਕੋਈ ਹੋਰ ਘਰ ਨਾ ਭਰਨਾ ਪੈ ਜਾਵੇ ਜੇ ਜਿਹੜੇ ਹਿਸਾਬ ਚ ਤੇ ਕੇਸ ਚੱਲ ਰਹੇ ਨੇ ਜੀ। ਬਿਲਕੁਲ। ਤੇ ਸਰ ਉਧਰੋਂ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ, ਉਹ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ, ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਐਲਬਰਟਾ ਦੀ ਗੱਲ ਹੋ ਰਹੀ ਹੈ ਸਰ, ਐਲਬਰਟਾ ਦੇ ਵਿੱਚ ਕਹਿੰਦੇ ਕਿ ਇਸ ਵਕਤ ਕਰੋਨਾ ਵਾਇਰਸ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ, ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਰੈਂਪਟਨ ਤੋਂ ਬੋਲਦੀ ਹਾਂ। ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸੀਗੀ ਕਿ ਇੰਡੀਆ ਦੇ ਵਿੱਚ ਜੇ ਕੋਈ ਹੈਲਪ ਕਰਨਾ ਚਾਹੇ, ਤੁਸੀਂ ਇਹ ਦੇਖੋ ਕਿ ਆਪਣੇ ਜਿਹੜੇ ਬਾਲੀਵੁੱਡ ਦੇ ਆ ਉਹ ਕਿੰਨੇ ਅਮੀਰ ਆ, ਆਪਣੇ ਜਿਹੜੇ ਕ੍ਰਿਕਟਰ ਆ ਉਹ ਕਿੰਨੇ ਅਮੀਰ ਆ। ਅੱਜ ਕੋਈ ਵੀ ਇਨਸਾਨ ਸਵਾਏ ਸੋਨੂੰ ਸੂਦ ਤੋਂ ਕੋਈ ਅੱਗੇ ਨਹੀਂ ਆਇਆ ਹੈ, ਤੇ ਉਹ ਬੰਦੇ ਬਾਰੇ ਤੁਸੀਂ ਕਦੀ ਗੱਲ ਕਰਿਓ ਜਾਂ ਕਦੀ ਸਵਾਲ ਪੁੱਛਿਓ। ਮਤਲਬ ਉਹ ਕਹਿਣ ਦਾ ਮਤਲਬ ਹੈ ਕਿ ਉਹ ਕਿੰਨਾ ਮਤਲਬ ਇਹ ਛੋਟਾ ਬੰਦਾ ਹੈ, ਬਟ ਲੇਕਿਨ ਉਹਨੇ ਇੰਨਾ ਵੱਡਾ ਕੰਮ ਕੀਤਾ ਕਿ ਜਿਹੜੇ ਵੱਡੇ ਅਮਿਤਾਭ ਬੱਚਨ ਵਗੈਰਾ ਜਾਂ ਕਈ ਹੋਰ ਨੇ, ਖਾਨ ਜਿਹੜੇ ਨੇ, ਜਿੰਨੇ ਵੀ, ਉਹਨਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਜੀ। ਅਮਿਤਾਭ ਬੱਚਨ ਖੱਬੇ ਹੱਥ ਨਾਲ ਉਹ ਤਾੜੀ ਥਾੜੀ ਵਜਾਈ ਜਾਂਦਾ ਜੀ ਥੋੜਾ, ਉਹ ਕਹਿੰਦੇ ਕਿ ਅਸੀਂ ਕਰਦੇ ਹਾਂ ਪਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਨਹੀਂ ਕਰਦੇ। ਹਾਂ ਠੀਕ ਹੈ, ਠੀਕ ਹੈ, ਚੰਗੀ ਗੱਲ ਹੈ, ਬੇਸ਼ਰਮ ਐਸੇ ਹੀ ਹੁੰਦੇ ਹੈਗੇ ਆ। ਅੱਗੇ ਨਾ ਕਿਤੇ ਜਿੱਥੇ ਕੁਝ ਕਰਦੇ ਦੱਸਦੇ ਹੋਣਗੇ, ਕੀਤਾ ਹੀ ਨਹੀਂ। ਅਮਿਤਾਭ ਬੱਚਨ ਨੇ ਤਾਂ ਹੁਣ ਤੱਕ ਪੈਸੇ ਹੀ ਬਣਾਏ ਆ, ਕਿਤੇ ਕੁਛ ਤਾਂ ਛੱਡ ਯਾਰ, ਕੁਛ ਤਾਂ ਦੇ ਕਿਸੇ ਨੂੰ। ਸੁਣਨ ਚ ਆਇਆ ਕਹਿੰਦੇ ਅਜੇ ਦੇਵਗਨ ਨੇ 1 ਕਰੋੜ ਰੁਪਏ ਦਾਨ ਕੀਤੇ ਨੇ ਤੇ BMC ਨੂੰ ਦਿੱਤੇ ਨੇ, ਤੇ ਉੱਥੇ ਹੀ ਅਕਸ਼ੇ ਕੁਮਾਰ ਤੇ ਉਹਨਾਂ ਦੀ ਵਾਈਫ ਨੇ ਮਿਲ ਕੇ ਕੁਝ ਆਕਸੀਜਨ ਕਨਸੈਂਟਰੇਟਰਸ ਜਿਹੜੇ ਹੁੰਦੇ ਆ ਉਹ ਦਿੱਤੇ ਨੇ। ਸੋ ਹੋਪਸ ਹੋ ਕਿ ਕਰਕੇ ਅੱਗੇ ਆਉਣ, ਥੋੜੀ ਹੈਲਪ ਵੀ ਕਰਦੇ ਆ। ਚੰਗੀ ਗੱਲ ਹੈ ਜੀ, ਆਉਣੇ ਚਾਹੀਦੇ। ਤੁਸੀਂ ਕਰੋੜਾਂ ਰੁਪਈਆ ਤੁਹਾਡਾ ਟੈਕਸ ਦੇ ਵਿੱਚ ਦੇਣਾ ਵੀ ਹੈਗਾ, ਉਹ ਤੁਹਾਨੂੰ ਟੈਕਸ ਤੋਂ ਮਾਫੀ ਹੋਈ ਮਿਲਣੀ ਜਿਹੜੀ ਤੁਸੀਂ ਦਾਨ ਕਰਦੇ ਹੋ। ਐਸੀ ਗੱਲ ਹੈ ਨਹੀਂ ਕਿ ਕੁਛ ਤਾਂ ਕਰੋ, ਲੋਕਾਂ ਦੇ ਵਿੱਚ ਤਾਂ ਆਓ। ਤੁਸੀਂ ਤਾਂ ਲੋਕਾਂ ਨੇ ਤੁਹਾਡੀਆਂ ਫਿਲਮਾਂ ਦੇਖਣ ਵਾਲੇ ਜਾਣਾ, ਜਿਨ੍ਹਾਂ ਕਰਕੇ ਉਹਨਾਂ ਪੈਸੇ ਬਣਾਏ ਨੇ। ਐਲਬਰਟਾ ਦੀ ਲਾਸਟ ਖਬਰ ਸਾਂਝੀ ਕਰ ਲਈ, ਉੱਥੇ ਰੇਡੀਓ ਕਰਵਾਇਆ ਜਾ ਰਿਹਾ ਵਾ। ਇੱਕ ਪਾਸੇ ਕਰੋਨਾ ਦੀਆਂ ਪਾਬੰਦੀਆਂ ਨੇ, ਕਰੋਨਾ ਵਾਇਰਸ ਹੋ ਰਿਹਾ, ਪਰ ਕੁਝ ਲੋਕ ਅਜਿਹੇ ਨੇ ਜਿਹੜੇ ਕਿ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਚ ਬਿਲਕੁਲ ਵੀ ਪਰਹੇਜ਼ ਕਰਦੇ। ਤਰਨ ਰੇਡੀਓ ਹੈ ਜਿੱਥੇ ਲੋਕੀ ਜਾਨਵਰਾਂ ਦਾ ਕੁਝ ਪ੍ਰੋਗਰਾਮ ਕਰਦੇ ਆ, ਮੁਕਾਬਲੇ ਹੁੰਦੇ ਨੇ ਇਸ ਤਰ੍ਹਾਂ ਦਾ। ਉੱਥੇ ਮੋਸਟਲੀ ਘੋੜਿਆਂ ਦਾ ਕਰੀ ਦੇ ਵਿੱਚ ਅਜਿਹਾ ਬਹੁਤ ਕੁਝ ਕੀਤਾ ਜਾਂਦਾ। ਕੈਲਗਰੀ ਸਟੈਂਪੀਡ ਇੱਕ ਬਹੁਤ ਵੱਡਾ ਫੰਕਸ਼ਨ ਜੀ ਹੁੰਦਾ ਜਿਹੜਾ ਕਈ ਦਿਨ ਚੱਲਦਾ, ਐਂਡ ਉਦੋਂ ਸਾਰਾ ਅਲਬਰਟਾ ਬੰਦ ਹੁੰਦਾ, ਕੈਲਗਰੀ ਬੰਦ ਹੁੰਦਾ ਉਸ ਵੇਲੇ। ਇੰਨਾ ਵੱਡਾ ਫੰਕਸ਼ਨ ਹੈਗਾ। ਖੈਰ ਐਸਾ ਨਹੀਂ ਹੋ ਰਿਹਾ, ਪਰ ਇੱਕ ਜਗ੍ਹਾ ਲੋਕਾਂ ਨੇ ਜੀ 2000 ਤੋਂ ਉੱਪਰ ਲੋਕੀ ਇਕੱਠੇ ਹੋਏ ਨੇ। ਸਰਕਾਰ ਵਾਸਤੇ ਸਰਦਰਦੀ ਬਣੀ ਹੋਈ ਹੈ। ਸਰਕਾਰ ਕੀ ਕਰੇ? ਲੋਕੀ ਹੁਣ ਇਹ ਜਿਹੜੇ ਬਗਾਵਤਾਂ ਕਰਨ ਲੱਗੇ ਹੋਏ ਨੇ। ਦਿਸ ਇਜ਼ ਅ ਵੈਰੀ ਬਿਗ ਥਿੰਗ। ਇੱਕ ਹੋਰ ਅਲਬਰਟਾ ਦੀ ਪ੍ਰੋਬਲਮ ਹੈ, 7 ਚਰਚਸ ਨੇ ਉਹ ਇਕੱਠੀਆਂ ਹੋਈਆਂ ਉਹ ਸਰਕਾਰ ਨੂੰ ਕੋਰਟ 'ਚ ਲੈ ਕੇ ਜਾਣ ਲੱਗੇ ਨੇ ਵੀ ਸਾਡਾ ਤਾਂ ਇਹ ਧਾਰਮਿਕ ਆਜ਼ਾਦੀ ਹੈ, ਸਾਡੀ ਉਹਦੇ ਉੱਤੇ ਸਾਨੂੰ ਰੋਕ ਲਾਈ ਜਾ ਰਹੀ ਹੈ, ਅਸੀਂ ਕੀ ਕਰੀਏ। ਹੁਣ ਜਸਨ ਕੈਨੀ ਸਾਹਿਬ ਵਾਸਤੇ ਮੁਸ਼ਕਲਾਂ ਵੱਧਦੀਆਂ ਤੁਰੀਆਂ ਜਾ ਰਹੀਆਂ ਨੇ। ਹਾਲਾਂਕਿ ਇਹਨਾਂ ਕੰਮ ਦੇ ਵਿੱਚ ਉਹਦਾ ਇੰਨਾ ਕਸੂਰ ਹੈ ਨਹੀਂਗਾ, ਪਰ ਇਹ ਜ਼ਰੂਰ ਲੱਗ ਰਿਹਾ ਕਿ ਮਿਸਟਰ ਕੈਨੀ ਵਾਜ਼ਨਟ ਕੈਪੇਬਲ ਆਫ। ਕਿਸੇ ਨੂੰ ਗੁੱਸਾ ਨਾ ਕਰਿਓ ਭਾਈ ਜੇ ਤੁਸੀਂ ਉਹਨਾਂ ਦੇ ਸਮਰਥਕ ਹੋ। ਹਾਂ, ਜਸਨ ਕੈਨੀ ਵਾਜ਼ਨਟ ਕੈਪੇਬਲ ਆਫ running a province. He was capable of running a ministry at the federal level, maybe because his prime minister was so strong. ਉਹਨੂੰ ਇਜਾਜ਼ਤ ਦਿੱਤੀ ਕਰੀ ਮਿਨਿਸਟਰ ਜਾ ਜਿਹੜਾ ਕੋਈ ਕਰਨਾ। ਇੱਥੇ ਆਪਣੇ ਲੋਕਾਂ ਨੇ ਬੜੀਆਂ ਫੋਟੋ ਖਿਚਾਈਆਂ ਉਹਨਾਂ ਨਾਲ, nothing wrong with that, ਪਰ as a premier so far
ਹੀ ਹੈਜ਼ ਫੇਲਡ। ਅੱਗੇ ਨੂੰ ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ ਆ ਕੇ ਇਹ ਨਹੀਂ ਪਤਾ, ਇਹਦਾ ਰਿਵਿਊ ਦੇ ਵਿੱਚ ਸ਼ਾਇਦ ਇਹਦੀ ਲੀਡਰਸ਼ਿਪ ਤੋਂ ਜਾਣਾ ਪੈ ਜਾਵੇ। ਬਿਲਕੁਲ ਸਰ, ਤੇ ਉੱਥੇ ਹੀ ਹੁਣ ਜਿਹੜਾ ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਸਮਾਪਤ ਕਰੀਏ। ਦਰਸ਼ਕਾਂ ਲਈ ਸਵਾਲ ਹੁੰਦਾ, ਸੋ ਅੱਜ ਦਾ ਸਵਾਲ ਕੀ ਹੈ ਉਹਦੇ ਆਪਾਂ ਪਹੁੰਚਦੇ ਹਾਂ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਤਰਨ ਜੀ, ਉਹ ਜਿਹੜਾ ਆਪਣਾ ਬ੍ਰਿਟਿਸ਼ ਕੋਲੰਬੀਆ ਜਿਹੜਾ ਸਰ, ਉਹ ਤੁਸੀਂ ਰਾਤ ਨੂੰ ਸੁਣ ਲਿਆ ਸਰਕਾਰੀ ਰਾਤ ਵਾਲੇ ਜਾ ਰਿਹਾ ਜੀ, ਉਹ ਰਾਤ ਵਾਲੀਆਂ ਖਬਰਾਂ ਜਾ ਰਹੀਆਂ। ਥੈਂਕ ਯੂ ਜੀ, ਸਵਾਲ ਪੁੱਛਣ ਲੱਗੇ ਜੀ। ਥੈਂਕ ਯੂ ਸੋ ਮਚ ਜੀ। ਲਓ ਜੀ, ਸਵਾਲ ਹੈ ਜੀ, ਕ੍ਰਿਕਟਰ ਹੈ, ਬਹੁਤ ਕਹਿੰਦੇ ਹੁੰਦੇ ਆ। ਲਓ ਜੀ, ਅੱਜ ਕ੍ਰਿਕਟਰ ਬਾਰੇ ਹੈ ਜੀ ਸਵਾਲ। ਸਰ, ਸਵਾਲ ਤੋਂ ਪਹਿਲਾਂ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਨੰਬਰ ਜ਼ਰੂਰ ਦੇ ਦੇਵਾਂ, ਜਿਹੜਾ ਆਪਾਂ ਓਨਟਾਰੀਓ ਦੀ ਗੱਲ ਕਰ ਰਹੇ ਸੀਗੇ। ਹਾਂਜੀ, ਯੈਸ ਪਲੀਜ਼। ਓਨਟਾਰੀਓ ਵਾਸੀ, ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਆਲੇ ਦੁਆਲੇ ਕਿਹੜੀ ਇਸ ਵਕਤ ਕਲੀਨਿਕ ਦੇ ਉੱਤੇ ਵੈਕਸੀਨੇਸ਼ਨ ਜਿਹੜੀ ਚੱਲ ਰਹੀ ਹੈ, ਤੁਹਾਨੂੰ 3 ਆਪਸ਼ਨਸ ਆਉਣਗੇ। ਸੋ ਤੁਸੀਂ ਨੰਬਰ ਨੋਟ ਕਰ ਲਵੋ। ਇਸ ਨੰਬਰ ਦੇ ਉੱਤੇ ਤੁਸੀਂ ਜਿਹੜਾ ਦੇਖ ਸਕਦੇ ਹੋ, ਨਾਲ ਦੀ ਨਾਲ ਟੀਵੀ ਸਕਰੀਨ ਤੇ ਵੀ ਆ ਰਿਹਾ ਉਹ ਨੰਬਰ 1833356163। ਮੈਂ ਇੱਕ ਵਾਰੀ ਫਿਰ ਤੋਂ ਦੱਸ ਰਹੀ ਹਾਂ ਜੀ, ਨੰਬਰ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦਾ, 1833356163 1833356163। ਸੋ ਇਸ ਨੰਬਰ ਦੇ ਉੱਤੇ ਤੁਸੀਂ ਟੈਕਸਟ ਕਰਨਾ, ਯਾਨੀ ਕਿ ਮੈਸੇਜ ਕਰਨਾ ਆਪਣਾ ਪੋਸਟਲ ਕੋਡ ਜਿਵੇਂ ਤੁਸੀਂ ਮੈਸੇਜ ਕਰੋਗੇ ਤਾਂ ਨਾਲ ਦੀ ਨਾਲ ਤੁਹਾਨੂੰ 3 ਕਲੀਨਿਕਸ ਤੇ ਜਿਹੜੀਆਂ ਤੁਹਾਡੇ ਨੇੜੇ ਹੋਣਗੀਆਂ ਉਹਨਾਂ ਦੇ ਆਪਸ਼ਨਸ ਆ ਜਾਣਗੇ। ਤੁਹਾਨੂੰ ਟੈਕਸਟ ਮੈਸੇਜ ਆਏਗਾ ਜੀ ਉੱਤੇ। ਥੈਂਕ ਯੂ ਜੀ। ਲਓ ਜੀ, ਇਹ ਕ੍ਰਿਕਟਰ ਨੇ ਜੀ, ਇਹਨਾਂ ਜਨਮ ਹੈਗਾ ਜੀ 40 ਤੋਂ ਲੈ ਕੇ 45 ਦੇ ਵਿੱਚ, ਹਰਿਆਣਾ ਦੇ ਵਿੱਚ। ਹੁਣ ਉਹ ਹਰਿਆਣਾ ਜਿੱਥੇ ਇਹਨਾਂ ਦਾ ਜਨਮ ਹੋਇਆ ਸੀਗਾ। ਇਹ ਰੋਹਤਕ ਦੇ ਉੱਥੋਂ ਦੀ ਬਿਲੋਂਗ ਕਰਦੇ ਹੈਗੇ ਜੀ। ਇਹਨਾਂ ਨੇ ਜਿਹੜੇ ਮੈਚਸ, ਇਹਨਾਂ ਦਾ ਰੈਕੋਰਡ ਹੈ ਜੀ ਰਣਜੀ ਟਰਾਫੀ ਦੇ ਵਿੱਚ ਸਭ ਤੋਂ ਵੱਧ ਵਿਕਟਸ ਇਹ ਬੋਲਰ ਨੇ, ਵਿਕਟਸ ਇਹਨਾਂ ਨੇ ਲਈਆਂ ਨੇ ਜੀ। ਤੇ ਇੱਕ ਲੈਫਟ ਆਰਮ ਨਾਲ ਦੇਖਿਆ, ਮੈਂ ਥੋੜਾ ਹਰਿਆਣੇ ਨਾਲ ਜੇ ਤੁਸੀਂ ਕੰਨ ਚੱਕੇ ਸੀ ਕਿ ਥੋੜਾ ਜਿਹਾ ਦੂਜੇ ਪਾਸੇ ਨੂੰ ਚਲਾ ਜਾਣਾ ਜੀ। ਇਹ ਲੈਫਟ ਆਰਮ ਨਾਲ ਬਾਲ ਕਰਦੇ ਸੀ ਜੀ। ਉੱਥੋਂ ਦੇ ਵੈਸ਼ ਸਕੂਲ ਰੋਹਤਕ ਦੇ ਵਿੱਚ ਪੜ੍ਹੇ ਹੈਗੇ ਆ ਜੀ। ਸਭ ਤੋਂ ਵੱਡੀ ਇਹਨਾਂ ਦੀ ਨਾਰਥ ਜ਼ੋਨ ਦੇ ਸਕੂਲਾਂ ਦੇ 1957 ਦੇ ਵਿੱਚ ਗਏ ਸੀਗੇ, ਜਿਸ ਚ ਇਹਨਾਂ ਨੂੰ 4 ਵਿਕਟਸ ਰਹੀਆਂ ਸੀ ਵੈਸਟ ਜ਼ੋਨ ਦੇ ਅਗੇਂਸਟ ਫਾਈਨਲ ਦੇ ਵਿੱਚ, ਤੇ ਇਹਨੂੰ ਬੈਸਟ ਬੋਲਰ ਆਫ ਦਾ ਕੰਪੀਟੀਸ਼ਨ ਕਿਹਾ ਗਿਆ ਸੀਗਾ। ਕਾਲ ਆ ਗਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮਨਸੂਰ ਅਲੀ ਖਾਨ ਪਟੌਦੀ ਦੀ ਗੱਲ ਕਰ ਰਹੇ ਜੀ ਨਾਥ ਸਾਹਿਬ ਆਪਾਂ। ਥੈਂਕ ਯੂ ਜੀ। ਇਹਨੇ ਜੀ ਆਪਦਾ ਫਸਟ ਕੈਰੀਅਰ ਪਹਿਲਾਂ ਪਟਿਆਲੇ ਨਾਲ ਸ਼ੁਰੂ ਕੀਤਾ ਸੀਗਾ ਜੀ, ਉਸ ਤੋਂ ਮਗਰੋਂ ਸਾਊਥਰਨ ਪੰਜਾਬ ਦਾ, ਅਖੀਰ ਹਰਿਆਣਾ ਦੇ ਨਾਲ ਇਹ ਅਖੀਰ ਉਹਦੇ ਨਾਲ ਖੇਡ ਰਹੇ ਜੀ। ਇਹਨਾਂ ਨੇ ਵੈਸੇ ਸ਼੍ਰੀਲੰਕਾ ਦੇ ਅਗੇਂਸਟ ਵੀ ਖੇਡੇ ਸੀਗੇ, ਜਿਹੜਾ ਕਿ ਆਫੀਸ਼ੀਅਲ ਟੈਸਟ ਨਹੀਂ ਸੀਗਾ। ਇੱਕ ਵਾਰੀ ਇਹਨਾਂ ਦੇ ਚਾਂਸ ਬਣ ਗਏ ਸੀਗੇ ਟੈਸਟ ਵਿੱਚ ਜਾਣ ਦਾ, ਉਦੋਂ ਫਿਰ ਵੀ ਟੈਸਟ ਵਿੱਚ ਨਹੀਂ ਜਾਣ ਸਕੇ ਕਿਉਂਕਿ ਜਿਹੜਾ ਇਹਨਾਂ ਮੁਕਾਬਲੇ ਦਾ ਬੋਲਰ ਸੀਗਾ ਉਹ ਮੁੜ ਕੇ ਠੀਕ ਹੋ ਗਿਆ ਸੀ ਤੇ ਉਹ ਆ ਗਿਆ ਸੀਗਾ। ਇਹਨੇ ਟੈਸਟ ਕੋਈ ਨਹੀਂ ਜੀ ਖੇਡਿਆ, ਕੋਈ ਟੈਸਟ ਨਹੀਂ ਖੇਡਿਆ। ਰਣਜੀ ਟਰਾਫੀ ਦੇ ਵਿੱਚ ਇਹਦੇ ਜਿੰਨੇ ਰੈਕਡ ਜਿਹੜੇ ਕੀਤੇ ਨੇ ਉਹ ਕਿਸੇ ਨੇ ਵੀ ਨਹੀਂ ਕੀਤੇ ਜੀ। ਇਹਨੇ 637 ਰਣਜੀ ਟਰਾਫੀ ਦੇ ਵਿੱਚ ਵਿਕਟਸ ਲਈਆਂ ਨੇ ਜੀ, ਜਿਹੜਾ ਦੂਸਰਾ ਨੰਬਰ ਤੇ ਤਾਂ ਸੋਚਣ ਵਾਲੀ ਗੱਲ ਹੈਗੀ ਹੈ। ਇਹਨੇ 637 ਨੇ, ਜਿਹੜੀਆਂ ਉਹ ਦੂਜੇ ਨੰਬਰ ਤੇ ਆਉਂਦਾ ਉਹਨੇ 530 ਵਿਕਟੀਆਂ ਹਨ। ਇੰਨਾ ਫਰਕ ਹੈ। ਵੈਂਕਟ ਰਾਘਵਨ ਦੂਜਾ ਜਿਹੜੇ ਜਾਣਦੇ ਨੇ ਜੀ ਉਹਨੂੰ, ਇਹਨੇ 25 ਵਿਕਟਾਂ ਰਣਜੀ ਟਰਾਫੀ ਦੇ ਵਿੱਚ 15 ਸੀਜ਼ਨਸ ਦੇ ਵਿੱਚ ਲਈਆਂ ਨੇ। ਇਮੇਜਿਨ ਕਰੋ, ਸਾਰੇ ਟੂਰਨਾਮੈਂਟ 25। ਇਹ ਨਹੀਂ, ਕੋਈ ਨਹੀਂ ਜਾ ਰਿਹਾ। ਆਓ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਿੰਕੀ ਜੀ, ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਗੱਲ ਕਰ ਰਹੇ ਹੋ ਰਜਿੰਦਰ ਗੋਇਲ ਬਾਰੇ ਗੱਲ ਕਰ ਰਹੇ ਹੋ ਸਰ? ਰਜਿੰਦਰ ਗੋਇਲ ਜੀ ਨੇ, ਹਾਂਜੀ, ਸਪਿਨਰ ਰਹੇ ਨੇ ਜੀ। ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਤੇ ਸੁਸ਼ਮਾ ਵਾਲੀਆ ਜੀ ਕਰ ਰਹੇ ਨੇ ਪਟੌਦੀ। ਹਾਂਜੀ, ਹੋਰ ਕੱਲ ਟਰਾਈ ਦੇਖ ਲਓ। ਇਹ ਰਣਜੀ ਦੇ ਫਾਈਨਲ ਵਿੱਚ 3 ਵਾਰੀ ਗਿਆ। ਜਦੋਂ 3 ਵਾਰੀ ਗਿਆ ਫਾਈਨਲ ਚ ਇਹਦੀ ਟੀਮ ਹਾਰੀ ਹੈ। ਓਕੇ, 3 ਵਾਰੀ। ਜਿਹੜੇ ਸਾਲ ਇਹ ਰਣਜੀ ਚ ਨਹੀਂ ਖੇਡਿਆ ਉਸ ਸਾਲ ਹਰਿਆਣੇ ਦੀ ਟੀਮ ਜਿੱਤ ਗਈ। ਉਹ ਹਰਿਆਣੇ ਦੀ ਚੈਂਪੀਅਨਸ਼ਿਪ ਉਸ ਸਾਲ ਜਿੱਤੀ। ਜਿਹੜੇ ਸਾਲ ਇਹ ਨਹੀਂ ਖੇਡ ਰਿਹਾ ਸੀ ਉਦੋਂ ਪਹਿਲਾਂ ਜਦੋਂ ਵੀ ਇਹ ਖੇਡਿਆ ਇਹਦੀ ਟੀਮ ਨੇ ਚੈਂਪੀਅਨਸ਼ਿਪ ਨਹੀਂ ਜਿੱਤੀ ਜੀ। ਸੋ ਜੀ, ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਮਗਨ ਜੀ। ਸਤਿ ਸ਼੍ਰੀ ਅਕਾਲ ਜੀ। ਬੋਲ ਰਹੀ ਹਾਂ। ਹਾਂਜੀ, ਤੁਸੀਂ ਰਜਿੰਦਰ ਗੋਇਲ ਦੀ ਗੱਲ ਕਰ ਰਹੇ ਹੋ, ਹਰਿਆਣੇ ਦੇ ਜੀ। ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਰਵਿੰਦਰ ਕੌਰ ਬੋਲਦੀ ਬ੍ਰੈਂਪਟਨ ਤੋਂ। ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸ਼ਰਮੀਲਾ ਕੌਰ ਦੇ ਹਸਬੈਂਡ ਨੇ
ਮਿਸਟਰ ਪਟੋਦੀ ਜੀ, ਸ਼ੁਕਰੀਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ, ਕਾਲ ਕਰਨ ਲਈ ਸ਼ੁਕਰੀਆ। ਥੈਂਕ ਯੂ ਜੀ। ਜੀ ਸਰ, ਦੇਖੋ ਹਰਿਆਣੇ ਨਾਲ ਹੋਣ ਕਰਕੇ ਜੀ ਲਖਨ ਕੇ ਪੱਡਾ ਕਹ ਰਹੇ ਨੇ ਕਪਿਲ ਦੇਵ। ਓਕੇ, ਦੈਟਸ ਗੁੱਡ। ਇਹ ਲੈਫਟੀ ਹੈ ਜੀ। ਸੁਰਿੰਦਰ ਜਨੇਦਾ ਜੀ ਕਹ ਰਹੇ ਨੇ ਰਜਿੰਦਰ ਗੋਇਲ। ਰਜਿੰਦਰ ਗੋਇਲ, ਓਕੇ ਜੀ, ਥੈਂਕ ਯੂ। ਇਹ ਦੇਖੋ ਜੀ ਬਹੁਤੇ ਤੁਹਾਡੇ ਜਵਾਬ ਨੇ ਜੀ, ਠੀਕ ਨੇ। ਰਜਿੰਦਰ ਗੋਇਲ ਹੈ ਜੀ, ਤਰਨੇ ਸਪਿਨਰ ਸੀ। ਕਿਸਮਤ ਹੁੰਦੀ ਹੈ ਬੰਦੇ ਦੀ। ਉਸ ਵੇਲੇ 3 ਸਪਿਨਰ ਸੀਗੇ ਇੰਡੀਆ ਦੀ ਟੀਮ ਦੇ ਵਿੱਚ, ਪ੍ਰਸੰਨਾ, ਬਿਸ਼ਨ ਸਿੰਘ ਬੇਦੀ ਤੇ ਚੰਦਰ ਸ਼ੇਖਰ ਸੀ ਤੀਸਰਾ, ਔਰ ਇੱਕ ਨਾਲ ਵੈਂਕਟ ਰਾਘਵਨ ਹੁੰਦਾ ਸੀਗਾ। ਇੱਕ ਵਾਰੀ ਇਹਨੂੰ ਸਿਲੈਕਟ ਕਰ ਲਿਆ ਗਿਆ, ਇਹਨੇ ਸ਼੍ਰੀਲੰਕਾ ਦੇ ਅਗੇਂਸਟ ਖੇਡਣਾ ਸੀਗਾ ਮੈਚ ਵਿੱਚ। ਬਿਸ਼ਨ ਸਿੰਘ ਬੇਦੀ ਤੇ ਕੋਈ ਦੋਸ਼ ਲੱਗਾ ਸੀਗਾ, ਉਹਨੇ ਕੋਈ ਗਲਤ ਬਿਆਨ ਦਿੱਤਾ ਸੀਗਾ, ਉਹਨੂੰ ਕਹਿੰਦਾ ਵੀ ਤੈਨੂੰ ਟਾਈਮ 'ਚ ਨਹੀਂ ਰੱਖਣਾ, ਪਰ ਲਾਸਟ ਮੋੜ ਤੇ ਆ ਕੇ ਬਿਸ਼ਨ ਸਿੰਘ ਬੇਦੀ ਨੂੰ ਫੇਰ ਐਡ ਕਰ ਗਿਆ ਸੀ। ਇਹਦੀ ਕਿਸਮਤ, ਇੱਕ ਵੀ ਇਹਦੇ ਰਣਜੀ ਟਰਾਫੀ ਦੇ ਵਿੱਚ ਨੇ ਰੈਕਡ ਨੇ ਕਿਸੇ ਨੇ ਮੈਚ ਨਹੀਂ ਕੀਤੇ, ਇਹ ਬੰਦੇ ਨੇ ਇੱਕ ਵੀ ਟੈਸਟ ਮੈਚ ਨਹੀਂ ਖੇਡਿਆ। ਓਕੇ, ਇਮੇਜਿਨ ਕਰੋ। ਰਜਿੰਦਰ ਗੋਇਲ, ਬਿਲਕੁਲ ਜੀ ਸਹੀ ਗੱਲ ਹੈ ਜੀ, ਹਰਿਆਣੇ ਤੋਂ ਸੀਗਾ ਜੀ। ਇਹਨਾਂ ਦੀ ਡੈਥ ਹੋ ਚੁੱਕੀ ਆ। ਵਾਸ ਅ ਗ੍ਰੇਟ ਕ੍ਰਿਕਟਰ। ਇਹਦੀ ਸੁਨੀਲ ਗਵਾਸਕਰ ਨੇ ਜੀ ਇਹਦੇ ਬਾਰੇ ਆਪਦੀ ਬੁੱਕ ਵਿੱਚ ਮੈਂਸ਼ਨ ਕੀਤਾ ਹੈ ਵੀ ਕਹਿੰਦਾ ਮੇਰਾ ਵਨ ਆਫ ਦਾ ਆਈਡਲ ਸੀਗਾ ਰਜਿੰਦਰ ਗੋਇਲ। ਲਈਏ ਜੀ ਫਿਰ ਇਜਾਜ਼ਤ। ਬਿਲਕੁਲ ਜੀ। तो फिलहाल दिओ इजाजत जी, कल नूं फिर होवेगी मुलाकात। देखते रहो हमदर्द टीवी। सत श्री अकाल।